ਜੈਮਸੀ ਕੀ ਸਾਰਿਆਂ ਨੂੰ ਅੱਜ ਜ਼ਬੂਰ ਜ਼ੋਨ ਸਾਮਸ ਇਨ ਪੰਜਾਬੀ ਕੰਟੈਕਸਟ ਦੇ ਵਿੱਚ ਅਸੀਂ ਫਿਰ ਤੋਂ ਦਾਊਦ ਦੀ ਜ਼ਬੂਰਾਂ 'ਚ ਜਾਵਾਂਗੇ ਤਾਂ ਅੱਜ ਦੇ ਇਸ ਐਪੀਸੋਡ 'ਚ ਅਸੀਂ ਜ਼ਬੂਰ 29 ਤੇ ਗੌਰ ਕਰਾਂਗੇ। ਸਾਡੇ ਵਿੱਚ ਅੱਜ ਆਂਟੀ ਜੋਤੀ ਤੇ ਅੰਕਲ ਜੋਸ਼ੂਆ ਵਚਨ ਵਿੱਚੋਂ ਪੜ੍ਹਨਗੇ ਤੇ ਪਾਸਟਰ ਐਰਿਕ ਇਹਨਾਂ ਤੇ ਰਿਫਲੈਕਸ਼ਨ ਦੇਣਗੇ। ਇਸ ਤੋਂ ਪਹਿਲਾਂ ਕਿ ਅਸੀਂ ਅੱਜ ਦੀ ਰੀਡਿੰਗ ਵਿੱਚ ਜਾਈਏ ਮੈਂ ਦਰਖਾਸਤ ਕਰਾਂਗੀ ਕਿ ਅੰਕਲ ਜੋਸ਼ੂਆ ਸਾਨੂੰ ਦੁਆ ਵਿੱਚ ਲੈ ਕੇ ਜਾਣ। ਆਓ ਅਸੀਂ ਆਪਣੇ ਸਰਾਂ ਨੂੰ ਝੁਕਾਈਏ, ਅੱਖਾਂ ਨੂੰ ਬੰਦ ਕਰੀਏ ਤੇ ਖੁਦਾ ਦੀ ਹਜ਼ੂਰੀ 'ਚ ਆਪਣੇ ਆਪ ਨੂੰ ਲੈ ਕੇ ਚੱਲੀਏ। खुदावन तेरा शुक्र करते हैं दिन भर की हिफाजत निगहबानी दे लई तू सानू हर तरह बचा के रखिया, साडे कम्मां काजां तो खुदावन सही सलामती वापसी ते लैके आया। इस समय दे लई खुदावन तेरा शुक्र करते हैं जो साडी जिंदगी सानू दिता और जो कुछ भी अज 29 ज़बूर दे विचों खुदावन तेरा खादम उस दे विचों सानू सिखाउंदा है। खुदावन उसनू अपनी जिंदगी च लैके चलण वाले हो गए। तमाम सुनने वाले के लिए भी दुआ करते हैं खुदावन तो उन्होंने भी नाल हो तो उन्होंने भी हुण दे खुदावन जो कुछ अज सीखते ने तेरे खादम के जरिए ना उसनू अपनी जिंदगी च लैके चलने वाले होए। पूरे टाइम च साडे नाल हो खुदावन दा ते साडी रहनुमाई कर और सानू हर तरह नाल बचा के अपनी पनाह विच रख। तेरे बेटे यीशु नासरी दे जलाली ते पवित्र लहू च मंगदे हां आमीन। Amen. Thank you, Uncle Joshua. ਸਾਡੇ ਵਿੱਚ ਸਾਡੇ ਮਿਊਜ਼ੀਸ਼ੀਅਨ ਅੰਕਲ ਕਾਸ਼ਿਸ਼ ਮੌਜੂਦ ਹੈ ਤੇ ਇਹਨਾਂ ਨੂੰ ਮੈਂ ਰਿਕੁਐਸਟ ਕਰਾਂਗੀ ਕਿ ਇਸ ਜ਼ਬੂਰ ਦਾ ਪਹਿਲਾ ਹਿੱਸਾ ਸਾਨੂੰ ਗਾ ਕੇ ਸੁਣਾਉਣਗੇ। ਥੈਂਕ ਯੂ ਐਂਜਲ। ਜੈ ਮਸੀਹ ਦੀ ਸਾਰਿਆਂ ਨੂੰ। ਜੈ ਜ਼ਬੂਰ 29 ਇਹਦਾ ਇੱਕੋ ਹਿੱਸਾ ਇਹਦਾ ਜ਼ੋਰ ਵਾਲਿਓ ਜ਼ਾਹਿਰ ਕਰੋ ਖੁਦਾਵੰਦ ਦਾ ਜਲਾਲ, ਖੁਦਾਵੰਦ ਦੀ ਹੀ ਜਾਣੋ ਸਭ ਕੁਦਰਤ ਤੇ ਕਮਾਲ। ਇਹਦੇ कुछ वर्सेस जड़ियां ने आयतां ओ मैं गा के सुनावांगा। जोर वालियो जाहिर करो खुदावंदा जलाल, जोर वालियो जाहिर करो खुदावंदा जलाल, खुदावंदी ही जानो सब कुदरत ते कमाल, खुदावंदी ही जानो सब कुदरत ते कमाल। जो देना दे इज्जत सो दो खुदावंद नू, जो देना दे इज्जत सो दो खुदावंद नू, ते झुक के सजदा करो दिल दी पाकीज़गी नाल। जोर वालियो जाहिर करो खुदावंदा जलाल, जोर वालियो जाहिर करो। सब पानियां दे उत्ते सब पानियां दे उत्ते रब दी आवाज दा जोर है शोर है। सब पानियां दे उत्ते रब दी आवाज दा शोर है। ओ करदा है ओ कड़कदा है ते गजदा खुदावंद पुर जलाल। जोर वाले जाहिर करो खुदावंदा जलाल, जोर वाले जाहिर करो। सब जितने वड्डे पानी रब उन्हां दे उत्ते है, सब जितने वड्डे पानी रब उन्हां दे उत्ते है। आवाज जलाली रब दी जोर वाली है कमाल, जोर वाले जाहिर करो खुदावंद दा जलाल, खुदावंदी ही जानो सब कुदरत ते कमाल। जोर वाले जाहिर करो आमीन। Amen. Thank you, Uncle Kashif. ਆਓ ਹੁਣ ਅਸੀਂ ਅੱਜ ਦੀ ਸਕ੍ਰਿਪਚਰ ਰੀਡਿੰਗ ਵਿੱਚ ਚਲਾਂਗੇ ਆਂਟੀ ਜੋਤੀ ਤੇ ਅੰਕਲ ਜੋਸ਼ੂਆ ਦੇ ਨਾਲ। ਸਾਰਿਆਂ ਨੂੰ ਜੈ ਮਸੀਹ ਦੀ। ਖੁਦਾਵੰਦ ਦਾ ਸ਼ੁਕਰ ਕਰਦੇ ਹਾਂ ਕਿ ਅੱਜ ਖੁਦਾਵੰਦ ਨੇ ਇੱਕ ਵਾਰ ਫਿਰ ਸਾਨੂੰ ਮੌਕਾ ਦਿੱਤਾ ਪੂਰੇ ਵੀਕ ਬਾਅਦ ਕਿ ਅਸੀਂ ਇੱਕ ਵਾਰ ਫਿਰ ਜ਼ਬੂਰ ਜ਼ੋਨ ਜੋ ਸਾਡਾ ਜ਼ਬੂਰਾਂ ਦਾ ਹੈ ਪ੍ਰੋਗਰਾਮ ਅਸੀਂ ਲੈ ਕੇ ਤੁਹਾਡੇ ਸਾਹਮਣੇ ਆਏ ਹਾਂ। ਅੱਜ ਅਸੀਂ ਜਾਵਾਂਗੇ ਜ਼ਬੂਰ 29 ਦੇ ਵਿੱਚ ਜਿਸ ਦਾ ਮੇਨ ਟਾਈਟਲ ਹੈ ਮਦਦ ਲਈ ਧੰਨਵਾਦ। ਦਾਊਦ ਦਾ ਭਜਨ। ਮੈਂ ਇਸ ਦੀ ਪਹਿਲੀ ਆਇਤ ਪੜਾਂਗੀ। ਹੇ ਸਵਰਗ ਦੂਤੋ ਪ੍ਰਭੂ ਦੀ ਵਡਿਆਈ ਕਰੋ ਅਤੇ ਉਸ ਦੀ ਮਹਿਮਾ ਅਤੇ ਸ਼ਕਤੀ ਨੂੰ ਸਵੀਕਾਰ ਕਰੋ। आयत नंबर 2 महिमा यहोवा दे नाम दी मन्नो, पवित्र बस्तर विच यहोवा नू मत्था टेको। आयत नंबर 3 प्रभु दी आवाज पानियां उत्ते है, महान परमेश्वर गरजदा है, प्रभु बड़े सागरां दे उत्ते है। आयत नंबर 4 यहोवा दी आवाज जोर वाली है, यहोवा दी आवाज शानदार है।
ਆਇਤ ਨੰਬਰ 5 ਪ੍ਰਭੂ ਦੀ ਆਵਾਜ਼ ਦਿਆਰ ਉਖਾੜ ਦਿੰਦੀ ਹੈ, ਉਹ ਲਬਾਂ ਲਾਉਣ ਦੇ ਦਿਆਰਾਂ ਨੂੰ ਨਸ਼ਟ ਕਰ ਦਿੰਦੀ ਹੈ। ਆਇਤ ਨੰਬਰ 6 ਉਹ ਉਹਨਾਂ ਨੂੰ ਵੱਛੇ ਵਾਂਗੂ ਲਬਾਨੋਨ ਔਰ ਸਿਰਿਯੋਨ ਨੂੰ ਜੰਗਲੀ ਵੱਛੇ ਵਾਂਗੂ ਕੁਦਾਉਂਦਾ ਹੈ। ਆਇਤ ਨੰਬਰ 7 ਪ੍ਰਭੂ ਦੀ ਆਵਾਜ਼ ਅੱਗ ਦੀਆਂ ਲਾਟਾਂ ਪੈਦਾ ਕਰਦੀ ਹੈ। ਆਇਤ ਨੰਬਰ 8 ਯਹੋਵਾ ਦੀ ਆਵਾਜ਼ ਉਜਾੜ ਨੂੰ ਹਿਲਾਉਂਦੀ ਹੈ, ਯਹੋਵਾ ਕਾਦੇਸ਼ ਦੀ ਉਜਾੜ ਨੂੰ ਹਿਲਾਉਂਦਾ ਹੈ। ਆਇਤ ਨੰਬਰ 9 ਉਸ ਦੀ ਆਵਾਜ਼ ਨਾਲ ਹਰਨੀਆਂ ਦੇ ਗਰਭ ਡਿੱਗ ਪੈਂਦੇ ਹਨ, ਉਸ ਦੀ ਆਵਾਜ਼ ਨਾਲ ਰੁੱਖਾਂ ਦੇ ਪੱਤੇ ਡਿੱਗ ਪੈਂਦੇ ਹਨ। ਤਦ ਹਰ ਕੋਈ ਮੰਦਰ ਵਿੱਚ ਪੁਕਾਰਦਾ ਹੈ, ਪਰਮੇਸ਼ਵਰ ਦੀ ਮਹਿਮਾ ਹੋਵੇ। ਆਇਤ ਨੰਬਰ 10 ਯਹੋਵਾ ਜਲ ਪਰਲੋ ਉੱਤੇ ਬੈਠਾ ਹੈ ਅਤੇ ਯਹੋਵਾ ਸਦਾ ਲਈ ਪਾਤਸ਼ਾਹ ਹੋ ਕੇ ਬੈਠਦਾ ਹੈ। ਆਇਤ ਨੰਬਰ 11 ਪ੍ਰਭੂ ਆਪਣੇ ਲੋਕਾਂ ਨੂੰ ਸ਼ਕਤੀ ਦੇਵੇਗਾ, ਉਹ ਆਪਣੇ ਲੋਕਾਂ ਨੂੰ ਅਸ਼ੀਸ਼ਿਤ ਕਰੇਗਾ। ਪ੍ਰਭੂ ਦੇ ਵਚਨ ਪੜ੍ਹੇ ਔਰ ਸੁਣੇ ਜਾਣ ਵਿੱਚ ਆਸ਼ੀਸ਼ ਤੇ ਬਰਕਤ ਮਿਲੇਗਾ। ਆਮੀਨ। ਆਮੀਨ। Amen. Thank you, scripture reading ਲਈ। ਆਓ ਹੁਣ ਅਸੀਂ ਪਾਸਟਰ ਐਰਿਕ ਸਰਵੇ ਦੇ ਨਾਲ ਕਲਾਮ ਦੇ ਰਿਫਲੈਕਸ਼ਨ ਤੇ ਇੰਟਰਪ੍ਰੀਟੇਸ਼ਨ ਵਿੱਚ ਜਾਵਾਂਗੇ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੇ ਸਾਰੇ ਜੀਆਂ ਦਾ, ਔਰ ਸਾਰਿਆਂ ਨਾਲ ਪਹਿਲਾਂ ਜਿੰਨੇ ਸਾਡੇ ਸੱਜਣ ਮਿੱਤਰ ਭੈਣ ਭਰਾ ਔਰ ਪ੍ਰੇਅਰ ਪਾਰਟਨਰਸ ਔਰ ਜਿੰਨੇ ਲੋਕ ਵੇਖਣ ਦੇ ਸਾਨੂੰ ਜੁਆਇਨ ਕੀਤਾ, ਤੁਹਾਡੇ ਸਾਰਿਆਂ ਤੇ ਖੁਦਾਵੰਦ ਯਿਸੂ ਮਸੀਹ ਦੀ ਸਲਾਮਤੀ ਹੋਵੇ। ਔਰ ਅੱਜ ਦਾ ਜਿਹੜਾ ਜ਼ਬੂਰ ਹੈ ਉਹ ਅੱਜ ਬੜਾ ਇੰਪੋਰਟੈਂਟ ਜ਼ਬੂਰ ਹੈ, ਇਸ ਲਈ ਤੁਸੀਂ ਜਿੰਨੇ ਲੋਕ ਬੈਠੇ ਹੋ, ਸੁਣਨ ਡਏ ਹੋ, ਵਾਚ ਕਰਨ ਡਏ ਹੋ ਜਾਂ ਰਿਕਾਰਡਿੰਗ ਵੇਖੋਗੇ, ਸਾਰਿਆਂ ਨਾਲ ਪਹਿਲਾਂ ਤੈਨੂੰ ਕਰੋ ਸ਼ੇਅਰ, ਤਾਂ ਕਿ ਅਸੀਂ ਖੁਦਾ ਦੀ ਆਵਾਜ਼ ਜਿਹੜੀ ਹੈ ਉਹਨੂੰ ਅਸੀਂ ਮੁਖਤਲਿਫ ਲੋਕਾਂ ਦੇ ਨਾਲ ਔਰ ਆਪਣੇ ਆਪਣੇ ਫੈਮਿਲੀ, ਆਪਣੇ ਫਰੈਂਡਸ, ਆਪਣੇ ਸੁਣਨ ਵਾਲਿਆਂ ਦੇ ਨਾਲ ਅੱਜ ਦੇ ਇਸ ਇੰਪੋਰਟੈਂਟ ਜ਼ਬੂਰ ਨੂੰ, ਜਿਹੜਾ ਕਿ ਬੜਾ ਕ੍ਰਿਟੀਕਲ ਜ਼ਬੂਰ ਹੈ ਅੱਜ ਦੇ ਦੌਰ ਦੇ ਵਿੱਚ ਖਾਸ ਤੌਰ 'ਤੇ, ਕਿਉਂਕਿ ਇਹਦਾ ਟੌਪਿਕ ਹੈ ਕਿ ਖੁਦਾ ਦੀ ਆਵਾਜ਼ ਕਿਵੇਂ ਸੁਣਨੀ ਹੈ, ਖੁਦਾ ਦੀ ਆਵਾਜ਼ ਕੀ ਹੈ ਔਰ ਖੁਦਾ ਦੀ ਆਵਾਜ਼ ਕਿਵੇਂ ਸੁਣੀ ਜਾਂਦੀ ਹੈ। ਸੋ ਤੁਹਾਨੂੰ ਵੇਖਿਆ ਹੋਏਗਾ ਕਿ ਜਿਵੇਂ ਅਸੀਂ ਜ਼ਬੂਰ ਦੀ ਪਹਿਲੀ ਕਿਤਾਬ ਹੈ, ਮੈਂ ਹਰ ਜ਼ਬੂਰ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਦੁਬਾਰਾ ਯਾਦ ਦਹਾਨੀ ਕਰਾਉਣਾ ਵਾਂ ਕਿ ਜ਼ਬੂਰ ਦੀਆਂ 150 ਜ਼ਬੂਰ 5 ਕਿਤਾਬਾਂ 'ਚ ਤਕਸੀਮ ਨੇ, ਔਰ ਪਹਿਲੀ ਕਿਤਾਬ ਜਿਹੜੀ ਜਿਹਦੇ ਵਿੱਚ ਅਸੀਂ ਗੁਜ਼ਰਨ ਡਏ ਹਾਂ ਇਹ ਕ੍ਰੀਏਸ਼ਨ ਨੂੰ ਪੇਸ਼ ਕਰਦੀ ਹੈ, ਔਰ ਕ੍ਰੀਏਸ਼ਨ ਦੇ ਵਿੱਚ ਅਸੀਂ ਵੇਖਾਂਗੇ ਕਿ ਖੁਦਾਵੰਦ ਦੀ ਆਵਾਜ਼ ਜਿਹੜੀ ਹੈ ਉਹਦਾ ਜ਼ਬੂਰ ਨਵੀਸ ਦਾਊਦ ਜਿਹੜਾ ਵੇ ਉਹ ਉਹਨੂੰ ਕਿਵੇਂ ਬਿਆਨ ਕਰਦਾ। ਸੋ ਜ਼ਬੂਰ ਨੰਬਰ 29 ਜੀ, ਦਾਊਦ ਦਾ ਜ਼ਬੂਰ, ਟਾਈਟਲ ਇਹਦਾ ਇਹ ਕਹਿ ਰਿਹਾ ਕਿ ਦਾਊਦ ਦਾ ਜ਼ਬੂਰ ਹੈ। ਸੋ ਬਾਕੀ ਸਾਰੇ ਜ਼ਬੂਰਾਂ ਤੇ ਵੈਸੇ ਪਿੱਛੇ ਪੂਰੀ ਤਰਤੀਬ ਵੇਖੇ ਆਉਣ ਡਏ ਆ ਕਿ ਸਿੰਪਲ ਜਿਹਾ ਟੌਪਿਕ ਹੈ ਉਹਦਾ, ਅਲ ਮਜ਼ਮੂਰ ਔਰ ਮਜ਼ਮੂਰ ਲਾ ਦਾਵੀਦ ਜਾਂ ਦਾਊਦ का ਜ਼ਬੂਰ ਹੈ, ਬਾਕੀ ਸਰਨਾਮੇ ਤੇ ਕੁਛ ਵੀ ਨਹੀਂ ਹੈ। ਸੋ ਆਵਾਜ਼ ਇਟਸ ਵੈਰੀ ਇੰਪੋਰਟੈਂਟ। ਤੁਹਾਨੂੰ ਪਤਾ ਵੇ ਕਿ ਸਾਡਾ ਜਿਹੜਾ ਇੰਡੀਅਨ ਪੰਜਾਬੀ ਪਾਕਿਸਤਾਨੀ ਕਲਚਰ ਹੈ, ਇਟ ਇਜ਼ ਸਾਊਂਡ ਬੇਸ, ਇਟ ਇਜ਼ ਨਾਟ ਪੇਪਰ ਬੇਸ, ਇਟ ਇਜ਼ ਨਾਟ ਕੋਗਨੀਟਿਵ ਰਿਟਨ ਬੇਸ। ਅਸੀਂ ਆਵਾਜ਼ ਦੇ ਜ਼ਰੀਏ, ਗੱਲ ਬੋਲੀ ਦੇ ਜ਼ਰੀਏ ਔਰ ਇੱਕ ਦੂਜੇ ਦੇ ਨਾਲ ਜਿਹੜਾ ਵਰਡ ਆਫ ਮਾਊਥ ਹੈ ਉਹਨੂੰ ਅਸੀਂ ਬੜੀ ਇੰਪੋਰਟੈਂਟ ਦਿੰਦੇ ਹਾਂ ਕਿ ਜਿੱਥੇ ਬੰਦਾ ਆਪਣੀ ਜ਼ੁਬਾਨ 'ਤੇ ਜਿਹੜਾ ਬੰਦਾ ਕਾਇਮ ਨਹੀਂ ਰਹਿੰਦਾ, ਉਹ ਮਾਸ਼ਰੇ 'ਚ ਸ਼ਰਮਿੰਦਗੀ ਉਹਨੂੰ ਹੁੰਦੀ ਹੈ ਕਿ ਯਾਰ ਇਹ ਬੰਦੇ ਦੀ ਗੱਲ ਬੋਲੀ ਕੋਈ ਨਹੀਂ, ਮਤਲਬ ਆਪਣੀ ਜ਼ੁਬਾਨ 'ਤੇ ਕਾਇਮ ਨਹੀਂ ਰਹਿੰਦਾ। ਠੀਕ ਹੈ। ਸੋ ਆਵਾਜ਼ ਇਜ਼ ਵੈਰੀ ਇੰਪੋਰਟੈਂਟ। ਈਵਨ ਜਿਹੜੇ ਸਾਡੇ ਗਾਣੇ ਨੇ ਬੜੇ ਬੜੇ ਮਸ਼ਹੂਰ ਗਾਣੇ ਨੇ, ਜਿਵੇਂ ਲਤਾ ਮੰਗੇਸ਼ਕਰ ਦਾ ਇੱਕ ਗਾਣਾ ਸੀ ਜੀ ਕਿ ਮੇਰੀ ਆਵਾਜ਼ ਹੀ ਮੇਰੀ ਪਹਿਚਾਨ ਹੈ ਗਰ ਯਾਦ ਰਹੇ, ਯਾਨੀ ਸਾਡੀ ਜਿਹੜੀ ਪਹਿਚਾਨ ਹੈ, ਜਿਹੜੀ ਲੋਕਾਂ ਦੀ ਆਵਾਜ਼, ਯੂਨੀਕ ਵੌਇਸ ਖੁਦਾ ਨੇ ਦਿੱਤੀ ਹੁੰਦੀ ਹੈ। ਐਂਡ ਜੀ ਇੱਕ ਹੋਰ ਬੜਾ ਮਸ਼ਹੂਰ ਗਾਣਾ ਸੀ 70s ਬਲੈਕ ਐਂਡ ਵਾਈਟ ਦੌਰ ਦਾ, ਆਵਾਜ਼ ਦੇ ਕਰ ਹਮੇ ਤੁਮ ਬੁਲਾਓ, ਮੁਹੱਬਤ ਮੈਂ ਨਾ ਇਤਨਾ ਹਮੇ ਸਤਾਓ। ਕਿਉਂ ਜੀ ਅੰਕਲ ਜੀ, ਤੁਹਾਡੇ ਦੌਰ ਦਾ ਗਾਣਾ ਚੌਹਾਨ ਸਾਹਿਬ? ਹਾਂਜੀ ਹਾਂਜੀ ਠੀਕ ਹੈ ਜੀ, ਹਾਂਜੀ। ਓਕੇ ਜੀ। ਇਹਦੇ ਬਾਰੇ ਇੱਕ ਹੋਰ ਸੀ ਬੜਾ ਅੱਛਾ ਜੀ ਕਿ ਆਵਾਜ਼ ਦੇ ਕਹਾਂ ਹੈ ਦੁਨੀਆ ਮੇਰੀ, ਕੀ ਹੈ ਜੀ ਅੱਗੇ ਅੱਗੇ ਜਵਾਂ ਹੈ। ਠੀਕ ਹੈ ਜੀ। ਸੋ ਤੁਸੀਂ ਵੇਖਦੇ ਹੋ ਜੀ ਕਿ ਗਾਣੇ ਹੋ ਜਾਣ, ਭਾਵੇਂ ਗੀਤ ਹੋ ਜਾਣ, ਗਜ਼ਲਾਂ ਹੋ ਜਾਣ, ਸ਼ਾਇਰੀ ਹੋ ਜਾਏ, ਉਹਦੇ ਵਿੱਚ ਆਵਾਜ਼ ਦੈਟਸ ਪਾਵਰਫੁਲ ਕੰਪੋਨੈਂਟ, ਅਸੀਂ ਉਹਨੂੰ ਕਹਿੰਦੇ ਹਾਂ। ਈਵਨ ਅਜੇ ਅਸੀਂ ਜਦੋਂ ਅੱਗੇ ਫਾਸਟ ਫਾਰਵਰਡ ਆਈਏ, ਆਪਣੇ ਦੌਰ ਦੇ ਵਿੱਚ ਆਈਏ, ਟੈਕਨੋਲੋਜੀ ਨੇ ਆਵਾਜ਼ ਨੂੰ ਬੜਾ ਬੜਾ ਯੂਜ਼ ਕੀਤਾ ਹੋਇਆ। ਮਤਲਬ ਤੁਸੀਂ ਵੇਖੋਗੇ ਜਿਨ੍ਹਾਂ ਕੋਲ ਆਈਫੋਨ ਨੇ ਉਹ ਵੌਇਸ ਦੇ ਨਾਲ ਟੱਚ ਹੋਏ ਨੇ, ਕਈ ਸਿਰੀ ਤੁਹਾਡੀ ਆਵਾਜ਼ ਸੁਣਦੀ ਹੈ ਤੇ ਜਨਾਬ ਤੁਹਾਨੂੰ ਖੋਲ੍ਹ ਕੇ ਦੇ ਹਟਦੀ ਹੈ। ਠੀਕ ਹੈ ਜੀ। ਤੇ ਐਨ ਜੀ ਅਸੀਂ ਵੇਖਦੇ ਹਾਂ ਕਾਰ ਜਿਹੜੇ ਨੇ, ਕਾਰਾਂ ਦੇ ਅਲਾਰਮ, ਘਰਾਂ ਦੇ ਅਲਾਰਮ ਜਿਹੜੇ ਨੇ ਉਹ ਲੋਕਾਂ ਦੀ ਆਵਾਜ਼ ਦੇ ਨਾਲ ਜਿਹੜੇ ਨੇ ਅਟੈਚ ਹੋਏ ਹੋਏ ਨੇ। ਠੀਕ ਹੈ। ਸੋ ਆਵਾਜ਼, ਵੌਇਸ ਇਟਸ ਵੈਰੀ ਇੰਪੋਰਟੈਂਟ। ਲੇਕਿਨ ਜਦੋਂ ਅਸੀਂ ਖੁਦਾ ਦੀ ਗੱਲ ਕਰਨੇ ਆ, ਖੁਦਾ ਦੇ ਕਲਾਮ ਦੀ ਗੱਲ ਕਰਨੇ ਆ ਮੇਰੇ ਜੀਜ਼ੋ, ਤੇ ਬੜੇ ਲੋਕੀ ਦਾਅਵੇ ਕਰਦੇ ਨੇ ਔਰ ਉਹਨਾਂ ਦੇ ਪਰਸਨਲ ਐਕਸਪੀਰੀਅੰਸ ਵੀ ਹੋਣਗੇ, ਉਹਨਾਂ ਦੇ ਮਤਲਬ ਉਹਨਾਂ ਦੀ ਲਾਈਫ ਦੇ ਵਿੱਚ ਐਸੇ ਵਾਕਿਏ ਵੀ ਆਏ ਹੋਣਗੇ ਕਿ ਜਿਹਦੇ ਵਿੱਚ ਉਹਨਾਂ ਨੇ ਖੁਦਾ ਦੀ ਆਵਾਜ਼ ਜਿਹੜੀ ਹੈ ਉਹ ਆਪਣੀ ਕਿਸੇ ਨਾ ਕਿਸੇ ਸਿਚੁਏਸ਼ਨ ਦੇ ਵਿੱਚ ਸੁਣੀ ਹੈ। ਔਰ ਜਿੰਨੇ ਖੁਦਾ ਦੇ ਲੋਕ ਨੇ ਉਹਨਾਂ ਦੇ ਬਾਰੇ ਖੁਦਾਵੰਦ ਯਿਸੂ ਮਸੀਹ ਨੇ ਕਿਹਾ ਸੀ ਯਹੋਨਾ ਦੀ ਇੰਜੀਲ 10ਵੇਂ ਬਾਬ ਦੇ ਵਿੱਚ ਕਿ ਮੇਰੀ ਭੇੜੇ ਮੇਰੀ ਆਵਾਜ਼ ਕੋ ਸੁਣਦੀ।
ਸੋ ਜਿਹੜੀਆਂ ਤੇ ਭੇਡਾਂ ਨੇ ਨਾ ਉਹ ਤੇ ਸੁਣ ਲੈਂਦੀਆਂ ਨੇ ਆਵਾਜ਼, ਤਾਂ ਭੇਡੂ ਤੇ ਜਿਹੜੇ ਨੇ ਆਪਣਾ ਡੰਗਰ ਤੇ ਮਾਰ ਆਪਣਾ ਖੁਦਾ ਕਹਿੰਦਾ ਜੀ ਕਿ ਤੁਸੀਂ ਜਾਨਵਰਾਂ ਵਾਂਗੂ ਨਾ ਬਣੋ, ਮੇਰੀ ਆਵਾਜ਼ ਨਹੀਂ ਸੁਣਦੇ, ਨਾ ਹੋ ਖੋਤਿਆਂ ਖਚਰਾਂ ਵਾਂਗਰ ਤੂੰ, ਕਿ ਕੁਝ ਵੀ ਨਹੀਂ ਹੈ ਸਮਝ ਉਹਨਾਂ ਨੂੰ, ਠੀਕ ਹੈ, ਉਹਨਾਂ ਨੂੰ ਸਮਝ ਨਹੀਂ ਹੁੰਦੀ। ਲੇਕਿਨ ਜਿਹੜੀ ਭੇਡ ਹੈ ਉਹ ਖੁਦਾਵੰਦ ਯਿਸੂ ਮਸੀਹ ਦੀ ਆਵਾਜ਼ ਕੀ ਕਰ ਲੈਂਦੀ ਹੈ, ਸੁਣ ਲੈਂਦੀ ਹੈ। ਸੋ ਇਸ ਲਈ ਅੱਜ ਅਸੀਂ ਜਦੋਂ ਖਾਸ ਤੌਰ ਤੇ ਜ਼ਬੂਰ 29 ਤੇ ਜਾਵਾਂਗੇ, ਤੇ ਮੇਰੇ ਜਿਸ ਤੋਂ ਮੈਂ ਤੁਹਾਡੇ ਨਾਲ ਜਿਹੜੀਆਂ ਦੋ ਤਿੰਨ ਚੀਜ਼ਾਂ ਜਿਹੜੀਆਂ ਅੱਜ ਇੰਪੋਰਟੈਂਟ ਜਿਹੜੀਆਂ ਮੈਂ ਵੀ ਸਿੱਖੀਆਂ ਨੇ ਨਵੀਆਂ, ਔਰ ਮੈਂ ਅਕਸਰ ਜ਼ਿਕਰ ਕਰਨਾ ਵਾ ਕਿ ਜਿੰਨੇ ਚਿਰ ਤੱਕ ਮੈਂ ਆਪ ਕੋਈ ਨਵੀਂ ਸ਼ੈ ਨਾ ਸਿੱਖਾਂ, ਮੈਨੂੰ ਉਹਨੂੰ ਕਨਵੇ ਕਰਨ ਦਾ ਅੱਗੇ ਮਤਲਬ ਸਵਾਦ ਨਹੀਂ ਹੁੰਦਾ, ਮਤਲਬ ਆਈ ਡੋਂਟ ਫੀਲ ਕਿ ਜੀ ਮੈਂ ਕੋਈ ਖੁਦਾ ਦੀ ਮੈਂ ਕੋਈ ਖਿਦਮਤ ਕਰਨ ਲੱਗਾ ਵਾਂ ਜੀ, ਮੈਂ ਪੁਰਾਣਾ ਹਰ ਚੀਜ਼ ਪੁਰਾਣੇ ਤੜਕੇ ਲਾ ਕੇ ਦੇਣੀ ਹੈ। ਤੇ ਐਨੀਵੇ, ਸੋ ਜਿਹੜੀਆਂ ਖੁਦਾ ਦੀ ਆਵਾਜ਼ ਸੁਣਨ ਦੇ ਐਕਸਪੀਰੀਅੰਸ ਨੇ ਨਾ, ਵੇਖੋ ਦੋ ਤਿੰਨ ਮਤਲਬ ਹਰ ਬੰਦੇ ਦਾ ਆਪਣਾ ਐਕਸਪੀਰੀਅੰਸ ਹੈ, ਲੇਕਿਨ ਜਿਹੜੀ ਮੈਂ ਚੀਜ਼ਾਂ ਆਬਜ਼ਰਵ ਕੀਤੀਆਂ ਔਰ ਕਈਆਂ ਲੋਕਾਂ ਕੋਲ ਸੁਣੀਆਂ ਵੀ ਕਹਾਣੀਆਂ, ਅੱਛਾ ਕਈ ਲੋਕ ਨੇ ਦੇਰ ਆਰ ਸਰਟਨ ਫਿਲਾਸਫੀਜ਼ ਜਿਹੜੇ ਯੂਜ਼ ਕਰਦੇ, ਮਤਲਬ ਇੱਕ ਫਿਲਾਸਫੀ ਹੈ, ਇੱਕ ਮੇਰੇ ਖਿਆਲ ਇਟਸ ਅ ਲੈਟਿਨ ਵਰਡ, ਕੇ ਸਿਰਾ ਸਿਰਾ। ਇੱਕ ਗਾਣਾ ਵੀ ਆਇਆ ਸੀ, ਮਾਧੁਰੀ ਡਿਕਸ਼ਤ ਨੇ ਤੇ ਇੱਕ ਗਾਣਾ ਵੀ ਗਾਇਆ ਪਰਫਾਰਮ ਕੀਤਾ ਹੋਇਆ, ਇੰਡੀਅਨ ਅਦਾਕਾਰਾ ਸੀ ਜਿਹੜੀ, ਕੇ ਸਿਰਾ ਸਿਰਾ। ਕੇ ਸਿਰਾ ਦਾ ਮਤਲਬ ਜੀ ਵਾਟ ਐਵਰ ਵਿਲ ਬੀ। ਸਾਡੇ ਪਾਕਿਸਤਾਨ ਦੇ ਵਿੱਚ ਜਿਹੜਾ ਸੀ ਨਾ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਜ਼ੁਲਫਕਾਰ ਅਲੀ ਭੁੱਟੋ, ਕਿਹਾ ਜਾਂਦਾ ਜੀ ਉਹ ਬੜਾ ਗਾਣਾ ਇਹ ਲਫ਼ਜ਼ ਯੂਜ਼ ਕਰਦਾ ਸੀ, ਕੇ ਸਿਰਾ ਸਿਰਾ, ਵਾਟ ਐਵਰ ਵਿਲ ਬੀ, ਜੋ ਹੋਗਾ ਦੇਖਾ ਜਾਏਗਾ, ਠੀਕ ਹੈ ਨਾ। ਕੁਛ ਲੋਕ ਨੇ ਜਿਹੜੇ ਨਾ ਇਹ ਫਿਲਾਸਫੀ ਦੇ ਤਹਿਤ ਬਾਈਬਲ ਨੂੰ ਪੜ੍ਹਦੇ ਨੇ, ਉਹ ਕੀ ਕਰਦੇ ਨੇ, ਉਹ ਕਹਿੰਦੇ ਨੇ ਪ੍ਰਭੂ ਜੀ ਅੱਜ ਮੈਂ ਦਿਨ ਸ਼ੁਰੂ ਕਰਨ ਲੱਗਾ ਵਾਂ ਤੇ ਮੇਰੇ ਨਾਲ ਕਲਾਮ ਕਰ, ਤੇ ਅੱਖਾਂ ਬੰਦ ਕਰਕੇ ਜਿਹੜਾ ਹਵਾਲਾ ਖੁੱਲ੍ਹ ਜਾਣਾ ਸਾਹਮਣੇ, ਠੀਕ ਹੈ, ਉਹਨੂੰ ਖੋਲ ਕੇ ਤੇ ਉਹ ਫਿਲ ਅਪ ਕਰਦੇ ਨੇ, ਅੱਛਾ ਜੀ ਅੱਜ ਖੁਦਾ ਮੈਨੂੰ ਇਹ ਕਹਿਣ ਡਿਆ, ਠੀਕ ਹੈ। ਐਨ ਜੀ ਇੱਕ ਬੰਦਾ ਸੀ, ਤੇ ਉਹ ਨਾ ਬੜਾ ਬਿਜ਼ਨਸ ਉਹਦਾ ਨੁਕਸਾਨ ਹੋਇਆ ਪਿਆ, ਤੇ ਬੜਾ ਪਰੇਸ਼ਾਨ, ਤੇ ਜਨਾਬ ਉਹ ਆਂਦਾ ਜੀ ਖੁਦਾਵੰਦਾ ਤੂੰ ਮੇਰੇ ਨਾਲ ਕਲਾਮ ਕਰ, ਅੱਜ ਮੈਂ ਕਲਾਮ ਖੋਲਾਂਗਾ ਤੇ ਮੈਂ ਜਿਹੜਾ ਤੂੰ ਮੈਨੂੰ ਦੱਸਣਾ ਕਿ ਮੈਂ ਕੀ ਕਰਨਾ ਹੈ। ਅੱਛਾ ਜੀ, ਉਹ ਜਨਾਬ ਉਹਨੇ ਇੰਜੀ ਨਾ ਸ਼ਗੂਨ ਦੇ ਤੌਰ ਤੇ, ਇੰਜੀ ਮੰਤਰ ਦੇ ਤੌਰ ਤੇ ਨਾ ਇੰਜੀ ਦੁਆ ਸ਼ੁਆ ਕਰਕੇ ਇੰਜੀ ਬਸ ਪੜ੍ਹਿਆ, ਖੋਲਿਆ, ਉਹ ਰੱਬੋਂ ਹੀ ਉਹਦੀ ਉਂਗਲੀ ਜਾ ਕੇ ਲੱਗ ਗਈ ਕਿ ਜੋ ਕੋਈ ਤੇਰੇ ਪਾਸ ਹੈ ਜਾ ਉਸੇ ਵੇਚ ਡਾਲ। ਉਹਨੂੰ ਯਕੀਨ ਨਾ ਹੈ, ਉਹ ਹੈ ਨਾ ਮਾਲਦਾਰ ਸ਼ਖਸ ਨੂੰ ਕਿਹਾ ਯਿਸੂ ਮਸੀਹ ਕੋਲ ਆਇਆ ਸੀ, ਉਹਨੂੰ ਕਿਹਾ ਸੀ ਨਾ ਕਿ ਜਾ ਸਭ ਕੁਝ ਵੇਚ ਬਾਚ ਕਰ ਤਾਂ ਕੀ ਕਰ, ਮੇਰੇ ਪਿੱਛੇ ਹੋ ਰਿਹਾ। ਅੱਛਾ, ਉਹ ਆਪਣੇ ਬਿਜ਼ਨਸ ਨੂੰ ਬਚਾਉਣ ਦੇ ਚੱਕਰਾਂ 'ਚ ਖੁਦਾ ਕੋ ਮੰਗਣ ਡਿਆ, ਤੇ ਉਹਦੀ ਉਂਗਲੀ ਕਿੱਥੇ ਜਾ ਪਈ, ਜਾ ਸਭ ਕੁਝ ਵੇਚ ਬਾਚ ਕਰ ਕੀ ਕਰ, ਮੇਰੇ ਪਿੱਛੇ ਹੋ ਰਿਹਾ। ਉਹ ਆਖੇ ਨਾ 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 ਇਹ ਤਾਂ ਮੇਰੇ ਲਈ ਨਹੀਂ ਹੈ, ਮਤਲਬ ਪਹਿਲਾਂ ਇਹ ਬਣ ਕੇ ਬੈਠਾ ਕਿ ਜੋ ਕਹੇਗਾ ਖੁਦਾ ਮੈਂ ਕਰਾਂਗਾ, ਠੀਕ ਹੈ ਨਾ। ਸੋ ਕਈ ਲੋਕ ਨੇ ਕੇ ਸਿਰਾ ਸਿਰਾ ਫਿਲਾਸਫੀ ਦੇ ਤਹਿਤ ਬਾਈਬਲ ਪੜ੍ਹਦੇ ਨੇ, ਉਹ ਕਹਿੰਦੇ ਨੇ ਜੀ ਬਸ ਜੋ ਵੀ ਆਏਗਾ ਉਹ ਸਾਡੇ ਵਾਸਤੇ। ਦਿਸ ਇਜ਼ ਅ ਰੋਂਗ ਪ੍ਰੋਸੈਸ, ਇਹ ਮਿਸਕਨਸੈਪਸ਼ਨ ਹੈ, ਇਹ ਗਲਤੀ ਹੈ, ਇਹਨੂੰ ਕਦੀ ਨਾ ਕਰਿਓ, ਠੀਕ ਹੈ। ਕਿਉਂਕਿ ਬਾਈਬਲ ਮੁਕੱਦਸ ਇਜ਼ ਵੈਰੀ ਕਲੀਅਰ, ਖੁਦਾ ਜਦੋਂ ਬੋਲਦਾ ਵੇ, ਖੁਦਾ ਜਦੋਂ ਲੋਕਾਂ ਨੂੰ ਗਾਈਡ ਕਰਦਾ, ਦੇਰ ਆਰ ਸਰਟਨ ਪ੍ਰਿੰਸੀਪਲਸ ਜਿਹੜੇ ਖੁਦਾ ਨੇ ਰੱਖੇ ਨੇ, ਔਰ ਖੁਦਾ ਦਾ ਕਮਿਊਨੀਕੇਸ਼ਨ ਵੇ ਜਿਹੜਾ ਵੇ ਇਟ ਇਜ਼ ਆਲਵੇਜ਼ ਟੂ ਵੇਜ਼। ਖੁਦਾ ਤੁਹਾਨੂੰ ਅਸ਼ੋਰੈਂਸ ਦੇਗਾ ਐਕਸਟਰਨਲ ਐਂਡ ਇੰਟਰਨਲ ਵੇਜ਼ ਦੇ ਜ਼ਰੀਏ ਨਾਲ, ਨਾਟ ਓਨਲੀ ਕਿ ਤੁਹਾਂ ਕੀ ਪਰਸੀਵ ਕੀਤਾ ਵੇ, ਤੁਸੀਂ ਕਿਹੜਾ ਮੰਤਰ ਜੰਤਰ ਲਾ ਕੇ ਕਿਹੜੀ ਜੰਤਰੀ ਘੁਮਾਉਣ ਲੱਗੇ ਹੋ ਤਾਂ ਕਿ ਤੁਹਾਨੂੰ ਸਮਝ ਲੱਗ ਜਾਏ। ਸੋ ਡੋਂਟ ਡੂ ਦੈਟ, ਦਿਸ ਇਜ਼ ਡਿਸੈਪਸ਼ਨ। ਠੀਕ, ਖੁਦਾ ਦੇ ਕਲਾਮ ਨੂੰ ਸ਼ਗੂਨ ਦੇ ਤੌਰ ਤੇ, ਮੰਤਰ ਦੇ ਤੌਰ ਤੇ ਇੰਜ ਕਦੀ ਯੂਜ਼ ਨਾ ਕਰੋ। ਇਹਦੇ ਨਾਲ ਨਾਲ ਸਾਡੇ ਕੋਲ ਹੋਰ ਵੀ ਬੜੇ ਐਕਸਪੀਰੀਅੰਸਿਸ ਨੇ ਜਿਹੜੇ ਲੋਕੀ ਕਰਦੇ ਨੇ, ਲੇਕਿਨ ਮੈਂ ਅੱਜ ਦਾਵਤ ਦੇਵਾਂਗਾ ਜਿਹੜੇ ਸਾਡੇ ਨਾਲ ਦੋਸਤ ਨੇ, ਪੈਨਲਿਸਟ ਨੇ, ਅੰਕਲ ਜੋਸ਼ਵਾ ਨੇ, ਭਾਈ ਚੌਹਾਨ ਨੇ, ਸਿਸਟਰ ਜੋਤੀ ਹੈ, ਐਂਜਲ ਹੈ, ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਖੁਦਾ ਨੇ ਤੁਹਾਨੂੰ ਐਕਸਪੀਰੀਅੰਸ ਦਿੱਤੇ ਹੋਣਗੇ। ਕੋਈ ਇੱਕ ਐਸਾ ਐਕਸਪੀਰੀਅੰਸ ਸ਼ੇਅਰ ਕਰੋ ਜਿਹਦੇ ਵਿੱਚ ਤੁਹਾਨੂੰ ਲੱਗਿਆ ਹੋਇਆ ਕਿ ਖੁਦਾ ਨੇ ਮੇਰੇ ਨਾਲ ਕਲਾਮ ਕੀਤਾ ਔਰ ਮੈਨੂੰ ਖੁਦਾ ਨੇ ਆਵਾਜ਼ ਜਿਹੜੀ ਹੈ ਉਹ ਦਿੱਤੀ ਹੈ। ਸੋ ਲੈਟਸ ਸਟਾਰਟ ਵਿਦ ਲੇਡੀਜ਼ ਫਸਟ। ਸੋ ਐਂਜਲ ਤੋਂ ਸ਼ੁਰੂ ਕਰ ਰਹੇ ਹਾਂ, ਦੈਨ ਸਿਸਟਰ ਜੋਤੀ, ਔਰ ਫਿਰ ਚੌਹਾਨ ਸਾਹਿਬ, ਤੇ ਫਿਰ ਅੰਕਲ ਜੋਸ਼ਵਾ ਤੇ ਆਉਂਦੇ ਹਾਂ। ਹਾਂਜੀ। ਮੈਂ ਆਪਣੀ ਜ਼ਿੰਦਗੀ ਵਿੱਚ ਅਜ਼ਮਾਇਆ ਹੈ ਤਾਂ ਜਦ ਵੀ ਮੈਂ ਕੁਛ ਮੰਗਿਆ ਆ ਔਰ ਕਿਸੇ ਚੀਜ਼ ਦੀ ਕਨਫਿਊਜ਼ਨ ਰਹੀ ਹੋਵੇ ਮੇਰੇ ਜ਼ਿਹਨ ਵਿੱਚ, ਤਾਂ ਜਦ ਵੀ ਦੁਆ ਰਾਹੀਂ ਉਸ ਚੀਜ਼ ਨੂੰ ਮੰਗਿਆ, ਆਈ ਆਲਵੇਜ਼ ਰਿਸੀਵਡ ਐਨ ਆਨਸਰ, ਚਾਹੇ ਉਹ ਸੰਡੇ ਸਰਵਿਸ ਵਿੱਚ ਹੋਵੇ ਔਰ ਜੋ ਵੀ ਮੈਂ ਪਾਸਟਰਸ ਨੂੰ ਆਨਲਾਈਨ ਫੋਲੋ ਕਰਦੀ ਹਾਂ। ਦੋ ਇੰਸਟੈਂਸਿਸ ਵੈਰੀ ਸਪੈਸਿਫਿਕ ਸੀ ਮੇਰੀ ਲਾਈਫ ਵਿੱਚ, ਜਦ ਮੈਂ ਕਾਫੀ ਕਨਫਿਊਜ਼ ਰਹੀ ਕਿ ਮੈਂ ਕਿਹੜੇ ਪ੍ਰੋਫੈਸ਼ਨ ਵਿੱਚ ਜਾਣਾ ਆ। I was like, there is PA and ਬਹੁਤ ਸਾਰੇ medical professions ਆ, and ਉਹਦੇ ਬਾਅਦ I was stayed confused, and ਜਦ ਮੈਂ ਇੱਕ sermon ਸੁਣਿਆ, pastor ਕਾਫੀ specific ਸੀ ਕਿ Bible ਖੁਦਾ ਨੂੰ ਪਸੰਦ ਨਹੀਂ ਕਰਦਾ ਜੋ ਇਨਸਾਨ ਨੀਮ ਗਰਮ ਹੋਵੇ, lukewarm, ਕਿ ਜੋ ਵੀ ਚੀਜ਼ ਕਰਨੀ ਹੈ you should be very specific about it, and that was a turning point for me। ਮੈਂ ਉਸ ਚੀਜ਼ ਬਾਅਦ ਚੋਂ ਸੋਚਿਆ, I was like, yeah, ਜੋ ਮੈਂ profession ਚਾਹਨੀ ਮੈਨੂੰ ਉਸੇ ਵਿੱਚ ਰਹਿਣਾ ਚਾਹੀਦਾ। I shouldn't think ਕਿ backup plans ਕੀ ਹੋਣੇ ਚਾਹੀਦੇ ਆ, maybe this, maybe that। And then a second time was jad main kafi I was beginning to be very hopeless, kafi meri umeed dig rahi si, jad main application de time mainu kafi rejections pehle aun lag pe, so main kafi confused rahi। I was like, I don't know agar mainu shayad reapply karna pave, and tada si church nave aana start hoye si, and pastor ne sermon ditta si Queen Esther te,
and that she was very courageous and bold in her faith. And that time I was like, yes, this sermon is for me. And हमेशा जो भी मैं जिस चीज़ ਵਿੱਚ ਵੀ ਮੇਰਾ ਉਮੀਦ ਘਬਰਾਈ ਆ ਔਰ ਜਦ ਵੀ ਮੈਨੂੰ ਲੱਗਿਆ ਮੇਰਾ ਈਮਾਨ ਕਮਜ਼ੋਰ ਪੈ ਰਿਹਾ ਮੈਨੂੰ ਹਮੇਸ਼ਾ ਵਚਨ ਰਾਹੀਂ ਉਸ ਚੀਜ਼ ਨੂੰ I think ਮੇਰਾ ਈਮਾਨ ਵਧਿਆ ਆ। ਆਮੀਨ। ਕੁਈਨ ਐਸਰ ਵਾਲਾ ਮੈਂ ਕਲਾਮ ਸੁਣਾਇਆ ਸੀ? Yeah. ਅੱਛਾ, ਲਓ ਮੈਨੂੰ ਪਤਾ ਹੀ ਨਹੀਂ। ਐਨੀਵੇ ਥੈਂਕ ਸੀ ਯੂ। ਮੈਨੂੰ ਯਾਦ ਹੈ। ਓਕੇ, ਹਾਂਜੀ ਜੀ। ਹਾਂਜੀ ਪਾਸਟਰ ਜੀ, ਬਹੁਤ ਸਾਰੀਆਂ ਚੀਜ਼ਾਂ ਏਦੀਆਂ ਹੁੰਦੀਆਂ ਜਦੋਂ ਆਪਾਂ ਕਈ ਵੇਲੇ ਸੋਚ ਲੈਂਦੇ ਹਾਂ ਕਿ ਆਪਾਂ ਪ੍ਰਾਰਥਨਾ ਦੇ ਵਿੱਚ ਖੁਦਾਵੰਦ ਸਾਡੀਆਂ ਜਦੋਂ ਅਸੀਂ ਪ੍ਰਾਰਥਨਾ ਦੇ ਵਿੱਚ ਹੁੰਦੇ ਕਿ ਖੁਦਾਵੰਦ ਸਾਡੀਆਂ ਪ੍ਰਾਰਥਨਾਵਾਂ ਨਹੀਂ ਸੁਣਦਾ, ਪਰ ਉਸ ਚੀਜ਼ ਨੂੰ ਹਮੇਸ਼ਾ ਟਾਈਮ ਲੱਗਦਾ ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ ਖੁਦਾ ਦੇ ਅੱਗੇ। ਖੁਦਾਵੰਦ ਛੋਟੀ ਤੋਂ ਛੋਟੀ ਸਾਡੀ ਪ੍ਰਾਰਥਨਾ ਨੂੰ ਵੀ ਉਹ ਸੁਣਦਾ ਹੈ, ਲੇਕਿਨ ਪ੍ਰਭੂ ਸਾਡੇ ਲਈ ਉਹ ਚੀਜ਼ ਉਸ ਟਾਈਮ ਦਿੰਦਾ ਜਦੋਂ ਸਾਨੂੰ ਉਸਦੀ ਜ਼ਰੂਰਤ ਹੁੰਦੀ ਹੈ, ਔਰ ਜਦੋਂ ਸਾਨੂੰ ਉਸਦੀ ਜ਼ਰੂਰਤ ਨਹੀਂ ਹੁੰਦੀ ਖੁਦਾਵੰਦ ਉਹ ਸਾਡੇ ਲਈ ਉਹ ਚੀਜ਼ਾਂ ਪ੍ਰਭੂ ਜੇ ਅਸੀਂ ਆਪਣੇ ਈਮਾਨ ਦੇ ਨਾਲ ਖੁਦਾਵੰਦ ਦੇ ਅੱਗੇ ਮੰਗਦੇ ਤਾਂ ਉਹ ਸਾਡੀਆਂ ਚੀਜ਼ਾਂ ਨਹੀਂ ਹੁੰਦੀਆਂ। ਅਸੀਂ ਮੇਰੀ ਛੋਟੀ ਅਗਵਾਈ ਵੀ ਹੈ ਕਿ ਪਿਛਲੇ ਲਾਸਟ ਥੋੜੇ ਦਿਨਾਂ ਤੋਂ ਜਦੋਂ ਕੋਵਿਡ ਚੱਲ ਰਿਹਾ ਸੀ ਤੇ ਕਾਫੀ ਸਲੂਨਾਂ ਦਾ ਵੀ ਹੋਇਆ ਸੀਗਾ ਕਿ ਸਾਨੂੰ ਕਾਫੀ ਸਲੂਨ 2-3 ਖਾਲੀ ਦਿਖੇ ਜਿਹੜੇ ਪਹਿਲਾਂ ਚੱਲ ਰਹੇ ਸੀ ਕਾਫੀ ਵਧੀਆ, ਔਰ ਅਸੀਂ ਦੇਖਣ ਵੀ ਗਏ। ਉਹ ਅਸੀਂ ਸੋਚਦੇ ਸੀਗੇ ਕਿ ਅਸੀਂ ਇਸ ਚਲੋ ਹੁਣ ਜਿਹੜਾ ਟਾਈਮ ਚੱਲਦਾ ਅਗਰ ਅਸੀਂ ਇੱਥੇ ਵੀ ਜਗ੍ਹਾ ਲੈ ਕੇ ਅਸੀਂ ਖੋਲੀਏ ਸਲੂਨ ਨੂੰ ਤਾਂ ਚਲੋ ਥੋੜਾ ਬਹੁਤ ਸਾਡਾ ਚੱਲੇਗਾ, ਪਰ ਅਸੀਂ ਜਿੱਥੇ ਅਸੀਂ ਕਾਲ ਕਰਦੇ ਸੀ ਸਾਨੂੰ ਬੈਕ ਉਹਦਾ ਜਵਾਬ ਹੀ ਨਹੀਂ ਸੀ ਆਉਂਦਾ। ਅਸੀਂ ਬਹੁਤ ਕੋਸ਼ਿਸ਼ ਕੀਤੀ ਕਿ ਉਹਨਾਂ ਸਲੂਨਾਂ ਦੇ ਓਨਰ ਜਿਹੜੇ ਸੀਗੇ ਲੈਂਡਲੋਰਡ ਸੀਗੇ ਅਸੀਂ ਉਹਨਾਂ ਨਾਲ ਗੱਲਬਾਤ ਕਰੀਏ, ਪਰ ਇਹ ਵੀ ਪ੍ਰਭੂ ਦੀ ਇੱਕ ਮਰਜ਼ੀ ਸੀ ਕਿਉਂਕਿ ਸਾਡੇ ਲਈ ਉਹ ਬਿਜ਼ਨਸ ਉਸ ਟਾਈਮ ਨਹੀਂ ਸੀਗਾ, ਔਰ ਖੁਦਾ ਦੀ ਮਰਜ਼ੀ ਹੋਰ ਸੀ ਕਿ ਜਿਹੜਾ ਅਸੀਂ ਬਿਜ਼ਨਸ ਪਹਿਲਾਂ ਚਾਹੁੰਦੇ ਸੀਗੇ ਉਹੀ ਪ੍ਰਭੂ ਨੇ ਸਾਡੇ ਲਈ ਰੱਖਿਆ ਸੀ। ਅਸੀਂ ਪ੍ਰਾਰਥਨਾ ਦੇ ਵਿੱਚ ਰੱਖਦੇ ਖੁਦਾਵੰਦ ਸਾਨੂੰ ਐਸਾ ਕੋਈ ਬਿਜ਼ਨਸ ਦੇ ਜੋ ਜਿੱਥੇ ਅਸੀਂ ਦੋਨੇ ਕਰ ਸਕੀਏ ਕੰਮ, ਦਾ ਅਸੀਂ ਆਪਣੀ ਫੈਮਿਲੀ ਦੇ ਨਾਲ ਮਿਲ ਕੇ ਕਰ ਸਕੀਏ। ਅਸੀਂ ਕਾਫੀ ਕੋਸ਼ਿਸ਼ ਕੀਤੀ ਉਸ ਜਗ੍ਹਾ ਨੂੰ। ਇਹ ਮੇਰਾ ਖੁਦ ਦਾ ਐਕਸਪੀਰੀਅੰਸ ਹੈ ਕਿ ਅਸੀਂ ਉਹਨਾਂ ਦਿਨਾਂ ਵਿੱਚ ਪ੍ਰਭੂ ਦੇ ਹੁਕਮ ਤੋਂ ਬਿਨਾਂ ਕੁਛ ਵੀ ਨਹੀਂ ਕਰ ਸਕਦੇ। ਪ੍ਰਭੂ ਨੇ ਸਾਨੂੰ ਐਸਾ ਉਹਨਾਂ ਲੋਕਾਂ ਦਾ ਖੁਦਾ ਨੇ ਮੂੰਹ ਮੋੜਿਆ ਸਾਡੇ ਵੱਲੋਂ ਕਿ ਸਾਨੂੰ ਉਹਨਾਂ ਨੇ ਵਾਪਸ ਕਾਲ ਹੀ ਨਹੀਂ ਕੀਤੀ, ਜਦੋਂ ਕਿ ਸਾਰੇ ਉਹ ਸ਼ਾਪਾਂ ਵੀ ਖਾਲੀ ਪਈਆਂ ਸੀ, ਉੱਥੇ ਸੇਮ ਬਿਜ਼ਨਸ ਸੀ ਸਲੂਨ ਜਿਹੜੇ ਪਹਿਲਾਂ ਸੀਗੇ। ਪਰ ਖੁਦਾਵੰਦ ਨੇ ਅਸੀਂ ਪ੍ਰਾਰਥਨਾ ਵਿੱਚ ਰੱਖਦੇ ਸੀ ਕਿ ਖੁਦਾਵੰਦ ਸਾਨੂੰ ਛੋਟਾ ਜਿਹਾ ਕੋਈ ਬਿਜ਼ਨਸ ਦੇ। ਪ੍ਰਭੂ ਨੇ ਸਾਨੂੰ ਜਿਸ ਬਿਜ਼ਨਸ ਦੀ ਅਸੀਂ ਗੱਲ ਕਾਫੀ ਪਹਿਲਾਂ 2-3 ਸਾਲ ਪਹਿਲਾਂ ਕਰਕੇ ਬੰਦ ਕਰ ਦਿੱਤੀ ਸੀ, ਉਸ ਟਾਈਮ ਸਾਡੇ ਵਿੱਚ ਨਹੀਂ ਸੀ ਉਹਨਾਂ ਓਪਨੈਸ ਨਹੀਂ ਦੇ ਸਕਦੀ, ਪਰ ਖੁਦਾਵੰਦ ਨੇ ਉਹੀ ਬਿਜ਼ਨਸ ਸਾਨੂੰ ਉਸੇ ਬਿਜ਼ਨਸ ਦਾ ਸਾਨੂੰ ਪ੍ਰਭੂ ਨੇ ਲੈ ਕੇ ਦਿੱਤਾ ਜਿਹੜਾ ਬਿਜ਼ਨਸ ਅਸੀਂ ਪਹਿਲਾਂ ਸੋਚਦੇ ਸੀਗੇ। ਖੁਦਾਵੰਦ ਦੀ ਮਰਜ਼ੀ ਹੁੰਦੀ ਹੈ, ਲੇਕਿਨ ਅਸੀਂ ਪ੍ਰਾਰਥਨਾ ਦੇ ਵਿੱਚ ਹਮੇਸ਼ਾ ਔਰ ਪ੍ਰਭੂ ਵੀ ਕਹਿੰਦਾ ਮੈਨੂੰ ਠੱਠਿਆਂ ਦੇ ਵਿੱਚ ਔਰ ਜਾਂ ਮੈਨੂੰ ਬੇਮਤਲਬ ਨਾ ਅਜ਼ਮਾਓ, ਕਿਉਂਕਿ ਪ੍ਰਭੂ ਦੇ ਅੱਗੇ ਜਦੋਂ ਅਸੀਂ ਛੋਟੀਆਂ ਤੋਂ ਛੋਟੀਆਂ ਗੱਲਾਂ ਦੀ ਵੀ ਪ੍ਰਾਰਥਨਾ ਕਰਦੇ। ਬਹੁਤ ਸਾਰੇ ਐਕਸਪੀਰੀਅੰਸ ਹੈ, ਮੇਰਾ ਖੁਦ ਦਾ ਐਕਸਪੀਰੀਅੰਸ ਹੈ ਕਿ ਮੈਂ ਸਿੱਖ ਫੈਮਿਲੀ ਦੇ ਵਿੱਚੋਂ ਆ, ਮੇਰੀ ਮੈਰਿਜ ਕ੍ਰਿਸਚਨ ਲੜਕੇ ਨਾਲ ਹੋਈ ਔਰ ਮੈਂ ਪ੍ਰਭੂ ਨੂੰ ਉਸ ਤੋਂ ਬਾਅਦ ਹੀ ਜਾਣਿਆ, ਜਿੰਨਾ ਵੀ ਜਾਣਿਆ ਖੁਦਾਵੰਦ ਦੇ ਵਿੱਚ ਮੈਂ ਬਾਅਦ ਵਿੱਚ ਆਈ। ਮੈਨੂੰ ਇੱਥੋਂ ਤੱਕ ਕਿ ਮੈਂ ਟੈਸਟਮਨੀ ਆਪਣੀ ਸ਼ੇਅਰ ਵੀ ਕੀਤੀ ਹੈ ਮੈਂ ਜਿੰਨਾ ਸਾਡੀ ਪ੍ਰੇਅਰ ਗਰੁੱਪ ਹੈ ਸਿਸਟਰਾਂ ਦੇ ਨਾਲ, ਕਿ ਮੈਨੂੰ ਕੁਛ ਵੀ ਨਹੀਂ ਪਤਾ ਸੀ ਕ੍ਰਿਸਚੈਨਿਟੀ ਬਾਰੇ ਸ਼ਾਦੀ ਤੋਂ ਪਹਿਲਾਂ। ਜਿੱਦਣ ਸਾਡੀ ਮੈਰਿਜ ਹੋਈ ਆ ਉਸ ਤੋਂ ਬਾਅਦ ਮੈਂ ਇਹਨਾਂ ਦੇ ਜਦੋਂ ਗਲੇ ਦੇ ਵਿੱਚ ਚੇਨ ਪਾਈ ਦੇਖੀ ਉਹਦੇ ਵਿੱਚ ਕ੍ਰੋਸ ਸੀ, ਤਾਂ ਮੈਂ ਇਹਨਾਂ ਨੂੰ ਪੁੱਛਿਆ ਕਿ ਇਹ ਕੀ ਆ, ਕਿਉਂਕਿ ਪ੍ਰਭੂ ਨੇ ਜਦੋਂ ਸਾਨੂੰ ਚੁਣਨਾ ਹੈ ਖੁਦਾਵੰਦ ਸਾਨੂੰ ਲੈ ਕੇ ਆਉਂਦਾ ਹੈ, ਉਸਨੇ ਮੈਨੂੰ ਐਸੀ ਫੈਮਿਲੀ ਦੇ ਵਿੱਚੋਂ ਚੁਣਿਆ ਹੈ ਜਿੱਥੇ ਇਸ ਦਾ ਨਾਮ ਵੀ ਨਹੀਂ ਸੀਗਾ। ਪ੍ਰਭੂ ਯਿਸੂ ਦਾ ਨਾਮ ਅਸੀਂ ਕਦੀ ਸੁਣਿਆ ਵੀ ਨਹੀਂ ਸੀ, ਸਾਡੀ ਬੈਕਗ੍ਰਾਉਂਡ ਐਸੀ ਆ ਔਰ ਮੈਂ ਸਿੱਖ ਫੈਮਿਲੀ ਦੇ ਵਿੱਚੋਂ ਇਹ ਮੇਰੀ ਜ਼ਿੰਦਗੀ ਦੀ ਬਹੁਤ ਵੱਡੀ ਗਵਾਹੀ ਆ। ਔਰ ਅੱਜ ਮੈਂ ਪ੍ਰਭੂ ਬਾਰੇ ਇੰਨਾ ਕੁਛ ਜਾਣਦੀ ਹਾਂ ਕਿ ਖੁਦਾਵੰਦ ਨੇ ਮੈਨੂੰ ਜਿੰਨੀ ਵੀ ਨੌਲੇਜ ਦਿੱਤੀ, ਚਾਹੇ ਮੈਨੂੰ ਥੋੜੀ ਆ ਜਾਂ ਜ਼ਿਆਦੀ ਆ, ਲੇਕਿਨ ਮੈਂ ਇਹ ਸੋਚਦੀ ਹਾਂ ਕਿ ਮੇਰਾ ਪ੍ਰਭੂ ਯਿਸੂ ਤੋਂ ਬਿਨਾਂ ਹੋਰ ਕੋਈ ਵੀ ਨਹੀਂ ਹੈ, ਕਿਉਂਕਿ ਮੈਂ ਉਹ ਸਭ ਕੁਛ ਜਦੋਂ ਕਿ ਮੈਂ ਉਹ ਸਭ ਕੁਛ ਪੜ੍ਹਦੀ ਵੀ ਸੀ, ਲੇਕਿਨ ਮੈਨੂੰ ਉਸ ਗੁਰਦੁਆਰੇ ਅਸੀਂ ਜਾਂਦੇ ਸੀ ਉਹਦੇ ਵਿੱਚ ਮੈਨੂੰ ਸਾਨੂੰ ਸਭ ਪਤਾ ਹੈ, ਜਿਸ ਦਾ ਤੁਸੀਂ ਪਿਛਲੇ ਸੰਡੇ ਵੀ ਦੱਸਿਆ ਕਿ ਉਹਨਾਂ ਦੇ ਰੂਲ ਰੈਗੂਲੇਸ਼ਨ ਬਹੁਤ ਜ਼ਿਆਦਾ ਹੁੰਦੇ ਹਨ। ਇੱਥੋਂ ਤੱਕ ਕਿ ਮੈਂ ਮੇਰੇ ਜਿਹੜੇ ਫਾਦਰ ਨੇ ਉਹ ਗੁਰਬਾਣੀ ਕਰਦੇ ਆ ਜਦੋਂ ਗੁਰਦੁਆਰੇ ਦੇ ਵਿੱਚ ਕੋਈ ਵੀ ਪ੍ਰੋਗਰਾਮ ਹੁੰਦਾ ਹੈ, ਤੇ ਉਹਨਾਂ ਦਾ ਬਹੁਤ ਹਾਰਡਲੀ ਹੈਗਾ। ਲੇਕਿਨ ਪ੍ਰਭੂ ਖੁਦਾਵੰਦ ਨੇ ਜਦੋਂ ਸਾਨੂੰ ਚੁਣਨਾ ਹੁੰਦਾ, ਪ੍ਰਭੂ ਨੇ ਮੈਨੂੰ ਐਸਾ ਚੁਣਿਆ। ਮੇਰੀ ਫੈਮਿਲੀ ਇੰਨੀ ਸਖਤ ਹੈ, ਮੇਰੇ ਡੈਡੀ ਨੇ ਸਖਤ ਆ, ਲੇਕਿਨ ਜਦੋਂ ਸਾਡੀ ਮੈਰਿਜ ਹੋ ਗਈ ਖੁਦਾਵੰਦ ਨੇ ਐਸਾ ਉਹਨਾਂ ਨੂੰ ਵੀ ਨਰਮ ਕੀਤਾ ਕਿ ਉਹਨਾਂ ਨੇ ਅੱਜ ਤੱਕ ਕਦੀ ਕੋਈ ਸਵਾਲ ਨਹੀਂ ਕੀਤਾ ਕਿ ਤੂੰ ਏਦਾਂ ਵਿਆਹ ਕਿਉਂ ਕਰਾਇਆ ਜਾਂ ਤੁਸੀਂ ਏਦਾਂ ਕਿਤੇ। ਲੇਕਿਨ ਇਹ ਵੀ ਇੱਕ ਜ਼ਰੀਆ ਸੀ ਕਿ ਪ੍ਰਭੂ ਨੇ ਮੈਨੂੰ ਚੁਣਨਾ ਸੀ ਆਪਣੀ ਸੇਵਾ ਲਈ, ਔਰ ਮੇਰੀ ਜ਼ਿੰਦਗੀ ਦਾ ਇਹ ਸਭ ਤੋਂ ਵੱਡੀ ਗਵਾਹੀ ਹੈ ਖੁਦਾ ਦੀ ਕਿ ਖੁਦਾ ਨੇ ਮੈਨੂੰ ਐਸੀ ਫੈਮਿਲੀ ਚੋਂ ਕੱਢ ਕੇ ਲਿਆਂਦਾ ਜਿੱਥੇ ਮੈਂ ਕਦੀ ਪ੍ਰਭੂ ਯਿਸੂ ਦਾ ਨਾਮ ਵੀ ਨਹੀਂ ਸੀ ਸੁਣਿਆ। ਆਮੀਨ ਆਮੀਨ। ਖੁਦਾ ਨੇ ਵਸੀਲਾ ਬਣਾਇਆ। ਜੀ ਚੌਹਾਨ ਸਾਹਿਬ। ਜੀ ਖੁਦਾਵੰਦ ਦੀ ਆਵਾਜ਼ ਨੂੰ ਸੁਣਨ ਦਾ ਜਿਹੜਾ ਐਕਸਪੀਰੀਅੰਸ ਹੈ ਉਹ 1996 ਚ ਜਦੋਂ ਮੈਂ ਪਹਿਲੀ ਦਫਾ ਖੁਦਾਵੰਦ ਨੂੰ
ਮੈਂ ਨਹੀਂ ਖੁਦਾਵੰਦ ਨੂੰ ਕਬੂਲ ਕੀਤਾ ਬਲਕਿ ਖੁਦਾ ਨੇ ਮੈਨੂੰ ਚੁਣ ਲਿਆ। ਪਹਿਲੀ ਦਫਾ ਮੈਂ ਨਹੀਂ ਸਾਂ ਸੁਣਦਾ, ਐਕਚੁਅਲੀ ਮੇਰੇ ਮਨਵਰ ਭਾਈ ਜਿਹੜੇ ਕਿ ਪ੍ਰੇਅਰ ਕਰ ਰਹੇ ਸਨ, ਉਹਨਾਂ ਨੇ ਮੈਨੂੰ ਕਿਹਾ ਕਿ ਮਸੀਹ ਨੇ ਮੈਨੂੰ ਕਿਹਾ ਕਿ ਇਹ ਕਾਸ਼ਿਫ ਮੇਰਾ ਨਾਂ ਹੈ, ਲੇਕਿਨ ਮੇਰੇ ਘਰ ਵਾਲੇ ਜਿਹੜੇ ਬਚਪਨ ਦਾ ਨਾਂ ਹੈ ਕਾਸ਼ੀ, ਕਹਿੰਦੇ ਨੇ ਕਾਸ਼ੀ ਮੇਰਾ ਹੈ, ਇਹ ਮੇਰੇ ਗੀਤ ਗਾਏਗਾ। ਇਹ 1996 ਵਿੱਚ ਮੈਂ ਕੁਛ ਨਹੀਂ ਸਾ ਗਾਉਂਦਾ, ਮੈਨੂੰ ਕੁਛ ਨਹੀਂ ਸੀ ਪਤਾ। ਉਹਦੇ ਬਾਅਦ ਖੁਦਾਵੰਦ ਨੇ ਬਹੁਤ ਤਾਲੀਮ ਉਹਨੇ ਆਪਣੀ ਦਿੱਤੀ, ਔਰ ਉਹ ਬੋਲ ਕੇ ਵੀ ਦਿੱਤੀ, ਰੋਇਆ ਦੇ ਥਰੂ ਵੀ ਦਿੱਤੀ। ਮੈਂ ਆਪਣੀਆਂ ਕਈ ਬਚਪਨ ਦੇ ਤੌਰ ਤੇ ਬਚਪਨ ਤੋਂ ਬੰਦੇ ਦਾ ਹੁੰਦਾ ਕਿ ਜੀ ਮੇਰੀ ਇਹ ਮੁਸ਼ਕਿਲ ਹੈ, ਮੈਨੂੰ ਜਵਾਬ ਦੇ, ਕਿਉਂਕਿ ਬੰਦੇ ਨੂੰ ਤਸੱਲੀ ਚਾਹੀਦੀ ਹੁੰਦੀ ਹੈ। ਇਹ ਇਨੀਸ਼ੀਅਲ ਲਰਨਿੰਗ ਸੀ, ਤੇ ਜਿਸ ਤਰ੍ਹਾਂ ਵਕਤ ਗੁਜ਼ਰਿਆ ਸਮਝ ਆਈ ਕਿ ਖੁਦਾਵੰਦ ਕੋਲੋਂ ਮੰਗ ਕੇ ਜਵਾਬ ਨਹੀਂ ਮੰਗੀਦਾ ਹੁੰਦਾ। ਖੁਦਾਵੰਦ ਦੇ ਅੱਗੇ ਸਿਰਫ ਕਹਿ ਦੇਣਾ ਹੀ ਕਾਫੀ ਹੁੰਦਾ, ਬਲਕਿ ਦਿਲ 'ਚ ਸੋਚ ਲੈਣਾ ਹੀ ਕਾਫੀ ਹੁੰਦਾ। ਕਈ ਦਫਾ ਇਸ ਤਰ੍ਹਾਂ ਹੁੰਦਾ ਕਿ ਅਸੀਂ ਸਿਰਫ ਇੰਤਜ਼ਾਰ ਨਹੀਂ ਕਰ ਪਾਉਂਦੇ, ਜਾਂ ਸਾਡੀ ਹਿੰਮਤ ਜਿਹੜੀ ਉਹ ਜਵਾਬ ਦੇ ਗਈ ਹੁੰਦੀ ਹੈ ਗਮ ਦੇ ਨਾਲ, ਜਾਂ ਬੇਈਮਾਨੀ ਦੇ ਨਾਲ, ਜਾਂ ਖੌਫ ਦੇ ਨਾਲ। ਤੇ ਬੜੀਆਂ ਮੇਰੇ ਕੋਲ ਮਿਸਾਲਾਂ ਨੇ, ਮਗਰ ਮੈਂ ਸਭ ਤੋਂ ਆਸਾਨ ਮਿਸਾਲ ਇਹ ਰੱਖਾਂਗੇ, ਖੁਦਾਵੰਦ ਨੇ ਮੈਨੂੰ 1996 ਚ ਇਹ ਦੱਸਿਆ ਕਿ ਇਹ ਮੇਰੇ ਗੀਤ ਗਾਏਗਾ। ਤੇ ਉਸ ਸਾਲ ਤੋਂ ਲੈ ਕੇ 2001 ਚ 2021 ਹੁਣ ਤੁਹਾਡੇ ਸਾਹਮਣੇ ਹੈ। ਔਰ ਪਹਿਲੀ ਦਫਾ ਮੈਂ, ਹਾਲਾਂਕਿ ਇਸ ਚੀਜ਼ ਨੂੰ ਮੈਂ ਨਹੀਂ ਚੁਣੀ, ਐਰਿਕ ਭਾਈ ਨੇ ਮੈਨੂੰ ਕਾਲ ਕੀਤਾ ਕਿ ਦਾ ਹੁਣ ਮਕਸਦ ਇਹ ਹੈ ਕਿ ਮੈਂ ਪੰਜਾਬੀ ਜ਼ਬੂਰ ਦੇਸੀ ਰਾਗਾਂ ਵਿੱਚ ਉਹਦੇ ਸਾਰੇ ਜ਼ਬੂਰ ਜਿਹੜੇ ਨੇ ਉਹ ਪਬਲਿਸ਼ ਕਰਾਂਗਾ। ਜਦੋਂ ਵੀ ਮੈਂ ਇਸ ਚੀਜ਼ ਨੂੰ ਦੇਖਣਾ, ਉਹ ਮੈਨੂੰ ਖੁਦਾ ਦੇ ਇੱਕ ਪਲਾਨ ਦੇ ਬਾਰੇ ਚ ਜਿਹੜਾ ਉਹਨੇ ਮੈਨੂੰ ਦੱਸਿਆ ਨਜ਼ਰ ਆਉਂਦਾ। ਔਰ ਇਸੇ ਤਰ੍ਹਾਂ ਬੇਸ਼ੁਮਾਰ ਓਕੇ ਜੀ, ਵੀ ਲੌਸਟ ਚੌਹਾਨ ਸਾਹਿਬ, ਲੇਕਿਨ ਚਲੋ ਦੁਬਾਰਾ ਰੀਕਨੈਕਟ ਹੁੰਦੇ ਨੇ। ਤੇ ਉਹਨੇ ਚਿਰ ਤੱਕ ਅਸੀਂ ਅੰਕਲ ਜੋਸ਼ੂਆ ਨੂੰ ਗੁਜ਼ਾਰਿਸ਼ ਕਰਨਾ, ਅੰਕਲ ਜੀ ਆਪਣਾ ਐਕਸਪੀਰੀਅੰਸ ਦੱਸੋ ਖੁਦਾ ਦੀ ਆਵਾਜ਼ ਸੁਣਨ ਦਾ। ਮੈਂ 2017 ਦੇ ਵਿੱਚ ਕੋਈ 182 ਰੋਜ਼ੇ ਰੱਖੇ। ਉਸ ਸਾਲ ਦੇ ਵਿੱਚ ਮੇਰੇ ਦਿਲ ਦੇ ਵਿੱਚ ਇੱਕ ਲਗਨ ਸੀ ਕਿ ਮੈਂ ਖੁਦਾ ਦੀ ਨਜ਼ਦੀਕੀ ਦੇ ਵਿੱਚ ਜਾਣਾ। ਤੇ ਖੁਦਾ ਕੋ ਮੈਂ ਮੰਗਦਾ ਸੀ, ਜੋ ਖੁਦਾ ਨੇ ਮੈਨੂੰ ਉਹ ਨਹੀਂ ਦਿੱਤਾ, ਉਹਨੇ ਮੈਨੂੰ ਕੁਝ ਹੋਰ ਦੇ ਦਿੱਤਾ। ਅੰਕਲ ਜੀ ਸ਼ੇਅਰ ਕਰੋਗੇ ਤੁਹਾਡੀ ਗੁਜ਼ਾਰਿਸ਼ ਕੀ ਸੀ, ਤੁਹਾਨੂੰ ਮਿਲਿਆ ਕੀ, ਤੁਸੀਂ ਕੀ ਮੰਗਿਆ? ਮੈਂ ਇਹੋ ਹੀ ਗੁਜ਼ਾਰਿਸ਼ ਸੀ ਮੇਰੀ ਕਿ ਮੈਂ ਜਿਸ ਤਰ੍ਹਾਂ ਬਿਮਾਰਾਂ ਦੇ ਉੱਤੇ ਦੁਆ ਕਰਾਂ ਤੇ ਉਹ ਠੀਕ ਹੋਣ, ਸ਼ਿਫਾ ਪਾਉਣ, ਹਾਂਜੀ, ਤੇ ਮੁਨਾਦੀ ਕਰਾਂ ਉਹਦੀ, ਜਿੰਨੀ ਵੀ ਮੈਂ ਕਰ ਸਕਦਾ ਆਪਣੇ ਟਾਈਮ ਦੇ ਵਿੱਚ, ਇਹ ਮੈਂ ਮੰਗਦਾ ਸੀ। ਤੇ ਪਰ ਖੁਦਾ ਨੇ ਮੈਨੂੰ ਇੱਕ ਪਾਸਟਰ ਸੀ ਜਿਨ੍ਹਾਂ ਨੂੰ ਮੈਂ ਨਾ ਜਾਣਦਾ ਸੀ ਤੇ ਨਾ ਹੀ ਉਹ ਮੈਨੂੰ ਜਾਣਦੇ ਸੀ, ਤੇ ਫੇਸਬੁੱਕ ਦੇ ਉੱਤੇ ਜੇ ਸੀ ਉਹਨਾਂ ਦਾ ਕੋਈ ਰਾਤ ਨੂੰ ਮੈਨੂੰ ਕੋਈ 1-1:30 ਵਜੇ ਦੇ ਨਾਲ ਫੋਨ ਆਇਆ। ਉਹਨਾਂ ਦੇ ਤੇ ਦਿਨ ਸੀ ਪਾਕਿਸਤਾਨ 'ਚ, ਤੇ ਉਹਨਾਂ ਨੇ ਮੇਰਾ ਨਾਂ ਲੈ ਕੇ ਤੇ ਮੈਨੂੰ ਆਖਿਆ, ਮੈਂ ਕਿਹਾ ਹਾਂ ਮੈਂ ਹੀ ਜੋਸ਼ੂਆ। ਤੇ ਉਹ ਕਹਿੰਦੇ ਵੀ ਮੈਨੂੰ ਖੁਦਾ ਨੇ ਆਖਿਆ ਕਿ ਜੋਸ਼ੂਆ ਨੂੰ ਆਖ ਵੀ ਮੇਰੇ ਲਈ ਗੀਤ ਲਿਖੇ। ਮੈਂ ਕਿਹਾ ਬਈ ਮੈਂ ਤਾਂ ABCD ਨਹੀਂ ਜਾਣਦਾ ਇਹਦੀ ਗੀਤ ਦੀ, ਮੈਂ ਗਾਉਣਾ ਜ਼ਰੂਰ ਹੈ, ਜ਼ਬੂਰ ਗਾ ਲਈਦੇ ਨੇ, ਬਾਕੀ ਇਹ ਆ ਵੀ ਕਾਲਜ ਟਾਈਮ ਤੱਕ ਫਿਲਮੀ ਗੀਤ ਵੀ ਗਾਏ ਨੇ, ਹਾਂਜੀ। ਤੇ ਮੈਂ ਕਿਹਾ, ਮੈਂ ਕਹਿੰਦੇ ਜੀ ਮੈਨੂੰ ਨਹੀਂ ਪਤਾ, ਮੈਂ ਤੁਹਾਨੂੰ ਦੱਸ ਦਿੱਤਾ, ਇਹ ਮਤ ਸੋਚਣਾ ਕਿ ਵੀ ਮੈਂ ਸੰਗੀਤ ਵੀ ਬਣਾਉਣਾ, ਕੰਪੋਜ਼ ਕਰਦਾ, ਲਿਖਦਾ ਵਾਂ, ਤੇ ਮੈਂ ਤਾਂ ਕਰਕੇ ਤੁਹਾਨੂੰ ਆਖਿਆ। ਮੈਂ ਕਿਹਾ ਬਈ ਠੀਕ ਹੈ, ਜੇ ਤੁਹਾਨੂੰ ਖੁਦਾ ਨੇ ਆਖਿਆ ਤੇ ਖੁਦਾ ਮੈਨੂੰ ਵੀ ਆਖੇਗਾ। ਤੇ ਮੈਂ ਕਿਹਾ ਮੈਂ ਵੀ ਦੁਆ ਕਰਾਂਗਾ। ਤੇ ਅਜੇ ਮੇਰੇ 40 ਉਸ ਸੈਸ਼ਨ ਦੇ ਵਿੱਚ ਮੇਰੇ 40 ਰੋਜ਼ੇ ਪੂਰੇ ਹੋਣ ਨੂੰ 3 ਕੁ ਦਿਨ ਰਹਿੰਦੇ ਸੀ। ਮੈਂ ਦੁਆ ਕਰਕੇ ਰਾਤ ਨੂੰ ਮੈਂ ਸੌਂ ਗਿਆ। ਸਵੇਰੇ ਉੱਠਿਆ ਮੈਂ ਤਾਂ ਆਪਣੇ ਕੰਮ ਤੇ ਚਲਾ ਗਿਆ। ਦੁਪਹਿਰ ਨੂੰ ਮੈਨੂੰ ਇਸ ਤਰ੍ਹਾਂ ਹੋਵੇ ਵੀ ਜਿੱਦਾਂ ਤੂੰ ਇੱਥੋਂ ਉੱਠ ਜਾ, ਜਿੱਦਾਂ ਆਪਾਂ ਕੁਲੀਗ ਦੇ ਨਾਲ ਬੈਠ ਕੇ 4 ਜਣੇ ਅਸੀਂ ਖਾਣਾ ਖਾਂਦੇ ਸੀ, ਤੇ ਮੈਂ ਰੋਟੀ ਬਹੁਤ ਜਲਦੀ ਖਾ ਲੈਂਦੀ, ਸਪੀਡ ਮੇਰੀ ਕਾਫੀ ਹੈ।
ਤੇ ਉਹ ਮੈਨੂੰ ਏਦਾਂ ਹੋਵੇ ਵੀ ਜਿੱਦਾਂ ਕੋਈ ਚੀਜ਼ ਮੈਨੂੰ ਕਹਿ ਰਹੀ ਵੀ ਤੂੰ ਇੱਥੋਂ ਉੱਠ, ਤੇ ਮੈਂ ਉਹਨਾਂ ਨੂੰ ਕਹਿ ਕੇ ਤੇ ਮੈਂ ਆਪਣੀ ਸੀਟ ਤੇ ਚਲਾ ਗਿਆ। ਤੇ ਇੱਕ ਮੈਂ ਛੋਟੀ ਜਿਹੀ ਦੁਆ ਕੀਤੀ ਤੇ ਮੈਂ ਕਾਗਜ਼ ਪੈਨਸਲ ਲਈ, ਰਫ ਕਾਗਜ਼ ਸੀ ਮੇਰੇ ਕੋਲ ਪਏ ਦੇ, ਤੇ ਮੈਂ ਅੱਧੇ ਘੰਟੇ ਦੇ ਵਿੱਚ ਖੁਦਾ ਨੇ ਮੈਨੂੰ 3 ਗੀਤ ਦਿੱਤੇ। ਤੇ ਉਹ ਮੈਂ ਫਿਰ ਉਹਨਾਂ ਦੀ ਕਾਲ ਆਈ ਅਗਲੇ ਦਿਨ ਤੇ ਜਾਵੇਦ ਸਾਹਿਬ ਦੀ, ਤੇ ਉਹਨਾਂ ਨੂੰ ਮੈਂ ਉਹ ਗੀਤ ਦੇ ਦਿੱਤੇ। ਮੈਂ ਕਿਹਾ ਵੀ ਹੱਸਿਓ ਨਾ ਜੇ, ਵੀ ਜੋ ਵੀ ਹੈ ਖੁਦਾ ਨੇ ਮੈਨੂੰ ਦਿੱਤਾ ਇਹ ਇਹੋ ਹੀ ਨੇ, ਇਹ ਆ। ਤੇ ਉਹ ਕਹਿੰਦੇ ਵੀ ਨਹੀਂ ਬਹੁਤ ਅੱਛੇ ਨੇ, ਤੁਸੀਂ ਮੈਨੂੰ 2 ਘੰਟੇ ਦਿਓ, ਮੈਂ ਕੰਪੋਜ਼ ਕਰਕੇ ਤੇ ਇਹਨੂੰ ਤੁਹਾਨੂੰ ਮੈਂ ਭੇਜ ਦਿੰਦਾ। ਸਹੀ। ਹਾਂਜੀ। ਤੇ ਉਹ ਫਿਰ ਗੁਲਾਮ ਅਬਾਦ ਸਾਹਿਬ ਨੇ ਗਾਏ। ਉਹਨਾਂ ਨੇ ਵੀ ਕੋਈ ਏਦਾਂ ਨਹੀਂ ਕੀਤਾ ਵੀ ਹਾਂ ਵੀ ਨਵਾਂ ਸ਼ਾਇਰ ਹੈ, ਨਵੀਂ ਸ਼ਾਇਰੀ ਹੈ। ਤੇ ਉਹ ਕਹਿੰਦੇ ਵੀ ਨਹੀਂ ਬਹੁਤ ਅੱਛਾ, ਮੈਂ ਜ਼ਰੂਰ ਗਾਊਂਗਾ। ਉਹਨਾਂ ਨੂੰ ਪੈਸੇ ਦਿੱਤੇ, ਮਗਰ ਉਹ ਪੈਸੇ ਉਹਨਾਂ ਨੇ ਵਰਤੇ ਨਹੀਂ, ਉਸੇ ਤਰ੍ਹਾਂ ਹੀ ਆਪਣੇ ਕੋਲ ਰੱਖ ਛੱਡੇ। ਤੇ ਮੈਨੂੰ ਮੇਰਾ ਖਿਆਲ 2 ਮਹੀਨੇ ਬਾਅਦ ਜਦੋਂ ਗੀਤ YouTube ਤੇ ਆ ਗਏ, Facebook ਤੇ ਗਏ, ਤੇ ਮੈਨੂੰ कहने लगे भी जोशुआ साहब मैंने आपका पैसा जो है मेरे पास पड़ा हुआ, मेरा खर्चने को दिल नहीं करता, ना ही मैंने उनको छुआ है, भी पड़े हैं वैसे ही जैसे मिले मेरे को, तो मैं जावेद साहब को दे रहा हूँ। मैं कहा देखो ये तो आपके पैसे हैं, आप जिसको मर्जी दो, जो मर्जी करो। तो जावेद साहब ने मेरे काल दी ते उन्होंने मैं आख्या भी, मैं कहा भी ये पैसा जड़ा ये बेवा औरतों ਦੇ ਵਿੱਚ ਬਣਦੇ ਜਾਂ ਯਤੀਮ ਬੱਚੇ ਨੇ ਜਿਹੜੇ ਜਿਨ੍ਹਾਂ ਨੂੰ ਜ਼ਰੂਰਤ ਹੈ, ਇਹ ਪੈਸੇ ਨੂੰ ਆਪਣੇ ਕੋਲ ਨਾ ਰੱਖਿਓ। ਸਹੀ। ਬਾਕੀ ਖੁਦਾ ਨੇ ਉਹਦੇ ਬਾਅਦ ਮੈਨੂੰ ਜਿੱਦਾਂ ਇੱਕ ਰਾਤ ਨੂੰ ਮੈਨੂੰ ਆਵਾਜ਼ ਆਈ, ਜਿੱਦਾਂ ਸੈਮੂਅਲ ਜਦੋਂ ਛੋਟਾ ਸੀ ਤੇ ਉਹਨੂੰ ਆਵਾਜ਼ ਆਉਂਦੀ ਸੀ, ਤੇ ਮੈਨੂੰ ਪਹਿਲੀ ਆਵਾਜ਼ ਆਈ ਤੇ ਮੈਂ ਉੱਠਿਆ। ਇਸੇ ਕਮਰੇ 'ਚ ਮੈਂ ਸੌਣਾ, ਹਾਂਜੀ ਇੱਥੇ, ਤੇ ਮੈਂ ਉੱਠ ਕੇ ਤੇ ਬੈਠ ਗਿਆ। ਫਿਰ ਮੈਂ ਲੰਮਾ ਪੈ ਗਿਆ, ਲੇਟ ਗਿਆ। ਉਹਦੇ ਬਾਅਦ ਫਿਰ ਆਵਾਜ਼ ਆਈ ਜੋਸ਼ੂਆ, ਫਿਰ ਮੈਂ ਉੱਠ ਕੇ ਤੇ ਦੁਆ ਕਰਨ ਲੱਗ ਪਿਆ। ਉਹ ਆਵਾਜ਼ ਸੁਣੀ ਖੁਦਾ ਦੀ ਮੈਂ। ਉਹਦੇ ਬਾਅਦ ਮੈਨੂੰ ਖੁਦਾ ਨੇ, ਮੈਂ ਇੱਥੇ ਬੈਠਾ ਸੀ ਸਾਈਡ ਤੇ ਬੈਠ ਕੇ ਦੁਆ ਕਰਦਾ, ਜਿਹੜੀ ਮੇਰੀ ਮੈਂ ਜਗ੍ਹਾ ਬਣਾਈ ਦੀ ਆ ਉੱਥੇ ਆਪਣੀ, ਤੇ ਮੈਂ ਆਪਣੇ ਆਪ ਨੂੰ ਉੱਡਦਿਆਂ ਦੇਖਿਆ, ਆਪਣੀ ਬਾਡੀ ਨੂੰ। ਉਹ ਮੇਰੇ ਮਤਲਬ ਕਿ ਜਿੱਦਾਂ ਬੰਦਾ ਹੁੰਦਾ ਨਾ ਕੋਈ ਚੀਜ਼ ਪਹਿਲਾਂ ਨਾ ਦੇਖੀ ਹੋਵੇ ਤੇ ਉਹ ਹੈਰਾਨ ਹੋ ਜਾਂਦਾ ਵੀ ਇਹ ਕੀ ਹੋ ਗਿਆ। ਤੇ ਫਿਰ ਮੈਂ ਉਸੇ ਤਰ੍ਹਾਂ ਹੀ ਥੱਲੇ ਆ ਗਿਆ। ਫਿਰ ਮੈਨੂੰ ਖੁਦਾ ਨੇ ਜਿਹੜਾ ਉੱਪਰ ਤਖਤ ਜਿੱਥੇ ਲੱਗਾ ਦਾ, ਖੁਦਾ ਨੇ ਮੈਨੂੰ ਉਹ ਦਿਖਾਇਆ। ਉਹਦੇ ਚ ਜਿਸ ਤਰ੍ਹਾਂ ਉਹ ਖਰੂਬੀ ਨੇ ਉਹ ਜਾਂਦੇ ਨੇ, ਤੇ ਮੈਂ ਇਸ ਤਰ੍ਹਾਂ ਲਾਈਟ ਦੇਖੀ, ਬਹੁਤ ਵੱਡਾ ਤਖਤ ਆ, ਗੋਲਡਨ ਲਾਈਟਸ ਨੇ ਉਹਦੇ ਅੰਦਰ, ਤੇ ਖੁਦਾ ਦੇ ਤਖਤ ਦੇ ਉੱਤੇ ਨਜ਼ਰ ਨਹੀਂ ਤੁਹਾਡੀ ਟਿਕਦੀ। ਤੇ ਆਵਾਜ਼ ਮੈਂ ਇਹ ਜ਼ਰੂਰ ਉਹ ਸੁਣੀ ਹੈ, ਜਿਹੜੇ ਖਰੂਬੀ ਆਂਦੇ ਨੇ ਉਹਨਾਂ ਨੂੰ ਇੱਕ ਜਣਾ ਕਹਿ ਰਿਹਾ ਆਗੇ बढ़ो। ਮੈਂ ਬੜੇ ਉਸ ਚੀਜ਼ ਨੂੰ ਦੇਖ ਕੇ ਤੇ ਮੈਂ ਹੈਰਾਨ ਜਿਹਾ ਹੋ ਗਿਆ ਵੀ ਖੁਦਾ ਨੇ ਮੈਨੂੰ ਇਹ ਕਿੱਥੇ ਲੈ ਆਂਦਾ, ਕਿਆ ਚੀਜ਼ ਦਿਖਾ ਦਿੱਤੀ। ਉਹ ਫਿਰ ਮੈਂ ਪਾਸਟਰ ਜੋਇਲ ਕਾਂਤ ਨੇ, ਮੈਂ ਉਹਨਾਂ ਨਾਲ ਸ਼ੇਅਰ ਕੀਤਾ, ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਜੋਸ਼ੂਆ ਉਸ ਦੇ ਉੱਪਰ ਕੋਈ ਛੱਤ ਸੀ ਜਾਂ ਖੁੱਲਾ ਹੀ ਸੀ। ਮੈਂ ਕਿਹਾ ਨਹੀਂ, ਉਹਦੇ ਉੱਪਰ ਛੱਤ ਸੀ, ਕਵਰ ਸੀ ਸਾਰਾ ਹੀ। ਉਹ ਕਹਿੰਦੇ ਉਹ ਲਾਸਟ ਆ ਚੀਜ਼, ਤੇ ਤੂੰ ਲੱਕੀ ਬੰਦਾ ਜਿਹੜਾ ਤੈਨੂੰ ਖੁਦਾ ਨੇ ਇਹ ਚੀਜ਼ ਦਿਖਾਈ ਹੈ। ਸਹੀ। ਫਿਰ ਉਹਦੇ ਵਿੱਚ ਮੈਂ ਹੋਰ ਜ਼ਿਆਦਾ ਫਿਰ ਮੈਂ ਵਧਿਆ, ਦੁਆਵਾਂ ਕਰਨੀਆਂ ਸ਼ੁਰੂ ਕੀਤੀਆਂ। ਲੋਕਾਂ ਨੇ ਮੈਨੂੰ ਕਹਿਣਾ, ਜਾਂ ਮੈਂ ਆਪ ਕਹਿ ਦਿੰਦਾ ਸੀ ਕਿ ਹਾਂ ਵੀ ਮੈਂ ਤੇਰੇ ਲਈ ਦੁਆ ਕਰਾਂ, ਤੇ ਖੁਦਾ ਦਿਖਾਉਂਦਾ ਵੀ ਸੀ, ਪਰ ਬਹੁਤੀਆਂ ਚੀਜ਼ਾਂ ਦਾ ਮੈਨੂੰ ਇੰਨਾ ਇਲਮ ਨਹੀਂ ਸੀ ਹੁੰਦਾ ਵੀ ਇਹਨਾਂ ਦਾ ਮਤਲਬ ਕੀ ਹੈ। ਤੇ ਉਹ ਫਿਰ ਮੈਂ ਪਾਸਟਰ ਜੋਇਲ ਕਾਂਤ ਨੇ, ਉਹਨਾਂ ਨੂੰ ਮੈਂ ਦੱਸਦਾ ਹੁੰਦਾ ਸੀ ਵੀ ਪਾਸਟਰ ਜੀ ਇਹਦਾ ਕੀ ਮਤਲਬ ਹੈ, ਤੇ ਉਹ ਫਿਰ ਮੈਨੂੰ ਦੱਸਦੇ ਸੀ ਵੀ ਹਾਂ ਵੀ ਜੋਸ਼ੂਆ ਇਹਦਾ ਇਹ ਚੀਜ਼ ਦਾ ਮਤਲਬ ਹੈ, ਇਹ ਹੈ। ਠੀਕ ਹੈ ਜੀ ਅੰਕਲ ਜੀ, ਥੈਂਕ ਯੂ। ਚੌਹਾਨ ਸਾਹਿਬ ਤੁਹਾਡੀ ਗੱਲ ਅੱਧੀ ਰਹਿ ਗਈ ਸੀ, ਉਹਨੂੰ ਖਤਮ ਕਰੀਏ ਫਿਰ। ਮੈਨੂੰ ਇਹ ਪਤਾ ਨਹੀਂ ਵੀ ਕਿੱਥੋਂ ਤੱਕ ਮੈਂ ਡਿਸਕਨੈਕਟ ਹੋ ਗਿਆ ਸਾਂ, ਤੇ ਮੈਂ ਦੁਬਾਰਾ ਦੱਸਣਾ ਕਿ 1996 ਚ ਮੈਂ ਪਹਿਲੀ ਦਫਾ ਖੁਦਾਵੰਦ ਦੀ ਆਵਾਜ਼ ਨੂੰ ਸੁਣਿਆ। ਮੈਂ ਆਪ ਨਹੀਂ ਸੁਣਿਆ, ਬਲਕਿ ਮੇਰੇ ਭਾਈ ਜਿਹੜੇ ਮੇਰੇ ਲਈ ਦੁਆ ਕਰ ਰਹੇ ਸਨ, ਮੁਨੱਵਰ ਭਾਈ, ਉਹਨਾਂ ਨੇ ਮੈਨੂੰ ਕਿਹਾ ਕਿ ਕਾਸ਼ੀ ਤੂੰ ਖੁਦਾਵੰਦ ਦੇ ਗੀਤ ਗਾਏਗਾ। ਖੁਦਾਵੰਦ ਨੇ ਕਿਹਾ ਇਹ ਮੇਰੇ ਗੀਤ ਗਾਏਗਾ। ਇਹ 1996 ਚ ਮੈਂ ਕੋਈ ਗਾਣਾ ਵਾਣਾ ਨਹੀਂ ਸੀ ਗਾਉਂਦਾ, ਕੋਈ ਮਿਊਜ਼ਿਕ ਦਾ ਮੇਰਾ ਨਹੀਂ ਸੀ, ਲੇਕਿਨ ਵਕਤ ਦੇ ਨਾਲ ਨਾਲ ਜਿਸ ਤਰ੍ਹਾਂ ਚੱਲਦਾ ਰਿਹਾ, ਉਸ ਤੋਂ ਬਾਅਦ ਇੰਨੇ ਸਾਲਾਂ ਬਾਅਦ ਖੁਦਾ ਦਾ ਉਹ ਕੰਮ ਪੂਰਾ ਹੋਣਾ,
ਇਸ ਤਰ੍ਹਾਂ ਕਿ ਮੈਂ ਨਹੀਂ ਚੁਣਿਆ ਉਦੋਂ ਵੀ ਖੁਦਾਵੰਦ ਨੂੰ, ਬਲਕਿ ਉਹਨੇ ਮੈਨੂੰ ਚੁਣਿਆ। ਔਰ ਹੁਣ ਵੀ ਫਰਵਰੀ 'ਚ ਜਦੋਂ ਮਨੱਵਰ ਭਾਈ ਨੇ ਮੈਨੂੰ ਕਨੈਕਟ ਕੀਤਾ, ਸੌਰੀ ਆਰਿਕ ਭਾਈ ਨੇ ਮੇਰੇ ਨਾਲ ਕਨੈਕਟ ਕੀਤਾ ਕਿ ਜੀ ਇਹ ਬੁੱਕ ਹੈ, ਪਬਲਿਸ਼ ਕਰ ਰਹੇ ਹਾਂ, ਤੇ ਮੈਂ ਉਹਨੂੰ ਇਹਨਾਂ ਦੇ ਨਾਲ ਮਿਲ ਕੇ ਪਬਲਿਸ਼ ਕਰਨਾ ਸ਼ੁਰੂ ਕੀਤਾ। ਇਹ ਮੇਰੇ ਵਾਸਤੇ ਮੇਰੀ ਜ਼ਿੰਦਗੀ ਦੀ ਬੜੀ ਵੱਡੀ ਟੈਸਟਮਨੀ ਹੈ। ਲੇਕਿਨ ਇਹਦੇ ਇਲਾਵਾ ਖੁਦਾਵੰਦ ਨੇ ਉਸ ਦਿਨ ਤੋਂ ਆਨਵਰਡਸ, ਜਦੋਂ 1996 ਚ ਉਹਨਾਂ ਨੇ ਮੈਨੂੰ ਆਪਣਾ ਆਪ ਜ਼ਾਹਿਰ ਕੀਤਾ, ਬੇਸ਼ੁਮਾਰ ਵਕਤਾਂ ਦੇ ਉੱਤੇ, ਮੇਰੀ ਮੁਸ਼ਕਿਲ ਦੇ ਵਕਤਾਂ ਦੇ ਉੱਤੇ ਉਹਨੇ ਮੈਨੂੰ ਤਾਲੀਮ ਦਿੱਤੀ ਹੈ ਔਰ ਉਹਦੇ ਅੰਦਰ ਉਹਨੇ ਕਲਾਮ ਕੀਤਾ। ਇੱਕ ਖੂਬਸੂਰਤ ਮਿਸਾਲ ਹੈ ਮੇਰੇ ਕੋਲ ਕਿ ਮੈਂ ਕੱਲਾ ਰਹਿੰਦਾ ਸਾਂ ਲਾਹੌਰ 'ਚ, ਤੇ ਸ਼ਬੇ ਮਰਾਜ ਸੀ, ਬਾਹਰ ਬੜੇ ਪਟਾਕੇ ਚੱਲ ਰਹੇ ਸਨ, ਬੜਾ ਰੌਲਾ ਪਿਆ ਸੀ, ਤੇ ਮੈਂ ਸੌ ਨਹੀਂ ਸਾ ਪਾ ਰਿਹਾ ਕਿਉਂਕਿ ਮੈਂ ਅਗਲੇ ਦਿਨ ਕੰਮ ਤੇ ਜਾਣਾ ਸੀ। ਤੇ ਮੈਂ ਮੂੰਹ ਹੋ ਕੇ ਸੁੱਤਾ ਸਾਂ ਤੇ ਦਿਮਾਗ 'ਚ ਸੋਚਿਆ ਸੀ ਮਹਾਰਾਜ ਪਤਾ ਨਹੀਂ ਕੀ ਸ਼ੋਰ ਪਾਇਆ ਹੈ, ਮਹਾਰਾਜ ਕੀ ਹੈ? ਤੇ ਆਵਾਜ਼ ਆਈ ਮਹਾਰਾਜ ਮੈਂ ਹੂੰ। ਹੁਣ ਮੈਨੂੰ ਮਹਾਰਾਜ ਦਾ ਮਤਲਬ ਨਹੀਂ ਸੀ ਪਤਾ ਉਸ ਤਰ੍ਹਾਂ। ਉਰਦੂ ਜਿਹੜੀ ਸੀ ਮੇਰੀ ਕੋਈ ਏਡੀ ਅੱਛੀ ਨਹੀਂ ਸੀ ਡਿਕਸ਼ਨਰੀ, ਤੇ ਕਿਉਂਕਿ ਮੈਂ ਅੱਧਾ ਸੁੱਤਾ ਅੱਧਾ ਜਾਗਦਾ ਸਾਂ, ਆਈ ਵਾਜ਼ ਇਨ ਅ ਫਨੀ ਮੂਡ। ਤੇ ਮੈਂ ਪਤਾ ਨਹੀਂ ਇਹ ਕੀ ਆਵਾਜ਼ ਹੈ, ਮੈਂ ਕਿਹਾ ਮਹਾਰਾਜ, ਆਵਾਜ਼ ਸੁਣੀ ਮਹਾਰਾਜ ਮੈਂ ਹੂੰ। ਮੈਂ ਕਿਹਾ ਇਹ ਮੈਂ ਕੌਣ ਹੈ? ਤੇ ਜਵਾਬ ਮਿਲਿਆ ਕਿ ਮੈਂ ਯਿਸੂ ਮਸੀਹ ਹੂੰ। ਉਸ ਆਵਾਜ਼ ਦੀ ਜਿਹੜਾ ਉਹਦੇ 'ਚ ਸੀ ਨਾ, ਇੱਕ ਉਹਦੇ ਲਹਿਜੇ 'ਚ ਇੱਕ ਤਾਕਤ ਸੀ ਜਿਹਦੇ ਨਾਲ ਕਿ ਮੈਂ ਕੰਬ ਗਿਆ ਜਦੋਂ ਮੈਂ ਇਹ ਆਵਾਜ਼ ਸੁਣੀ। ਔਰ ਉਸ ਵੇਲੇ ਤੱਕ ਵੀ ਮੈਨੂੰ ਨਹੀਂ ਸੀ ਪਤਾ ਕਿ ਮਹਾਰਾਜ ਮੈਂ ਹੂੰ ਦਾ ਮਤਲਬ ਕੀ ਹੈ। ਫਿਰ ਅਗਲੇ ਦਿਨ ਮੈਂ ਗਿਆ ਤੇ ਮੈਂ ਆਪਣੇ ਦੋਸਤਾਂ ਨੂੰ ਪੁੱਛਿਆ, ਉਹਨਾਂ ਨੇ ਡਿਕਸ਼ਨਰੀ ਕੱਢੀ ਕੇ ਮੈਨੂੰ ਦਿਖਾਇਆ ਕਿ खुदावंद के खुदा के नजदीक होना, खुदा की नजदीकी ਦਾ ਮਤਲਬ ਹੈ ਮਹਾਰਾਜ। ਮਹਾਰਾਜ ਜਿਹੜੀ ਆ ਉਹ ਉਚਾਈ ਹੈ, ਬੁਲੰਦੀ, ਇੰਨੀ ਕਿ ਤੁਸੀਂ ਖੁਦਾ ਦੇ ਕੋਲ ਪਹੁੰਚ ਜਾਓ। ਤੇ ਜਦੋਂ ਉਹਨੂੰ ਮੈਂ ਉਸ ਕੰਟੈਕਸਟ 'ਚ ਦੇਖਿਆ ਤੇ ਫਿਰ ਸਮਝ ਆਇਆ ਕਿ ਅੱਛਾ, ਜਿਸਨੇ ਮੁਝੇ ਦੇਖਾ ਉਸਨੇ ਖੁਦਾ को देखा। ਖੁਦਾ ਦੀ ਗੁਰਬਤ 'ਚ ਪਹੁੰਚਣ ਦਾ ਮਤਲਬ ਇਹ ਹੈ ਕਿ ਅਗਰ ਮਸੀਹ ਹੈ, ਉਹਦੇ ਥਰੂ ਤੁਸੀਂ ਖੁਦਾ ਤੱਕ ਪਹੁੰਚ ਸਕਦੇ ਹੋ। ਅਸਲ ਮਹਾਰਾਜ ਉਹ ਹੈ। ਇਹ ਇੱਕ ਛੋਟੀ ਜਿਹੀ ਮਿਸਾਲ ਹੈ ਜਿਹਦੇ 'ਚ ਖੁਦਾ ਨੇ ਤਾਲੀਮ ਦਿੱਤੀ, ਆਪਣੇ ਸ਼ਾਊਰ ਦੀ, ਆਪਣੀ ਸਮਝ ਦਿੱਤੀ। ਔਰ ਬੇਸ਼ੁਮਾਰ ਐਸੀਆਂ ਨੇ ਮੁਸ਼ਕਿਲ ਦੇ ਵਕਤ 'ਚ ਉਹਨੇ ਹਮੇਸ਼ਾ ਆਵਾਜ਼ ਸੁਣੀ ਹੈ ਉਹਦੀ, ਔਰ ਅੱਜ ਵੀ ਉਹ ਕਲਾਮ ਕਰਦਾ ਹੈ। ਉਹਦੇ ਕਲਾਮ ਦਾ ਕੰਟੈਕਸਟ ਬੜਾ ਇੰਪੋਰਟੈਂਟ ਹੁੰਦਾ ਹੈ। ਮੈਨੇ ਜਿਸ ਤਰ੍ਹਾਂ ਜਦੋਂ ਵੀ ਉਹਦੀ ਆਵਾਜ਼ ਸੁਣੀ ਹੈ, ਉਹਦੇ ਪਹੁੰਚਣ ਤੋਂ ਪਹਿਲੇ ਕੋਈ ਨਾ ਕੋਈ ਸਿਚੁਏਸ਼ਨ ਸੀ ਜਿਹਦੇ 'ਚ ਕਿ ਮੈਂ ਹਾਂ, ਔਰ ਉਹਦੀ ਆਵਾਜ਼ ਨੂੰ ਸੁਣ ਕੇ ਸਮਝ ਉਦੋਂ ਆਉਂਦੀ ਹੈ ਜਦੋਂ ਉਹਦਾ ਪੂਰਾ ਪ੍ਰੋਸੈਸ ਕੰਪਲੀਟ ਹੋ ਪਾਉਂਦਾ। ਤੇ ਫਿਰ ਸਮਝ ਆਉਂਦੀ ਹੈ, ਅੱਛਾ ਇਹ ਗੱਲ ਮੈਨੂੰ ਖੁਦਾ ਨੇ ਇਸ ਵਾਸਤੇ ਕਹੀ ਸੀ ਕਿਉਂਕਿ ਬਾਅਦ ਚੋਂ ਇਹ ਹੋਣ ਵਾਲਾ ਸੀ। ਮਸਲਨ ਮੇਰੀ ਵਾਲਦਾ ਜਦੋਂ ਫੌਤ ਹੋਏ ਸਨ, ਖੁਦਾਵੰਦ ਨੇ ਪਹਿਲੇ ਤਾਂ ਮੈਨੂੰ ਦੱਸ ਦਿੱਤਾ, ਉਹਦੇ 'ਚ ਮੈਂ ਜ਼ਿਆਦਾ ਡਿਟੇਲ 'ਚ ਨਹੀਂ ਜਾਵਾਂਗਾ, ਲੇਕਿਨ ਮੇਰੀ ਤਸੱਲੀ ਵਾਸਤੇ ਖੁਦਾ ਨੇ ਪਹਿਲੇ ਤੋਂ ਦੱਸਿਆ, ਲੇਕਿਨ ਐਸੇ ਤਰੀਕੇ ਨਾਲ ਦੱਸਿਆ ਕਿ ਮੈਂ ਪਹਿਲਾਂ ਤੋਂ ਪੈਨਿਕ ਵੀ ਨਾ ਕਰ ਜਾਵਾਂ ਤੇ ਰੋਣਾ ਪਿੱਟਣਾ ਸ਼ੁਰੂ ਕਰ ਦੇਵਾਂ। ਤਰੀਕੇ ਦੇ ਨਾਲ ਦੱਸਿਆ ਕਿ ਜਦੋਂ ਪ੍ਰੋਸੈਸ ਕੰਪਲੀਟ ਹੋ ਜਾਏ ਤਾਂ ਮੈਨੂੰ ਪਤਾ ਹੋਵੇ ਕਿ ਇਹ ਇੰਤਜ਼ਾਮ ਸਾਰਾ ਉਹਦਾ ਕੀਤਾ ਹੈ, ਤਾਂ ਕਿ ਮੇਰੇ ਦਿਲ ਨੂੰ ਤਸੱਲੀ ਹੋਵੇ ਕਿ ਇਹ ਇਸ ਵਕਤ ਦੇ ਉੱਤੇ ਸਾਡਾ ਖੁਦਾ ਸਾਡੇ ਨਾਲ ਮੌਜੂਦ ਹੈ। ਉਹਦੇ ਥਰੂ ਮੈਂ ਆਪਣੇ ਸਾਰੇ ਖਾਨਦਾਨ ਨੂੰ, ਭੈਣਾਂ ਭਰਾਵਾਂ ਨੂੰ ਤਸੱਲੀ ਦੇ ਪਾਇਆ ਉਸ ਵੇਲੇ ਜਦੋਂ ਮੇਰੇ ਵਾਲਦਾ ਫੌਤ ਹੋਏ ਨੇ। ਥੈਂਕ ਯੂ ਜੀ। ਕਿਉਂਕਿ ਮੇਰੀ ਇੰਟਰਸਟ ਮਨੀ। ਓਕੇ ਜੀ, ਥੈਂਕ ਯੂ ਜੀ। ਸੋ ਜੀ ਤੁਹਾਂ ਅੱਜ ਜਿਹੜੇ ਲੋਕੀ ਸਾਨੂੰ ਸੁਣਨ ਡਏ, ਵੇਖਣ ਡਏ, ਜਿੰਨਾ ਸ਼ੇਅਰ ਕੀਤਾ ਵੇ, ਤੁਹਾਂ ਸੁਣਿਆ ਵੇ ਕਿ ਸਾਡੇ ਚਾਰੇ ਪੰਜੇ ਜਿਹੜੇ ਦੋਸਤ ਨੇ, ਉਹਨਾਂ ਸਾਰਿਆਂ ਨੇ ਆਪਣੇ ਆਪਣੇ ਲਾਈਫ ਐਕਸਪੀਰੀਅੰਸ ਸ਼ੁਰੂ ਕੀਤੇ ਨੇ ਖੁਦਾ ਦੀ ਆਵਾਜ਼ ਨੂੰ ਸੁਣਨ ਦੇ, ਔਰ ਉਹਦੇ ਤੇ ਰਿਐਕਟ, ਔਰ ਉਹਦਾ ਪਰਪਸ ਉਹਨਾਂ ਦੀ ਲਾਈਫ ਵਿੱਚ ਖੁਦਾ ਨੇ ਕੀ ਕੀਤਾ ਵੇ। ਆਓ ਅਸੀਂ ਖੁਦਾ ਦੇ ਕਲਾਮ ਵਿੱਚ ਜਾਵਾਂਗੇ ਔਰ ਵੇਖਾਂਗੇ ਕਿ ਬਾਈਬਲ ਮੁਕੱਦਸ ਸਾਨੂੰ ਕੀ ਦੱਸਦੀ ਹੈ ਖੁਦਾ ਦੀ ਆਵਾਜ਼ ਦੇ ਬਾਰੇ ਵਿੱਚ। ਸੋ ਜੀ ਸਾਰਿਆਂ ਨਾਲ ਪਹਿਲਾਂ ਅਸੀਂ ਵੇਖਦੇ ਹਾਂ ਕਿ ਜੀ ਪੈਦਾਇਸ਼ ਪਹਿਲੇ ਬਾਬ ਦੇ ਵਿੱਚ ਕਿ ਖੁਦਾ ਦਾ ਜਿਹੜਾ ਕ੍ਰੀਏਸ਼ਨ ਆਰਡਰ ਹੈ, ਖੁਦਾ ਨੇ ਜਦੋਂ ਕ੍ਰੀਏਸ਼ਨ ਕੀਤੀ ਹੈ, ਕਲਾਮ ਵਿੱਚ ਲਿਖਿਆ ਖੁਦਾ ਨੇ ਕਹਾ, ਯਾਨੀ ਗॉड ਸਪੋਕ। ਔਰ ਬੜੀ ਦਿਲਚਸਪ ਗੱਲ ਹੈ ਵੀ ਕਿ C.S. ਲੂਇਸ ਜਿਹੜੇ ਨੇ ਬੜੇ ਮਸ਼ਹੂਰ ਇੰਗਲਿਸ਼ ਆਇਰਿਸ਼ ਮੇਰੇ ਖਿਆਲ ਰਾਈਟਰ ਸਨ, ਉਹ ਜਿਨ੍ਹਾਂ ਕ੍ਰੋਨਿਕਲਸ ਆਫ ਨਾਰਨੀਆ ਲਿਖੀ ਹੈ ਬੜੀ ਅੱਛੀ, ਉਹ ਬਿਆਨ ਕਰਦੇ ਨੇ ਕਿ ਐਕਚੁਅਲੀ ਪੈਦਾਇਸ਼ ਪਹਿਲਾ ਬਾਬ ਇਜ਼ ਅ ਪੋਇਟਰੀ। ਚੂੰਕਿ ਪੋਇਟਰੀ ਹੈ, ਇਸ ਲਈ ਇੰਝ ਲੱਗਦਾ ਵੇ ਕਿ ਜਦੋਂ ਖੁਦਾ ਨੇ ਗਾਉਂਦਿਆਂ ਹੋਇਆ ਕਾਇਨਾਤ ਤਖਲੀਕ ਕੀਤੀ ਹੈ। ਗॉड ਵਾਸ ਸਿੰਗਿੰਗ ਐਂਡ ਲੀਪਿੰਗ ਐਂਡ ਰਿਜੋਇਸਿੰਗ ਵੈਨ ਹੀ ਵਾਸ ਕ੍ਰੀਏਟਿੰਗ ਸਮਥਿੰਗ। So he was singing and leaping and dancing, and that's how the song of the Lord, ਜਿਹਨਾਂ ਸੀ ਨਾ ਖੁਦਾਵੰਦ ਦਾ ਗੀਤ ਜਿਹੜਾ ਕ੍ਰੀਏਟਿਵ ਆਰਡਰ ਕਰਦਾ ਵੇ, ਕ੍ਰੀਏਸ਼ਨ ਜਿਹੜੀ ਹੈ, that's a God's gift। ਖੁਦਾ ਦਾ ਕਰੈਕਟਰ ਹੈ ਨਵੀਆਂ ਚੀਜ਼ਾਂ ਨੂੰ ਕ੍ਰੀਏਟ ਕਰਨਾ।
ਇਸ ਲਈ ਵੇਖੋਗੇ ਕਿ ਖੁਦਾ ਮੋਸਟਲੀ ਜਦੋਂ ਲੋਕਾਂ ਨਾਲ ਗੱਲ ਕਰਦਾ ਹੈ ਜਾਂ ਗੁਫ਼ਤਗੂ ਕਰਦਾ ਹੈ ਮੋਸਟਲੀ ਖੁਦਾ ਕ੍ਰੀਏਟਿਵ ਮੀਡੀਅਮ ਯੂਜ਼ ਕਰਦਾ ਵੈਦਰ ਇਟਸ ਆਰਟ ਮਿਊਜ਼ਿਕ ਡਾਂਸ ਰਾਈਟਿੰਗ ਐਸਥੈਟਿਕਸ ਵਟ ਐਵਰ ਵਰਬਲ ਨਾਨ ਵਰਬਲ ਗੋਡ ਮੋਸਟਲੀ ਯੂਜ਼ ਐਕਸਟਰਾ ਆਰਡੀਨਰੀ ਵੇਜ਼ ਟੂ ਸਪੀਕ ਵਿਦ ਪੀਪਲ ਸੋ ਕ੍ਰੀਏਸ਼ਨ ਆਰਡਰ ਸਾਨੂੰ ਖੁਦਾ ਦੀ ਆਵਾਜ਼ ਨਜ਼ਰ ਆਉਂਦੀ ਹੈ ਸੋ ਵੀ ਡਜ਼ਨਟ ਨੋ ਵਟ ਕਾਈਂਡ ਆਫ ਵੌਇਸ ਲੇਕਿਨ ਪਹਿਲਾ ਜਿਹੜਾ ਚੀਜ਼ ਹੈ ਨਾ ਜਿਹੜਾ ਖੁਦਾ ਨੇ ਕੰਮ ਕੀਤਾ ਦੋ ਚੀਜ਼ਾਂ ਨੇ ਪਹਿਲੇ ਕ੍ਰੀਏਸ਼ਨ ਆਰਡਰ ਦੇ ਵਿੱਚ ਨੰਬਰ 1 ਇੱਕ ਤੇ ਖੁਦਾ ਨੇ ਪਹਿਲੇ ਦਿਨ ਨੂਰ ਨੂੰ ਡਾਰਕਨੈਸ ਨੂੰ ਲਾਈਟ ਤੋਂ ਕੀ ਕੀਤਾ ਅਲੱਗ ਕੀਤਾ ਸੋ ਦੈਟ ਇਜ਼ ਦ ਕੰਪੋਨੈਂਟ ਆਫ ਲਾਈਟ ਵਿਚ ਇਜ਼ ਗॉड्स ਲਾਈਟ ਦੂਜੇ ਦਿਨ ਜਿਹੜਾ ਆਰਡਰ ਹੈ ਉਹਦੇ ਵਿੱਚ ਵੇਖਦੇ ਕਿ ਖੁਦਾ ਨੇ ਪਾਣੀਆਂ ਨੂੰ ਪਾਣੀ ਤੋਂ ਕੀ ਕੀਤਾ ਅਲੱਗ ਕੀਤਾ ਸੋ water and light and thunder and lightning these are basic component of God's voice ਜਿਹੜੇ ਸਾਨੂੰ ਖੁਦਾ ਦੇ ਕਲਾਮ ਵਿੱਚ ਨਜ਼ਰ ਆਉਂਦੇ ਨੇ ਸੋ ਅਸੀਂ ਉਹਦੇ ਬਾਰੇ ਵੇਖਦੇ ਹਾਂ ਕਿ ਖੁਦਾ ਬੜੇ ਇੱਕ ਡਿਫਰੈਂਟ ਅੰਦਾਜ਼ ਦੇ ਨਾਲ ਗੱਲ ਕਰਦਾ ਵੇ ਉਹ ਵੇ ਆਦਮ ਤੇ ਹਵਾ ਦੇ ਨਾਲ ਪੈਦਾਇਸ਼ ਤੀਸਰੇ ਬਾਬ ਦੀ 8ਵੀਂ ਆਇਤ ਦੇ ਵਿੱਚ ਲਿਖਿਆ ਵੇ ਕਿ ਖੁਦਾ ਠੰਡੇ ਵਕਤ ਵਿੱਚ ਫਿਰਦਾ ਸੀ ਤੇ ਖੁਦਾ ਤੇ ਆਦਮ ਤੇ ਹਵਾ ਦੇ ਨਾਲ ਖੁਦਾ ਦੀ ਕੀ ਚੱਲਦੀ ਸੀ ਕਨਵਰਸੇਸ਼ਨ ਚੱਲਦੀ ਸੀ ਗੁਫ਼ਤਗੂ ਚੱਲਦੀ ਸੀ ਉਹਨਾਂ ਦੇ ਆਪਸ ਵਿੱਚ ਗੱਲਬਾਤ ਚੱਲਦੀ ਸੀ ਰਫਾਕਤ ਔਰ ਸ਼ਰਾਕਤ ਜਿਹੜੀ ਸੀ ਉਹ ਜਿਹੜੀ ਪਹਿਲੀ ਹੈਕਲ ਸੀ ਖੁਦਾ ਨੇ ਬਣਾਈ ਪਹਾੜ ਦੇ ਉੱਤੇ ਔਰ ਉਸ ਪਹਾੜ ਦੇ ਵਿੱਚ ਉਸ ਹੈਕਲ ਦੇ ਵਿੱਚ ਐਡਮ ਵਾਜ਼ ਨਾਟ ਓਨਲੀ ਅ ਗਾਰਡਨਰ ਨਾ ਸਿਰਫ ਰਖਵਾਲਾ ਸੀ ਬਲਕਿ ਹੀ ਵਾਜ਼ ਅ ਪ੍ਰੀਸਟ ਓਵਰ ਦੇਅਰ ਸੋ ਅਸੀਂ ਵੇਖਦੇ ਹਾਂ ਕਿ ਉਹ ਪਹਿਲੀ ਹੈਕਲ ਸਾਨੂੰ ਨਜ਼ਰ ਆਉਂਦੀ ਹੈ ਜਿਹੜੀ ਬਾਗ ਏਦਨ ਦੇ ਵਿੱਚ ਖੁਦਾ ਨੇ ਕਾਇਮ ਕੀਤੀ ਉੱਥੇ ਵੀ ਖੁਦਾ ਦੀ ਆਵਾਜ਼ ਅਸੀਂ ਵੇਖਦੇ ਹਾਂ ਕਿ ਠੰਡੇ ਵਕਤ में खुदा की आवाज़ उसको अच्छा ਉਹਦੇ ਬਾਰੇ ਇੱਕ ਬੜਾ ਦਿਲਚਸਪ ਫਿਨੋਮੇਨਾ ਹੁੰਦਾ ਵੇ ਸਾਡੇ ਸਾਹਮਣੇ ਔਰ ਉਹ ਵੇ ਖਰੂਜ 19 ਬਾਬ ਦੀ 19 ਆਇਤ ਠੀਕ ਹੈ ਜੀ ਇਹਨੂੰ ਅਸੀਂ ਪੜਾਂਗੇ ਜ਼ਰਾ ਕੱਢੋ ਜੀ ਖਰੂਜ 19 ਬਾਬ ਦੀ 19 ਆਇਤ ਕੀ ਕਹਿ ਰਹੀ ਹੈ ਜਿਹੜਾ ਵੀ ਕੋਈ ਖੋਲ ਦੇਣਾ ਜ਼ਰਾ 19 ਦੀ 19 ਆਇਤ ਪੜ੍ਹੇ ਜੀ ਜ਼ਰਾ Exodus, book of Exodus, chapter 19 and verse 19. ਹਾਂਜੀ ਬਿਗਲ ਦੀ ਆਵਾਜ਼ ਤੇਜ਼ ਹੁੰਦੀ ਜਾ ਰਹੀ ਸੀ ਅਤੇ ਇਸ ਦੇ ਨਾਲ ਮੂਸਾ ਨੇ ਪਰਮੇਸ਼ਵਰ ਨਾਲ ਗੱਲ ਕੀਤੀ ਜਿਸ ਦਾ ਉਸਨੇ ਉੱਤਰ ਦਿੱਤਾ ਠੀਕ ਹੈ ਜੀ ਕੀ ਲੱਗਣ ਦੀ ਜੀ ਸਾਨੂੰ ਕਿਹੜੀ ਆਵਾਜ਼ ਹੋਈ ਹੈ ਜੀ ਤੁਰੀ ਜੀ ਬਿਗਲ ਕਰਨਾ ਮਤਲਬ ਟਰੰਪਟ ਜਿਹੜਾ ਵੇ ਨਾ ਸਾਊਂਡ ਆਫ ਟਰੰਪਟ ਜਿਹੜਾ ਵੇ ਨਾ ਦੈਟ ਵਾਸ ਸੋ ਇੱਥੇ ਅਸੀਂ ਵੇਖਣ ਡਿਆ कि लिखा जी और मूसा बोलने लगा और खुदा ने आवाज के जरिए से उसे क्या दिया जवाब दिया सो गॉड इज अ स्पिरिट खुदा ने यसु मसीह ਨੂੰ ਦੱਸਿਆ ਵੇ ਸੋ ਵੀ ਕੈਨ ਨਾਟ ਸੀ ਗॉड ਵਿਦ ਦ ਫਿਜ਼ੀਕਲ ਆਈ ਲੇਕਿਨ ਅਸੀਂ ਖੁਦਾ ਦੀ ਸਿਰਫ ਆਵਾਜ਼ ਦੇ ਜ਼ਰੀਏ ਪਛਾਣ ਸਕਨੇ ਆ ਜਾਂ ਜਾਣ ਸਕਨੇ ਆ ਕਿ ਗॉड ਇਜ਼ ਸਪੀਕਿੰਗ ਟੂ ਅਸ ਓਨਲੀ ਵੌਇਸ that has whether it's a audible voice and whether it's a non-audible voice ਲੇਕਿਨ ਖੁਦਾ ਸਾਡੇ ਨਾਲ ਗੁਫ਼ਤਗੂ ਕਰਦਾ ਵੇ ਸੋ ਅਸੀਂ ਵੇਖਦੇ ਹਾਂ ਜੀ ਕਿ ਇੱਥੇ ਤੁਸੀਂ ਵੇਖੋਗੇ ਜਦੋਂ ਖੁਦਾ ਉਤਰਿਆ ਵੇ ਲਿਖਿਆ कोहे सेना ऊपर से नीचे तक धुएं से भर गया खुदावन शोले में होकर उतरा लाइट नजर आ गई जी ਤੁਹਾਨੂੰ और धुआं तनूर के धुएं की तरह ऊपर को उठ रहा था और सारा पहाड़ जोर जोर से हिल रहा था मतलब जलजला और थंडर एंड लाइट एंड वॉइस और वॉइस कैसी है piercing voice ਜਿਵੇਂ ਟਰੰਪਟ ਕਰਨਾ ਜਿਹੜਾ ਵੇ ਨਾ ਤੁਰੀ ਬੋਲੀ ਗਈ ਜਿਵੇਂ ਸੋ ਸਾਨੂੰ ਖਰੂਜ ਦੀ ਕਿਤਾਬ ਪਤਾ ਲੱਗਦਾ ਜੀ ਓਕੇ ਨਾਓ ਅੱਗੇ ਇੱਕ ਹੋਰ ਬੜਾ ਪਾਵਰਫੁਲ ਫਿਨੋਮੇਨਾ ਸਾਨੂੰ ਨਜ਼ਰ ਆਉਂਦਾ ਵੇ ਉਹ ਵੇ ਜੀ ਏਲੀਆ ਨਬੀ ਦੇ ਨਾਲ ਖੁਦਾ ਦਾ ਜਦੋਂ ਐਨਕਾਊਂਟਰ ਹੁੰਦਾ ਵੇ ਪਰਸਨਲ ਲੈਵਲ ਤੇ ਉਹ ਕੀ ਹੈ ਇਹ ਜ਼ਰਾ ਖੋਲਿਓ ਜੀ ਪਹਿਲਾ ਸਲਾਤੀਨ ਫਸਟ ਕਿੰਗ ਚੈਪਟਰ 19 ਉਹਦੀ 12ਵੀਂ ਆਇਤ ਫਸਟ ਕਿੰਗਸ 19 ਬਾਬ ਔਰ ਉਹਦੀ 12ਵੀਂ ਆਇਤ ਮੈਂ ਪੜਾਂਗਾ ਪਹਿਲਾ ਰਾਜਾ 19 ਬਾਬ ਤੇ ਉਹਦੀ 12ਵੀਂ ਆਇਤ ਤਾਂ ਭੁਚਾਲ ਦੇ ਪਿੱਛੋਂ ਅੱਗ ਆਈ ਪਰ ਯਹੋਵਾ ਅੱਗ ਦੇ ਵਿੱਚ ਵੀ ਨਹੀਂ ਸੀ ਤਾਂ ਅੱਗ ਦੇ ਪਿੱਛੋਂ ਇੱਕ ਹੌਲੀ ਅਤੇ ਨਿਮੀ ਆਵਾਜ਼ ਆਈ ਠੀਕ ਹੈ ਜੀ ਸੋ ਜੀ ਅਸਾਂ ਕੀ ਪੜਿਆ ਜੀ ਪਹਿਲਾ ਰਾਜਾ 19 ਬਾਬ ਦੀ 12 ਆਇਤ ਤੇ ਅਗਰ ਅਸੀਂ ਵੇਖੀਏ ਜੀ ਕਿ ਖੁਦਾ ਉਸਨੇ ਆਖਿਆ ਮੈਂ ਯਹੋਵਾ ਆਈ ਤਾਂ ਆਉਂ ਹੋਇਆ ਕਿ ਜਦ ਏਲੀਆ ਨੇ ਸੁਣਿਆ ਤਾਂ ਉਸਨੇ ਆਪਣਾ ਮੂੰਹ ਆਪਣੀ ਗੋਦੜੀ ਵਿੱਚ ਢੱਕ ਲਿਆ ਅਤੇ ਬਾਹਰ ਨਿਕਲ ਕੇ ਗੁਫਾ ਦੇ ਮੂੰਹ ਉੱਤੇ ਹੋ ਖਲੋਤਾ ਤਾਂ ਵੇਖੋ ਉਸ ਨੂੰ ਇੱਕ ਆਵਾਜ਼ ਆਈ ਅਤੇ ਆਖਿਆ ਏਲੀਆ ਤੂੰ ਇੱਥੇ ਕੀ ਕਰਦਾ ਹੈ ਓਕੇ ਥੈਂਕ ਯੂ ਜੀ ਸੋ ਅਸੀਂ ਵੇਖਦੇ ਹਾਂ ਜੀ ਕਿ ਏਲੀਆ ਨਬੀ ਨੱਠ ਕੇ ਡਿਸਅਪੁਆਇੰਟ ਹੋ ਕੇ ਡਿਸਟ੍ਰੈਸ ਹੋ ਕੇ ਉਹ ਪਹਾੜ ਤੇ ਨੱਠ ਗਿਆ ਵੇ ਤਾਂ ਕਹਿੰਦਾ ਖੁਦਾਵੰਦਾ ਮੈਨੂੰ ਮਾਰ ਦੇ ਹੁਣ ਮੈਂ ਤੇ ਇਹ ਐਜ਼ਬਲ ਬੀਬੀ ਜਿਹੜੀ ਹੈ ਨਾ ਜਿਹੜੀ ਮਲਕਾ ਵੇ
मैं ਇਹਦਾ ਸਾਹਮਣਾ ਨਹੀਂ ਕਰ ਸਕਦਾ, ਸੋ ਆਈ ਐਮ ਗੋਨ। ਅਸੀਂ ਬਹੁਤ ਸਾਰੇ ਲਾਈਫ ਵਿੱਚ ਡਿਸਅਪੁਆਇੰਟ ਹੁੰਦੇ ਹਾਂ, ਐਂਡ ਵੀ ਵਾਂਟ ਟੂ ਲਿਸਨ ਐਂਡ ਹੀਅਰ ਗॉड्स ਕਲੀਅਰ ਵੌਇਸ ਕਿ ਖੁਦਾ ਮੈਂ ਇੱਥੇ ਕੀ ਕਰਾਂ, ਠੀਕ ਹੈ ਜੀ। ਸੋ ਅਸੀਂ ਇੱਥੇ ਵੇਖਦੇ ਹਾਂ ਜੀ ਕਿ ਜਾ ਕੇ ਲੁਕ ਗਿਆ ਵੇ, और अगर ਅਸੀਂ पढ़िए 11वीं आयत तो उसने कहा, खुदा ने क्या, बाहर निकल और पहाड़ पर खुदावंद के हजूर खड़ा हो, यानी खुदा के कोल खलो जा, खुदा की हजूरी च, और देखो खुदावंद गुजरा। ਤੁਹਾਨੂੰ ਯਾਦ ਹੈ ਜਦੋਂ ਖੁਦਾ ਨੇ ਮੂਸਾ ਨੇ ਜਦੋਂ ਕਿਹਾ ਨਾ ਖੁਦਾਵੰਦ ਮੈਨੂੰ ਆਪਣਾ ਜਲਵਾ ਵਹਾ, ਜਲਾਲ ਵਹਾ, ਉਦੋਂ ਵੀ ਖੁਦਾ ਮੂਸਾ ਨੂੰ ਪਹਾੜੀ 'ਚ ਖਿਲਾਰ ਕੇ ਤੇ ਉਹਦੇ ਅੱਗੋਂ ਲੰਘਿਆ ਵੇ, ਔਰ ਆਵਾਜ਼ ਸਿਰਫ ਸੁਣੀ ਹੈ ਮੂਸਾ ਨੇ, ਠੀਕ ਹੈ, ਨੋ ਫੇਸ, ਨਥਿੰਗ ਐਲਸ। ਇੱਥੇ ਏਲੀਆ ਦੇ ਨਾਲ ਵੀ ਸੇਮ ਐਕਸਪੀਰੀਅੰਸ ਹੋ ਰਿਹਾ ਵੇ, ਐਂਡ ਆਈ ਐਮ ਅਨਸ਼ਿਓਰ, ਲੇਕਿਨ ਮੈਨੂੰ ਲੱਗਦਾ ਵੇ, ਮੇਰਾ ਪਰਸੈਪਸ਼ਨ ਹੈ ਵੇ ਕਿ ਏਲੀਆ ਸੇਮ ਉਸੇ ਪਹਾੜ ਤੇ ਖਲੋਤਾ ਵੇ ਜਿੱਥੇ ਮੂਸਾ ਖਲੋਤਾ ਸੀ। ਸੋ ਦੈਟ ਇਜ਼ ਮਾਈ ਪਰਸੈਪਸ਼ਨ, ਮਤਲਬ ਗਲਤ ਵੀ ਹੋ ਸਕਦਾ ਬਟ ਐਨੀਵੇ। ਸੋ ਪਹਾੜ ਖਲੋਤਾ ਵੇ ਜੀ, ਲਿਖਿਆ ਜੀ ਨੰਬਰ 1 ਖੁਦਾਵੰਦ ਗੁਜ਼ਰਾ, ਇੱਕ ਬੜੀ ਆਂਧੀ, ਤੁੰਦ ਆਂਧੀ, ਓਹੋ ਆ ਨਾ ਸਾਡੇ ਇੱਥੇ ਅੱਜ ਜਦੋਂ ਸ਼ੁਰੂ ਕਰਨ ਲੱਗੇ ਸਾਂ ਇੱਥੇ ਬੜੀ ਤੇਜ਼ ਹਵਾ ਚੱਲਣ ਸੀ, ਛਾਂ ਹੋਏ ਪਈ ਤੇ ਮਾਰ ਆਪਣਾ ਬਾਹਰ ਬੱਦਲ ਪੈ ਕਰ ਜਾਣੇ ਇੱਥੇ। ਤੇ ਉਹ ਮੈਂ ਇਹ ਹਵਾਲਾ ਪੜ੍ਹਨ ਡਿਆ ਹਾਂ, ਮੈਂ ਕਿਹਾ ਲਓ ਜੀ ਮੈਨੂੰ ਤੇ ਖੁਦਾ ਡਾਇਰੈਕਟ ਐਕਸਪੀਰੀਅੰਸ ਦੇ ਰਿਹਾ ਇਸ ਵੇਲੇ ਕਿ ਖੁਦਾ ਦੀ ਆਵਾਜ਼ ਲਿਖਿਆ ਜੀ, ਆਂਧੀ ਤੇ ਤੂਫਾਨ ਤੇ ਬਿਆਬਾਨ ਤੇ ਮਾਰ ਆਪਣਾ ਜਲਾਲ, ਤੇ ਮੈਂ ਕਿਹਾ ਲਓ ਬਾਹਰ ਆਈ ਕੰਮ ਹੋਣ ਡਿਆ ਜੀ। ਇਸ ਲਈ ਮੈਨੂੰ ਲੱਗਦਾ ਖੁਦਾ ਐਸ਼ੋਰੈਂਸ ਦੇਣ ਡਿਆ ਕਿ ਤੂੰ ਅੱਜ ਮੇਰੀ ਆਵਾਜ਼ ਸੁਣਨੀ ਹੈ ਤੇ ਹਾਲੇ ਲਾਈਵ ਐਕਸਪੀਰੀਅੰਸ ਕਰ। ਤੇ ਐਨੀਵੇ, ਤੇ आंधी और आंधी के बाद जलजला, मतलब आंधी भी आई, उसके बाद क्या आया जी, जलजला भी आया, लिखा है पर खुदा आंधी में भी नहीं था, फिर खुदा जलजले च भी कोई नहीं, जलजले के बाद अग आई है, वो आंदे जी खुदा अग च भी कोई नहीं। ओके, सो गॉड डजंट बाउंड कि खुदा ने अगर पहला काम किया तो हुण फिर वही करेगा, खुदा को लकीर दा फकीर नहीं है। एज ए टोल्ड, गॉड इज अ क्रिएटिव गॉड, खुदा हमेशा ऐसे नਵੇਂ ਕੰਮ ਕਰਦਾ। ਖੁਦਾ ਕਹਿੰਦਾ ਪਿਛਲੀਆਂ ਗੱਲਾਂ ਨੂੰ ਭੁੱਲ ਜਾਓ, ਪਿਛਲੀਆਂ ਗੱਲਾਂ ਨੂੰ ਰਿਪੀਟ ਨਾ ਕਰਦੇ ਰਹੋ, ਮੈਂ ਵੇਖੋ ਨਵੇਂ ਕੰਮ ਕਰਾਂਗਾ। ਸੋ ਹੀ ਇਜ਼ ਅ ਕ੍ਰੀਏਟਿਵ, ਸੋ ਖੁਦਾ ਹਰ ਵੇਲੇ ਕ੍ਰੀਏਟਿਵ ਵੇ ਯੂਜ਼ ਕਰਦਾ ਵੇ। ਸੋ ਇੱਥੇ ਅਸੀਂ ਵੇਖਦੇ ਹਾਂ ਜੀ ਕਿ ਕ੍ਰੀਏਟਿਵ ਵੇ ਖੁਦਾ ਨੇ ਕੀ ਯੂਜ਼ ਕੀਤਾ। ਹੁਣ ਇੱਥੇ एक हल्की सी दबी हुई आवाज आई, लो वॉइस, ठीक है, ਕੱਲੇ ਬੰਦੇ ਨਾਲ ਗੱਲ ਹੋਣ ਡਈ ਹੈ ਤੇ ਖੁਦਾ ਕਿਹੜਾ ਫਨਾਮਨਾ ਯੂਜ਼ ਕਰਨ ਡਿਆ, ਲੋ ਵੌਇਸ, ਵਿਸਪਰਿੰਗ, ਗੱਲਬਾਤ ਕਰਨ ਡਿਆ। ਜਿੱਥੇ ਪੂਰੀ ਕੌਮ ਦੇ ਨਾਲ 25 ਲੱਖ ਦੇ ਮਜਮੇ ਨਾਲ ਖਿਤਾਬ ਕਰਨਾ ਸੀ, ਉੱਥੇ ਆਵਾਜ਼ ਕਿਵੇਂ ਵੇ, ਬਲਾਸਟ ਐਂਡ ਟਰੰਪਟ। ਮੈਨੂੰ ਇਹ ਤੋਂ ਯਾਦ ਆ ਗਿਆ, ਤੁਹਾਂ ਕਈ ਪਾਦਰੀ ਵੇਖੇ ਹੋਣਗੇ, ਅੱਛਾ ਉਹਨਾਂ ਨੂੰ ਸਮਝ ਨਹੀਂ ਹੁੰਦੀ ਕਿ ਮੈਂ 4 ਜੀਆਂ ਨਾਲ ਗੱਲ ਕਰਨੀ ਹੈ ਕਿ ਜਾਂ ਮੈਂ 100 ਲੋਕਾਂ ਨਾਲ ਗੱਲ ਕਰਨੀ ਹੈ। ਉਹਨਾਂ ਦੀ ਆਵਾਜ਼ ਦੀ ਪਿੱਚ ਜਿਹੜੀ ਹੈ ਨਾ, ਉਹ ਹਰ ਜਗ੍ਹਾ ਕਿੱਥੇ ਰਹੇਗੀ, ਇੱਥੇ ਰਹੇਗੀ, ਠੀਕ ਹੈ ਨਾ। ਉਹ ਅਗਲੇ ਲੋਕਾਂ ਨੇ ਕੰਨ ਨਹੀਂ ਪਾੜੇ ਹੋਣਗੇ, ਜਿੱਥੇ 4 ਜੀ ਬੈਠੇ ਬਈ ਆਰਾਮ ਨਾਲ ਗੱਲ ਕਰ ਲਓ, ਤੁਹਾਨੂੰ ਕੀ ਲੋੜ ਐਡਾ ਜ਼ੋਰ ਲਾਉਣ ਦੀ, ਅੱਡੀਆਂ ਚੁੱਕ ਕੇ, ਠੀਕ ਹੈ ਨਾ। ਤੇ ਐਵੇਂ ਹੀ ਡਜ਼ਨਟ ਨੋ, ਮਤਲਬ ਦਿਸ ਇਜ਼ ਦਾ ਸਾਫ ਫਿਨੋਮੀਨਾ। ਖੁਦਾ ਏਲੀਆਂ ਨਾਲ ਗੱਲ ਕਰਨ ਡਿਆ ਵੇ, ਨਾ ਜ਼ਲਜ਼ਲਾ ਨਾ ਅੱਗ, ਕੋਈ ਸ਼ੋਰ ਸ਼ਰਾਬੇ ਦੀ, ਕੋਈ ਸ਼ਸ਼ਕੇ ਦੀ ਲੋੜ ਹੀ ਕੋਈ ਨਹੀਂ, ਠੀਕ ਹੈ ਨਾ। ਇੱਕ ਹਲਕੀ ਸੀ ਦਬੀ ਹੋਈ ਕਿਆ ਹੋਈ ਆਵਾਜ਼ ਆਈ, ਗੱਲ ਖਤਮ, ਐਂਡ ਦੈਟਸ ਕਨਵਰਸੇਸ਼ਨ ਬਿਗਨ। ਓਕੇ ਜੀ, ਆਵਾਜ਼। ਸੋ ਅਸੀਂ ਵੇਖਦੇ ਹਾਂ ਜੀ ਕਿ ਥੰਡਰਿੰਗ, ਲਾਈਟਨਿੰਗ, ਸਮੋਕ, cloud, turi, all about that, ਹੁਣ ਹਲਕੀ ਜੀ ਆਵਾਜ਼, low voice। then ਜ਼ਬੂਰ 18 ਨਹੀਂ ਬਲਕਿ ਹਿਜ਼ਕੀਏਲ ਨਬੀ 43 ਬਾਬ ਵਿੱਚ ਕੀ ਵੰਦਾ ਜੀ, ਉਹਨੂੰ ਆਵਾਜ਼ ਕਿਹੋ ਜਿਹੀ ਲੱਗਦੀ ਹੈ। ਹਿਜ਼ਕੀਏਲ ਨਬੀ ਜੀ ਅਸੀਰੀ ਦਾ ਨਬੀ ਹੈ, ਬਾਬਲੀ ਸੀਰੀ ਦੇ ਵਿੱਚ ਬੈਠਾ ਹੋਵੇ, ਔਰ ਉੱਥੇ ਖੁਦਾ ਨਬੀ ਨੂੰ ਕਿਵੇਂ ਗੱਲ ਕਰਦਾ ਜੀ। ਹਿਜ਼ਕੀਏਲ 43 ਬਾਬ ਜੀ, ਦੂਜੀ ਆਇਤ ਤਰਾ ਪੜ੍ਹ ਦਿਓ, ਔਰ ਉਹਦੇ ਬਾਅਦ ਇੱਕ ਬੰਦਾ ਜਿਹੜਾ ਵੇ ਜ਼ਬੂਰ 18 ਦੀ 13ਵੀਂ ਆਇਤ ਕਰ ਲੈ। ਹਾਂਜੀ, ਹਵਾਲਾ ਦੱਸ ਕੇ ਪੜ੍ਹਿਓ ਜੀ। ਮੈਂ ਪੜਾਂਗੀ ਹਿਜ਼ਕੀਏਲ ਨਬੀ, ਉਸ ਦੀ 43 ਬਾਪ ਉਹਦਾ 2 ਆਏ। ਉੱਥੇ ਮੈਂ ਪੂਰਬ ਵੱਲੋਂ ਇਜ਼ਰਾਈਲ ਦੇ ਪਰਮੇਸ਼ਵਰ ਦੀ ਹਜ਼ੂਰੀ ਦਾ ਚਮਕਦਾ ਚਾਦਰ ਆਉਂਦਾ ਦੇਖਿਆ। ਪਰਮੇਸ਼ਵਰ ਦੀ ਆਵਾਜ਼ ਸਮੁੰਦਰ ਦੀ ਗਰਜ ਵਰਗੀ ਸੀ ਅਤੇ ਧਰਤੀ ਉਸਨੇ ਚਾਨਣ ਨਾਲ ਚਮਕ ਉੱਠੀ ਸੀ। ਓਹ ਵਾਹ ਵਾਹ, ਕਿਆ ਫਨਾਮਨਾ ਜੀ ਹੈ। ਸਮੁੰਦਰ ਦੀ ਗਰਜ ਵਰਗੀ ਆਵਾਜ਼ ਤੇ ਲਾਈਟਨਿੰਗ ਦੀ ਚਾਦਰ ਤੇ ਮਾਰ ਆਪਣਾ ਧਰਤੀ ਜਿਹੜੀ ਹੈ ਚਮਕ ਉੱਠੀ ਹੈ, ਕਿਆ ਬਾਤ ਹੈ ਜੀ। ਓਕੇ ਜੀ, ਜ਼ਬੂਰ 18 ਜੀ 13 ਆਇਤ। ਮੈਂ ਪੜਾਂਗਾ ਜ਼ਬੂਰ 18 ਉਹਦੀ 13ਵੀਂ ਆਇਤ। ਅਤੇ ਦਾਲਚੀਨੀ, ਮਸਾਲੇ, ਧੂਪ, ਮੁਰ ਲੁਬਾਨ, ਮੈਂ, ਤੇਲ, ਮੈਦਾ, ਕਣਕ, ਡੰਗਰ, ਭੇਡਾਂ, ਘੋੜੇ ਅਤੇ ਰੱਥ, ਗੁਲਾਮ ਅਤੇ ਮਨੁੱਖਾਂ ਦੀਆਂ ਜਾਨਾਂ। ਅੰਕਲ ਜੀ ਜ਼ਬੂਰ 18 13ਵੀਂ ਆਇਤ ਪੜ੍ਹੀ ਜੀ। ਜ਼ਬੂਰ 18 ਹਾਂਜੀ, ਪਰ ਹੈ 19, ਤੁਸੀਂ 18 ਹੀ ਆਖਿਆ, ਪਰ ਦਿੱਤੀ ਸੀ ਤੁਸੀਂ 19 ਤੇ ਦਿੱਤੀ ਸੀ, 19 ਦੀ 6। ਨਹੀਂ ਜ਼ਬੂਰ 18 ਦੀ 13ਵੀਂ ਆਇਤ ਜੀ ਅੰਕਲ ਜੀ। ਓਹੋ,
ਸੌਰੀ ਮੈਂ ਪ੍ਰਕਾਸ਼ਿਤ ਵਾਕਿਆ ਦੀ ਚਲਾ ਗਿਆ ਨਹੀਂ ਨਹੀਂ ਉਧਰ ਵਾਲੇ ਜਾਣੇ ਆ, ਪ੍ਰਕਾਸ਼ ਨਾਲ ਵੀ ਜਾਣੇ ਆ ਜਰਾ ਜ਼ਬੂਰ ਨੂੰ ਵੀ ਇਸ ਨਾਲ ਗੱਲ ਕਰ ਲਈਏ ਜਰਾ। ਹਾਂਜੀ 1 ਮਿੰਟ ਜੀ 13 ਜ਼ਬੂਰ 18 ਦੀ 13 ਤਾਂ ਯਹੋਵਾ ਆਕਾਸ਼ ਵਿੱਚ ਗਰਜਿਆ ਅਤੇ ਅਤ ਮਹਾਨ ਨੇ ਆਪਣੀ ਆਵਾਜ਼ ਸੁਣਾਈ, ਗੜੇ ਅਤੇ ਅੰਗਾਰੇ, ਫਿਰ ਉਸਨੇ ਆਪਣੇ ਤੀਰ ਚਲਾ ਕੇ ਉਹਨਾਂ ਨੂੰ ਛਿਨ ਭਿੰਨ ਕੀਤਾ ਸ਼ੁਕਰੀਆ ਅਤੇ ਬਿਜਲੀਆਂ ਲਿਸ਼ਕਾ ਕੇ ਉਹਨਾਂ ਨੂੰ ਘਬਰਾ ਦਿੱਤਾ। ਠੀਕ ਹੈ ਜੀ, ਬਿੰਦੀਆਂ ਲਸ਼ਕਾ ਕੇ ਵਾਹ ਐਂ ਲੱਗਣ ਦੇ ਜਿਵੇਂ ਕੋਈ ਖੁਦਾ ਮਤਲਬ ਉੱਥੇ ਨਾ ਕੋਈ ਆਪਣਾ ਕਲਰਫੁਲ ਜੀ ਕੋਈ ਟੈਪਸਟਰੀ ਉੱਥੇ ਬਣਾ ਰਿਹਾ ਖੁਦਾ ਥਰੂ ਹਿਜ਼ ਵॉइस। आसमान में गरजा, हक ताला ने अपनी आवाज़ सुनाई, औले और अंगारे। ओहो हो, मतलब तुम वेखोगे ਜਿਹੜਾ ਇਮੇਜ ਹੈ ਵੇਖੋ, ਇਟਸ ਅ ਪਾਵਰਫੁਲ ਇਮੋਸ਼ਨ, ਪਾਵਰਫੁਲ ਇਮੈਜਰੀ ਜਿਹੜੇ ਪੋਇਟਿਕ ਜਿਹੜੇ ਲੋਕਾਂ ਨੇ ਬਿਆਨ ਕੀਤੇ ਨੇ ਆਪਣੇ ਐਕਸਪੀਰੀਅੰਸ ਖੁਦਾ ਦੀ ਆਵਾਜ਼ ਦੇ ਬਾਰੇ 'ਚ। ਖਾਸ ਤੌਰ 'ਤੇ ਦਾਊਦ ਜਿਹੜਾ ਵੇ ਉਹ ਜਦੋਂ ਖੁਦਾ ਦੀ ਆਵਾਜ਼ ਨੂੰ ਪੇਸ਼ ਕਰਦਾ ਵੇ, ਤੇ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਏਗੀ ਕਿ ਦਾਊਦ ਜਿਹੜਾ ਵੇ ਉਹ ਖੁਦਾ ਦੀ ਆਵਾਜ਼ ਦੇ ਬਾਰੇ 'ਚ ਕੋਈ ਨਵੀਂ ਗੱਲ ਜਿਹੜਾ ਵੇ ਨਾ ਸਾਡੇ ਸਾਹਮਣੇ ਪੇਸ਼ ਨਹੀਂ ਕਰਨ ਡਿਆ, ਬਲਕਿ ਕੀ ਕਰਨ ਡਿਆ ਵੇ, ਬੇਸਿਸ ਅਪੋਨ ਦਾ ਗॉड्स ਐਕਸਪੀਰੀਅੰਸ ਵਿਦ ਦਾ ਐਡਮ ਐਂਡ ਈਵ ਐਂਡ ਦਾ ਐਕਸੋਡਸ ਐਂਡ ਦੈਨ ਖੁਦਾ ਦਾ ਮੂਸਾ ਦੇ ਨਾਲ ਜਿਹੜਾ ਇਨਕਾਊਂਟਰ ਹੋਇਆ ਵੇ, ਔਰ ਉਹ ਸਾਰੇ ਜਿਹੜੇ ਖੁਦਾ ਅੱਗ, ਬਿਜਲੀ, ਹਵਾ, ਜ਼ਲਜ਼ਲਾ ਔਰ ਕਰਨਾ, ਮਤਲਬ ਹੀ ਇਜ਼ ਰੀਕॉलिंग, ਐਕਚੁਅਲੀ ਹੀ ਇਜ਼ ਮੇਕਿੰਗ श्योर, ਉਹ ਦੁਬਾਰਾ ਰੀਅਸ਼ੋਰੈਂਸ ਦੇਣ ਡਿਆ ਵੇ ਕਿ ਖੁਦਾ ਜ਼ਿੰਦਾ, ਖੁਦਾ ਸੁਣਦਾ, ਔਰ ਖੁਦਾ ਜਿਹੜਾ ਵੇ ਉਹ ਗੱਲਬਾਤ ਕਰਦਾ, ਖੁਦਾ ਬੋਲਦਾ ਵੇ। ਸੋ ਨਵੇਂ ਅਹਿਦ ਜਾਣ ਤੋਂ ਪਹਿਲਾਂ ਆਓ ਅਸੀਂ ਜ਼ਬੂਰ 29 ਜਿਹੜਾ ਵੇ ਨਾ ਇਹਦੇ 'ਤੇ ਬਸ ਥੋੜ੍ਹੀ ਦੇਰ ਲਈ ਗੌਰ ਫਿਕਰ ਕਰਾਂਗੇ ਕਿ ਜ਼ਬੂਰ 29 ਸਾਨੂੰ ਕੀ ਕਹਿ ਰਿਹਾ ਵੇ ਖੁਦਾ ਦੀ ਆਵਾਜ਼ ਦੇ ਬਾਰੇ 'ਚ। ਸੋ ਜੀ ਅਸੀਂ ਵੇਖਦੇ ਜੀ ਕਿ ਜ਼ਬੂਰ 29 ਜਿਹੜਾ ਵੀ ਮੈਂ ਪਹਿਲਾਂ ਜਿਵੇਂ ਜ਼ਿਕਰ ਕੀਤਾ ਦਾਊਦ ਦਾ ਜ਼ਬੂਰ ਹੈ, ਔਰ ਮੋਸਟ ਬਿਊਟੀਫੁਲ ਇਮੈਜਨਰੀ ਇਮੇਜ ਜਿਹੜੇ ਨਾ, ਇਮੈਜਨਰੀ ਐਂਡ ਇਮੇਜਰੀ ਦੋ ਚੀਜ਼ਾਂ ਨੇ ਜੀ। ਇਮੈਜਨਰੀ ਮਤਲਬ ਖਿਆਲ, ਤਖਯਲ, ਔਰ ਦੂਜੇ ਨੰਬਰ 'ਤੇ ਜਿਹੜੀ ਉਹਨੇ ਤਸਵੀਰ ਕਸ਼ੀ ਯੂਜ਼ ਕੀਤੀ ਹੈ, ਇਮੇਜ ਜਿਹੜੇ ਯੂਜ਼ ਕੀਤੇ ਨੇ ਖੁਦਾ ਦੇ ਕਲਾਮ ਦੇ ਵਿੱਚ, ਠੀਕ ਹੈ ਨਾ। ਇਸ ਜ਼ਬੂਰ ਦੇ ਸਾਨੂੰ ਪਤਾ ਫੁੱਲ ਰੇਂਜ ਆਫ ਹਿਊਮਨ ਇਮੋਸ਼ਨਸ ਜਿਹੜੇ ਨਾ ਜਿਹੜਾ ਜ਼ਬੂਰ ਸਾਡੇ ਸਾਹਮਣੇ ਪੇਸ਼ ਕਰਦਾ ਵੇ। ਸੋ ਇੰਝ ਲੱਗਦਾ ਵੇ ਕਿ ਜਿਵੇਂ ਇਹ ਜ਼ਬੂਰ ਜਿਹੜਾ ਵੇ ਨਾ ਲੋਕੀ ਪੜ੍ਹਦੇ ਨਾ, ਜ਼ਬੂਰ 91, ਜ਼ਬੂਰ 92, ਜ਼ਬੂਰ 93, ਜਦੋਂ ਖੌਫ ਜ਼ਰਾ ਹੁੰਦੇ ਨੇ, ਡਰ ਜਾਂਦੇ ਨੇ ਜਾਂ ਕੋਈ ਇੰਝ ਦਾ ਕੰਮ ਹੈ, ਇਹ ਜ਼ਬੂਰ ਇੰਝ ਲੱਗਦਾ ਵੇ ਕਿ ਰਾਈਟ ਇਨ ਦਾ ਮਿਡਸ ਆਫ ਦਾ ਸਟੋਰਮ, ਠੀਕ ਹੈ ਨਾ। ਜਦੋਂ ਅਸੀਂ ਸਟੋਰਮ ਦੀ ਅੱਖ ਨਾਲ ਅੱਖ ਮਿਲਾ ਕੇ ਵੇਖਦੇ ਹਾਂ ਨਾ, ਦੈਨ ਦਿਸ ਸਾਮ ਸ਼ੁੱਡ ਬੀ ਰਿਸਾਈਟਡ। ਜ਼ਿੰਦਗੀ 'ਚ ਕੋਈ ਤੂਫਾਨ ਆਉਣ ਡਿਆ ਵੇ, ਇਨ ਦੀ ਆਈ ਆਫ ਦਾ ਸਟੋਰਮ, ਇੱਕ ਗੀਤ ਅਸੀਂ ਗਾਣਾ ਨਾ ਅੰਗਰੇਜ਼ੀ ਦਾ, ਕੀ ਇਹ ਐਂਜਲ ਬੋਲ ਯਾਦ ਨਹੀਂ ਕੀ, ਇਨ ਦਾ ਆਈ ਆਫ ਦਾ ਸਟੋਰਮ, ਇੰਗਲਿਸ਼ ਇੱਕ ਗੀਤ ਹੈ, ਉਹਦੇ ਵਿੱਚ ਕਹਿੰਦਾ ਕਿ ਅੱਖ ਜਦੋਂ ਸਮੁੰਦਰ ਦੀ ਜਾਂ ਤੂਫਾਨ ਦੀ ਅੱਖ ਨਾਲ ਅੱਖ ਮਿਲਾ ਕੇ ਜਦੋਂ ਗੱਲ ਕਰਨੀ ਹੈ ਤਾਂ ਖੁਦਾ ਸਾਨੂੰ ਉੱਥੇ ਕੀ ਬਖਸ਼ਦਾ ਵੇ, ਗॉड ਇਜ਼ ਮਾਈ ਐਂਕਰ। ਇਹ ਜ਼ਬੂਰ ਜਿਹੜਾ ਵੇ ਇਹ ਸਾਨੂੰ ਸਾਹਮਣੇ ਪੇਸ਼ ਕਰਦਾ ਜੀ ਕਿ ਖੁਦਾ ਜਿਹੜਾ ਵੇ ਆਲ ਪਾਵਰਫੁਲ, ਓਮਨੀਪੋਟੈਂਟ, ਹਰ ਜਗ੍ਹਾ ਹਰ ਵੇਲੇ ਮੁਕੰਮਲ ਤੌਰ 'ਤੇ ਕੰਟਰੋਲ ਦੇ ਵਿੱਚ। ਆ ਸਟੋਰਮੀ ਸਾਮਸ ਬਹੁਤ ਸਾਰੇ ਜ਼ਬੂਰ ਹਾਂ ਪੜ੍ਹੇ ਨੇ ਜਿਹੜੇ ਲੈਮੈਂਟ ਨੇ, ਰੋਣਾ ਪਿੱਟਣਾ, ਹਾਹਾਕਾਰ, ਮਰ ਗਏ, ਢਹਿ ਗਏ, ਇਹ ਹੋ ਗਿਆ, ਉਹ ਹੋ ਗਿਆ, ਮਤਲਬ ਇਹ ਜ਼ਬੂਰ ਜਿਹੜਾ ਵੇ ਨਾ ਇਹਦਾ ਇੰਝ ਦਾ ਕੋਈ ਸਿਚੁਏਸ਼ਨ ਕੋਈ ਨਹੀਂ ਹੈ। ਇਹ ਜ਼ਬੂਰ ਬਰਾਹ ਰਾਸਤ ਖੁਦਾ ਦਾ ਜਲਾਲ, ਖੁਦਾ ਦੀ ਗਲੋਰੀ, ਖੁਦਾ ਦੀ ਪਾਵਰ ਔਰ ਖੁਦਾ ਦੀ ਅਥਾਰਟੀ ਜਿਹੜਾ ਵੇ ਨਾ ਕਾਇਨਾਤ ਦੇ ਉੱਤੇ ਉਹਨੂੰ ਪੇਸ਼ ਕਰਦਾ ਵੇ ਜੀ। ਕੌਨਟੈਕਸਟ ਇਹਦਾ ਕੀ ਹੈ? ਮੋਸਟਲੀ ਯਹੂਦੀ ਲੋਕ ਇਹ ਜ਼ਬੂਰ ਨੂੰ ਪੜ੍ਹਦੇ ਹਨ ਜੀ ਜਦੋਂ ਹਲੇ ਵੀ ਪੜ੍ਹਦੇ ਹੋਣਗੇ ਲੋਕ ਕੁਛ, ਖਾਸ ਤੌਰ 'ਤੇ ਸਬਤ ਜਦੋਂ ਸ਼ੁਰੂ ਹੁੰਦਾ ਹੈ ਨਾ ਫਰਾਈਡੇ ਨਾਈਟ ਨੂੰ, ਜਾਂ ਤਾਂ ਫਰਾਈਡੇ ਨਾਈਟ ਨੂੰ ਪੜ੍ਹਦੇ ਹਨ ਜਾਂ ਫਿਰ ਅਗਲੇ ਦਿਨ ਸੁਬਾਹ ਸਬਤ ਜਦੋਂ ਸ਼ੁਰੂ ਹੁੰਦਾ ਸੀ ਨਾ, ਦੈਟ ਵਾਜ਼ ਅ ਮਾਰਨਿੰਗ ਐਂਡ ਈਵਨਿੰਗ ਪ੍ਰੇਅਰ ਸਾਈਕਲ, ਇਟ ਵਾਜ਼ ਪਾਰਟ ਆਫ ਦੈਟ ਪ੍ਰੇਅਰ ਸਾਈਕਲ, ਠੀਕ ਹੈ। ਜ਼ਬੂਰ ਉਦੋਂ ਪੜ੍ਹਿਆ ਜਾਂਦਾ ਸੀ। ਤੁਸੀਂ ਇੱਕ ਚੀਜ਼ ਵੇਖੋਗੇ ਇਹਦੇ ਵਿੱਚ ਅੱਗੇ ਜਦੋਂ ਅਸੀਂ ਜਾਵਾਂਗੇ, ਇਹਨੂੰ ਮੈਂ ਵੈਸੇ 3 ਵੱਡੇ ਹਿੱਸਿਆਂ ਤਕਸੀਮ ਕੀਤਾ ਵੇ, ਪਹਿਲੀ ਤੇ ਦੂਸਰੀ ਆਇਤ ਪਹਿਲਾ ਹਿੱਸਾ, ਤੀਸਰੀ ਤੋਂ ਲੈ ਕੇ ਤੇ 9ਵੀਂ ਆਇਤ ਦੂਜਾ ਹਿੱਸਾ, ਔਰ ਆਖਰੀ ਹਿੱਸਾ ਬਲੈਸਿੰਗ ਜਿਹੜੀ ਹੈ, ਬੈਨੇਡਿਕਸ਼ਨ ਜਿਹੜੀ ਹੈ, ਦੈਟ ਇਜ਼ 10ਵੀਂ ਔਰ 11ਵੀਂ ਆਇਤ। ਸੋ 3 ਮੇਜਰ ਹਿੱਸੇ ਨੇ। ਓਕੇ, ਨਾਓ ਇਹਨਾਂ 3 ਮੇਜਰ ਹਿੱਸਿਆਂ ਦੇ ਵਿੱਚ 11 ਆਇਤਾਂ ਦੇ ਵਿੱਚ 18 ਵਾਰੀ ਯਹਵੇ ਐਡੋਨਾਏ ਖੁਦਾਵੰਦ ਦਾ ਨਾਂ ਆਇਆ ਵੇ। ਕਿੰਨੀ ਵਾਰੀ ਨਾਂ ਆਇਆ? 18। ਆਇਤਾਂ ਕਿੰਨੀਆਂ ਨੇ? 11। ਤੇ ਯਹੋਵਾ ਦਾ ਨਾਂ ਕਿੰਨੀ ਵਾਰੀ ਆਇਆ? 18। ਦੈਟਸ ਇੰਟਰਸਟਿੰਗ। ਨਾ ਸਿਰਫ 18 ਵਾਰੀ ਨਾਂ ਆਇਆ ਵੇ, ਇਸੇ ਲਈ ਜਿਹੜੇ ਯਹੂਦੀ ਰੈਬਾਈ ਸਨ, ਗ੍ਰੇਟ ਜਿਹੜੀ ਉਹਨਾਂ ਦੀ ਅਸੈਂਬਲੀ ਸੀ, ਉਹਨਾਂ ਨੇ ਜਦੋਂ ਯਹੂਦੀਆਂ ਦਾ ਪ੍ਰੇਅਰ ਸਾਈਕਲ ਬਣਾਇਆ ਨਾ, ਜਦੋਂ ਉਹਨਾਂ ਕੀ ਕੀਤਾ ਵੇ, ਉਹਨਾਂ ਕਿਹਾ ਜੀ ਕਿ ਜਿਹੜੀਆਂ 18 ਬਲੈਸਿੰਗ ਦਾ ਜਿਹੜਾ ਸਾਈਕਲ ਹੈ, ਦੈਟਸ ਵਾਈ ਇਟ ਵਾਜ਼ ਰੈਡ ਐਂਡ ਰਿਸਾਈਟਡ ਐਟ ਦ ਈਵ ਆਫ ਦਾ ਸ਼ਾਬਾਤ, ਜੁਮੇ ਦੀ ਰਾਤ ਨੂੰ, ਔਰ ਹਫਤੇ ਦੀ ਮਾਰਨਿੰਗ ਔਰ ਈਵਨਿੰਗ ਪ੍ਰੇ ਦੇ ਵਿੱਚ ਜ਼ਬੂਰ ਕੀ ਕੀਤਾ ਜਾਂਦਾ ਸੀ, ਗਾਇਆ ਤੇ ਪੜ੍ਹਿਆ ਜਾਂਦਾ ਸੀ, ਤਾਂ ਕਿ ਖੁਦਾਵੰਦ ਦੀ ਪ੍ਰੈਜ਼ੈਂਸ
ਸਾਡੇ ਸਾਹਮਣੇ ਆ ਸਕੇ। ਓਕੇ, ਪਹਿਲੀਆਂ ਦੋ ਆਇਤਾਂ ਜਿਹੜੀਆਂ ਨੇ ਜੀ, ਜਿਹੜਾ ਪਹਿਲਾ ਹਿੱਸਾ ਵੇ ਉਹ ਤੁਸੀਂ ਵੇਖੋਗੇ ਜੀ ਕਿ ਤੁਹਾਨੂੰ ਇੱਕ ਚੀਜ਼ ਟ੍ਰਾਈਪਾਰਟ 3 ਵਾਰੀ ਰਿਪੀਟ ਹੋਈ ਹੈ। ਕਿਹੜੀ ਚੀਜ਼ ਰਿਪੀਟ ਹੋਈ ਹੈ 3 ਵਾਰੀ? ਵੇਖੋ, ਨੰਬਰ 1 ਪਹਿਲਾ ਐਡਰੈਸ ਕਿਹਨੂੰ ਕੀਤਾ ਗਿਆ ਹੈ? ਅੰਕਲ ਜੀ ਜਰਾ ਪੜ੍ਹਿਓ ਪੰਜਾਬੀ ਚ ਕੀ ਹੈ ਪਹਿਲੀ ਤੁਹਾਡੇ ਕੋਲ ਪਹਿਲੀ ਆਇਤ ਕੀ ਹੈ? ਸਿਸਟਰ ਜੋਤੀ ਫਿਰ ਤੁਸੀਂ ਪੜ੍ਹੋ ਜਰਾ ਮੈਂ ਵੇਖਣਾ ਚਾਹ ਰਿਹਾ ਵਾਂ ਕਿ ਤਰਜਮਿਆਂ ਨੇ ਇਸ ਲਫ਼ਜ਼ ਨੂੰ ਪਹਿਲੀ ਆਇਤ ਨੂੰ ਕਿਵੇਂ ਯੂਜ਼ ਕੀਤਾ ਵੇ। हे परमेश्वर दे पुत्रो मन्नो महिमा ਹਾਂ ਰੁਕਿਓ ਜਰਾ, ਪਰਮੇਸ਼ਵਰ ਦੇ ਪੁੱਤਰੋ, ਹੇਅਰ ਯੂ ਗੋ। ਹਾਂਜੀ, ਤੁਹਾਡੇ ਕੋਲ ਕੀ ਹੈ? ਮੇਰੇ ਕੋਲ ਹੈ ਸਵਰਗਦੂਤੋ। ਸਵਰਗਦੂਤੋ, ਓਕੇ, ਯਾਨੀ ਫਰਿਸ਼ਤੇ। ਸਾਡੇ ਕੋਲ ਵੀ ਇੱਥੇ ਜਿਹੜਾ ਉਰਦੂ ਤਰਜਮਾ ਵੇ ਉਹ ਵੇ ਜੀ ਐ ਫਰਿਸ਼ਤਗਾਨ ਖੁਦਾਵੰਦ ਕੀ ਕਿਆ ਕਰੋ? ਹਮਦ ਕਰੋ। ਓਕੇ, ਸੋ ਇਹਦਾ ਮਤਲਬ ਹੈ ਵੇ ਕਿ ਫਰਿਸ਼ਤੇ ਜਿਹੜੇ ਨੇ ਬਾਈਬਲ ਮੁਕੱਦਸ ਦੇ ਵਿੱਚ ਆਲਵੇਜ਼ ਇਨ ਦਾ ਹਿਬਰੂ ਕੰਟੈਕਸਟ 2 ਤਰੀਕਿਆਂ ਨਾਲ ਇਸਤੇਮਾਲ ਹੋਏ ਨੇ। ਨੰਬਰ 1, ਇੱਕ ਫਰਿਸ਼ਤੇ ਤੁਹਾਨੂੰ ਪਤਾ ਵੇ ਖੁਦਾ ਦੇ ਬੇਟਿਆਂ ਨੂੰ ਵੀ ਖੁਦਾ ਦੇ ਫਰਿਸ਼ਤੇ ਕਿਹਾ ਗਿਆ ਵੇ, ठीक है ना? यानी तो याद होएगा एक दिन खुदा के बेटे खुदा उनकी हजूरी में आए। जबूर कहने अयूब की किताब पहला बाब, ठीक है, और असीं पढ़ने सो फरिश्ते 2 तरीके इस्तेमाल होए ने। नंबर 1 दे आर सैलेस्टियल बीइंग एंड नंबर 2 परमेश्वर दे पुत्रो, जिवें अंकल ने कहा वे। और अंकल का तर्जमा जिहड़ा वे, जिहड़ा अंकल जी दे कोल बाइबल है पंजाबी दी, दैट इज मोर क्लोज टू द हिब्रू वर्ड, क्योंकि इब्रानी तर्जमा कहन दिया वे बिने एलीम, BENA, बिने एलीम, the sons of the powerful, so इसलिए ਜਿਹੜੀ ਇਹ ਟਰਮ ਹੈ ਨਾ ਫਰਿਸ਼ਤੇ ਔਰ ਖੁਦਾ ਦੇ ਬੇਟੇ, ਖੁਦਾ ਦੇ ਫਰਜ਼ੰਦ ਜਿਹੜਾ ਵੇ, that is ambiguous in a way। ਕੁਝ ਸਕਾਲਰ ਨੇ ਉਹ ਕਹਿੰਦੇ ਨੇ ਜੀ ਕਿ ਦੇ ਆਰ ਸੈਲੈਸਟੀਅਲ ਬੀਇੰਗਸ, ਅਨਸੀਨ ਵਰਲਡ ਤੋਂ ਨੇ, ਖੁਦਾ ਦੇ ਹੈਕਲ ਤੋਂ ਨੇ, ਅਸਮਾਨ ਤੋਂ ਨੇ। ਕੁਝ ਕਹਿੰਦੇ ਨੇ ਨਹੀਂ, ਐਕਚੁਅਲੀ ਜਿਹੜੇ ਬਨੀ ਇਸਰਾਈਲ ਕੌਮ ਸੀ ਔਰ ਅਬਰਾਹਮ ਦੀ ਨਸਲ ਸੀ ਜਿਹੜਾ, ਉਹਨੂੰ ਕਿਹਾ ਗਿਆ ਹੋਇਆ ਹੈ, ਠੀਕ ਹੈ, ਬਿਕੋਜ਼ ਦੇ ਆਰ ਦ ਸਨਸ ਆਫ ਦ ਪਾਵਰਫੁਲ, ਕਿ ਖੁਦਾ ਦੀ ਪਾਵਰ, ਖੁਦਾ ਦੀ ਕੁਵਤ ਉਹਨਾਂ ਲੋਕਾਂ ਦੇ ਨਾਲ ਸੀ ਜੀ। ਓਕੇ ਜੀ, ਸੋ ਅਸੀਂ ਵੇਖਦੇ ਹਾਂ ਜੀ ਕਿ ਇਹਨਾਂ ਨੂੰ ਸੋ ਕਾਲ ਗॉड्स ਜਾਂ ਐਂਜਲਸ ਨਾਂ ਦਿੱਤਾ ਗਿਆ ਔਰ ਇਹਨਾਂ ਨੂੰ ਕਿਹਾ ਗਿਆ ਵੇ ਕਿ ਤੁਸੀਂ ਖੁਦਾ ਦੀ ਕੀ ਕਰੋ? ਖੁਦਾਵੰਦ ਕੀ ਯਾਨੀ ਯਾਹਵੇ ਕੀ ਕਰੋ? नंबर 1 तमजीद और ताज़ीम करो। ओके, तीसरी आयत खुदावंद की ऐसी तमजीद करो जो उसके नाम की क्या है? शाया है। और आगे के लिए है पाक आराइश के साथ खुदावंद को सजदा करो। 3 वर्ड, 3 एक्सटेंसिव वर्ब यूज होए ने खुदावंद की करन लई, महिमा करन लई, खुदावंद दी प्रस्तश करन लई, खुदावंद नूं सजदा करन लई। खुदा दी तमजीद करो, ताज़ीम करो, जो दे नां दे पाक आराइश के साथ सजदा करो। सो बॉडी, वॉइस एंड कॉलिंग, ठीक है। ओके, ਹੁਣ 3-fold ਜਿਹੜੀ ਹੈ, 3-fold ਐਸੇ ਆਇਤ ਨੂੰ ਹੁਣ ਤੁਸੀਂ ਜ਼ਰਾ ਅੱਗੇ ਲੈ ਜਾਓ ਤੇ 9ਵੀਂ ਆਇਤ ਦਾ ਜਿਹੜਾ ਆਖਰੀ ਹਿੱਸਾ ਵੇ ਨਾ ਉਹਦੇ ਨਾਲ ਕਨੈਕਟ ਕਰੋ ਤੇ ਕੀ ਬਣੇਗਾ? उसकी हैकल में हर एक जलाल ही जलाल पुकारता है। समझ आई गल? ਹੁਣ ਕਿੱਥੇ ਕਨੈਕਟ ਕਰ ਰਹੇ ਨੂੰ, ਠੀਕ ਹੈ। ਸੋ ਸਾਨੂੰ ਯਾਦ ਆਉਂਦਾ ਵੇ ਅੰਕਲ ਜੋਸ਼ਵਾ ਜਿਵੇਂ ਆਪਣਾ ਵਾਕਿਆ ਐਕਸਪੀਰੀਅੰਸ ਬਿਆਨ ਕੀਤਾ ਵੇ, ਦੂਤ ਵੇਖੇ ਅੰਕਲ ਨੇ, ਕਰੋਬੀ ਔਰ ਸਾਰੇ ਹਨ। ਯਸਾਇਆ ਨਬੀ ਨੇ ਜਦੋਂ ਵੇਖਿਆ ਵੇ ਅਸਮਾਨੀ ਹੈਕਲ ਦਾ ਨਜ਼ਾਰਾ 6ਵੇਂ ਬਾਬ ਦੇ ਵਿੱਚ, ਉੱਥੇ ਉਹ ਕਿਹੜੀ ਆਵਾਜ਼ ਸੁਣਦਾ ਵੇ? ਸਰਾਫੀਮ ਕਰੋਬੀਮ ਕੀ ਕਹਿੰਦੇ ਨੇ? कदूस 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 खुदावंद रब्बल अफवाज है, सारी ज़मीन उसके जलाल से मामूर है। ਜਿਹੜੇ ਲੋਕੀ ਨਾ, ਮੈਨੂੰ ਤਾਂ ਯਾਦ ਆ ਗਿਆ, ਕਈ ਲੋਕੀ ਨੇ ਐਵੇਂ ਹੀ ਕਹਿਣਗੇ ਜੀ ਆਸਮਾਨਾਂ 'ਤੇ ਉੱਡ ਜਾਣਾ ਤੇ ਉੱਡਣੇ ਭਾਈ ਹੋ ਜਾਣਾ, ਉੱਡਣੇ ਪੈਣਾ ਹੋ ਜਾਣਾ ਤੇ ਜੀ ਉਹ ਯਰੂਸ਼ਲਮ ਥੱਲੇ ਉਤਰਨ ਡਿਆ, ਖੁਦਾ ਦਾ ਸਾਰਾ ਇੰਟਰਸਟ ਜ਼ਮੀਨ 'ਤੇ ਵੇ, ਖੁਦਾ ਦੀ ਹੈਕਲ ਜ਼ਮੀਨ 'ਤੇ ਉਤਰਨ ਡਈ ਹੈ, ਖੁਦਾ ਦੀ ਬੋਡੀ ਜ਼ਮੀਨ ਦੇ ਉੱਤੇ ਵੇ। ਖੁਦਾ ਬੋਡੀ ਤਾਂ ਮੇਰੀ ਮੁਰਾਦ ਹੈ ਚਰਚ ਜਿਹੜਾ ਵੇ, ਯਿਸੂ ਮਸੀਹ ਦਾ ਬਦਨ ਜਿਹੜਾ ਵੇ, ਠੀਕ ਹੈ। ਮਤਲਬ ਖੁਦਾ ਦੀ ਪ੍ਰੈਜ਼ੈਂਸ ਲੋਕਾਂ ਦੇ ਵਿੱਚ, ਖੁਦਾ ਦਾ ਇੰਟਰਸਟ ਲੋਕਾਂ ਦੇ ਵਿੱਚ, ਪਤਾ ਨਹੀਂ ਕਿੱਥੇ ਲੈ ਕੇ ਜਾਣਾ, ਉੱਡ ਕੇ ਜਾਣਾ ਇਹਨਾਂ ਨੇ। ਐਨੀਵੇ ਦੈਟ ਸਾਈਡ ਸਬਜੈਕਟ ਐਕਚੁਅਲੀ। ਲੇਕਿਨ ਜਿਹੜੀ ਮੈਂ ਗੱਲ ਕਰਨਾ ਕਿ हैकल आसमानी नज़ारा वेखन दिया, लेकिन ज़मीन सारी खुदा रे जलाल ना की है, मामूर है। So earth is not out of God's presence and God's bound. Earth is also the part of God's kingdom. Okay जी, so ਅਸੀਂ ਵੇਖਣਾ ਜੀ ਪਹਿਲੀਆਂ 3 ਆਇਤਾਂ ਦੇ ਵਿੱਚ ਅਸਾਂ ਇਹ ਵੇਖਿਆ ਵਾ ਜੀ ਕਿ it's a tripartite call to worship and praise which refer to the heavenly realm। ਔਰ ਉਹਦੇ ਵਿੱਚ ਚੁੱਕ ਫਰਿਸ਼ਤੇ ਵੀ ਉੱਤੇ ਕਰਨ ਡਏ ਨੇ, ਇਸ ਲਈ ਕਾਲ ਹੈ ਵੇ ਕਿ ਥੱਲੇ ਜ਼ਮੀਨ ਤੇ ਜਿਹੜੇ ਪਾਵਰਫੁਲ ਲੋਕ ਨੇ, ਖੁਦਾ ਦੇ ਲੋਕ ਨੇ, ਉਹ ਵੀ ਕੀ ਕਰਨ? ਉਹ ਵੀ ਖੁਦਾ ਦੀ ਹਮਦ ਸਤਾਇਸ਼ ਕਰਨ। ਔਰ ਪਾਕ ਰਾਇਸ਼, ਆਹ ਜਿਹੜੀ ਨਾ ਪਾਕ ਰਾਇਸ਼, ਪਾਕ ਮਤਲਬ ਜੀ ਵਿਦ ਦਾ ਸਪਲੈਂਡਰ, ਵਿਦ ਦਾ ਬਿਊਟੀ ਆਫ ਹਿਜ਼ ਹੋਲੀਨੈਸ।
मतलब ब्यूटीफुल देखो देखो जी खुदा खूबसूरत है ते खुदा ने एडे खूबसूरत लोग बनाए एडे खूबसूरत चेहरे बनाए एडे खूबसूरत दुनिया बनाई एडे खूबसूरत दरिया बनाए बंदा कई बार सीनरी वेंदा गड्डी चलांदा सवेरे बंदा निकलदा आसमान दे विच वेंदा ते हैरान रह जांदा यार क्या सीन है मतलब वी लॉस्ट सम टाइम खुदा दी क्रिएटिव ब्यूटी ਨੂੰ ਵੇਖ ਕੇ ਠੀਕ ਹੈ ਨਾ ਤੇ ਖੁਦਾ ਐਡਾ ਬਿਊਟੀਫੁਲ ਹੈ ਤੇ ਖੁਦਾ ਕਿਵੇਂ ਆਖੇਗਾ ਕਿ ਮੇਰੀ ਪ੍ਰਸਤਸ਼ ਮੇਰੀ ਮਹਿਮਾ ਜਿਹੜੀ ਹੈ ਉਹ ਤੁਸੀਂ ਬਦਸੂਰਤੀ ਨਾਲ ਕਰੋ ਉਹ ਤੁਸੀਂ ਬੇਸੁਰੇਪਨ ਨਾਲ ਕਰੋ ਉਹ ਤੁਸੀਂ ਜਨਾਬ ਵਲਗੈਰਿਟੀ ਨਾਲ ਕਰੋ ਉਹ ਜਨਾਬ ਤੁਸੀਂ ਆਪਣੇ ਆਪ ਨੂੰ ਪ੍ਰਿਪੇਅਰ ਕਰਕੇ ਨਾ ਕਰੋ पाक आराइश के साथ खुदावंद को सजदा करो ਤੁਹਾਨੂੰ ਯਾਦ ਹੈ ਮੈਂ ਹਾਲੇ ਮੈਨੂੰ ਮੌਕਾ ਨਹੀਂ ਮਿਲਿਆ ਲੇਕਿਨ ਮੈਂ ਆਈ ਵਿਲ ਟੱਚ ਸਮ ਟਾਈਮ ਦੈਟ ਸਬਜੈਕਟ ਆਲਸੋ ਜਦੋਂ ਖੁਦਾ ਨੇ ਕਿਹਾ ਸੀ ਨਾ ਮੂਸਾ ਨੂੰ ਖਰੂਜ 28 ਬਾਬ ਦੇ ਵਿੱਚ ਮੇਰੇ ਖਿਆਲ 27 28 ਬਾਬ ਸੀ ਕਿ ਜਦੋਂ ਤੂੰ ਸਰਦਾਰ ਕਾਹਨ ਦਾ ਡਰੈਸ ਬਣਾਏਗਾ ਨਾ ਜਦੋਂ ਉਹ ਡਰੈਸ ਦੇ ਵਿੱਚ ਜਿਹੜੀ ਕਲਰ ਜਿਹੜੇ ਪੱਥਰ ਔਰ ਜਿਹੜਾ ਉਹਦਾ ਡਰੈਸ ਹੋਏਗਾ ਦੈਟ ਵਾਸ ਫॉर द ਬਿਊਟੀ ਉਹ ਖੂਬਸੂਰਤੀ ਲਈ ਹੋਏਗੀ ਤਾਂ ਕਿ ਕਾਹਨ ਸਰਦਾਰ ਕਾਹਨ ਖੁਦਾ ਦੀ ਹਜ਼ੂਰੀ 'ਚ ਖਲੋਤਾ ਖੁਦਾ ਦੀ ਖੂਬਸੂਰਤੀ ਨੂੰ ਰਿਪਰੈਜ਼ੈਂਟ ਕਰਦਾ ਹੈ ਸੋ ਖੂਬਸੂਰਤ ਲੋਕ ਜਦੋਂ ਖੂਬਸੂਰਤੀ ਦੇ ਨਾਲ ਪਾਕ ਰਾਇਸ਼ ਦੇ ਨਾਲ ਅਸੀਂ ਜਦੋਂ ਚਰਚ ਦੇ ਵਿੱਚ ਆਉਂਦੇ ਹਾਂ ਖੁਦਾ ਦੀ ਹੈਕਲ ਵਿੱਚ ਆਉਂਦੇ ਹਾਂ ਖੂਬਸੂਰਤੀ ਆਰਟ ਵਰਕ ਡਿਜ਼ਾਈਨ ਡੈਕੋਰਮ ਇਨ ਦ ਸੈਂਕਚੁਰੀ ਦਿਸ ਆਲ ਰਿਪਰੈਜ਼ੈਂਟ ਗॉड्स ਬਿਊਟੀ ਸੋ ਦੈਟਸ ਵਾਈ ਵੀ ਸ਼ੁੱਡ ਬੀ ਵੈਰੀ ਕੇਅਰਫੁਲ ਅਸੀਂ ਕੱਪੜੇ ਕਿਹੋ ਜਿਹੇ ਪਾ ਕੇ ਆਉਂਦੇ ਆ ਸਾਡਾ ਵਾਰਡਰੋਬ ਜਿਹੜਾ ਵੀ ਸਾਡੀ ਵਰਸ਼ਿਪ ਨੂੰ ਕਿਵੇਂ ਪੇਸ਼ ਕਰਦਾ ਵੇ ਵਾਟ ਕਾਈਂਡ ਆਫ ਬੋਡੀ ਪੋਸਚਰਸ ਵੀ ਆਰ ਟੇਕਿੰਗ ਅਸੀਂ ਜਦੋਂ ਸਾਹਮਣੇ ਖਲੋਨੇ ਆ ਜਾਂ ਜਦੋਂ ਮੈਂ ਥੀਸ ਆਰ ਸਰਟਨ ਲੋਟਸ ਆਫ ਐਸਪੈਕਟ ਜਿਹੜੇ ਖੁਦਾ ਦੀ ਬਿਊਟੀ ਨੂੰ ਪੇਸ਼ ਕਰਦੇ ਨੇ ਓਕੇ ਜੀ ਸੋ ਅੱਗੇ ਅਸੀਂ ਚੱਲਦੇ ਹਾਂ ਜੀ ਤੀਸਰੀ ਆਇਤ ਤੋਂ ਲੈ ਕੇ 9ਵੀਂ ਆਇਤ ਜਿਹੜੀ ਹੈ ਨਾ ਦਿਸ ਇਜ਼ ਰੀਅਲੀ ਇੰਪੋਰਟੈਂਟ ਉਹਦੇ ਵਿੱਚ ਤੁਸੀਂ ਵੇਖੋਗੇ ਜੀ ਕਿ ਖੁਦਾ ਦੀ ਜਿਹੜੀ ਆਵਾਜ਼ ਹੈ ਉਹਦੇ 7 fold strength ਦੱਸੀ ਗਈ ਹੈ ਖੁਦਾ ਦੀ ਆਵਾਜ਼ ਦੀ 7 fold ਔਰ 7 you know this is a signature of God it's a completion it's a stamp ਠੀਕ ਹੈ ਕਾਊਂਟ ਕਰੋ ਮੈਂ ਕਾਊਂਟ ਕਰਨ ਡਿਆ ਸਾਂ ਤੇ ਤੁਸੀਂ ਵੇਖੋਗੇ ਜੀ ਕਿ ਖੁਦਾਵੰਦ ਦੀ ਆਵਾਜ਼ ਦੇ ਬਾਰੇ 'ਚ ਕੀ ਕਿਹਾ ਗਿਆ ਹੈ ਨੰਬਰ 1 खुदावंद की चौथी आयत खुदावंद की आवाज़ में कुदरत है नंबर 2 खुदावंद की आवाज़ में जलाल है नंबर 3 खुदावंद की आवाज़ देवदारों को तोड़ डालती है नंबर 4 खुदावंद लुबनान के देवदारों को टुकड़े टुकड़े कर देता है 7वीं आयत और जड़ा बनेगा चौथा करैक्टर से खुदावंद की आवाज़ आग के शोलों को चीरती है 6वीं खुदावंद की आवाज़ बियाबान को हिला देती है बियाबान हिल जाता है जी हरनियों के हमल बेबर्ग मतलब 7 fold पावर एंड मैजेस्टी ऑफ गॉड्स वॉइस ज़बूर में सन दस्ता है जी पावरफुल इमोटिव डिस्क्रिप्शन ऑफ व्हाट गॉड इज केपेबल टू डू खुदावंद एडोनाई हाशेम याहवे की आवाज़ चढ़ी है 18वां मरतबा खुदा का ना 7 fold खुदा दे ना दी जड़ी है ओ पावर दसी गई है खुदावंद की करता है जी 10वीं और 11वीं आयत दैट्स अ कंक्लूडिंग बेनेडिक्शन और वो की है जी खुदावंद तूफान के वक्त भी तख्त नशीन है हेयर यू गो जी ਤੁਹਾਡੇ ਜ਼ਿੰਦਗੀ 'ਚ ਕਿਹੜਾ ਤੂਫਾਨ ਆਇਆ ਵੇ ਸਾਨੂੰ ਨਹੀਂ ਪਤਾ ਲੇਕਿਨ ਇੱਕ ਚੀਜ਼ ਗਰੰਟੀ ਯਾਦ ਰੱਖੋ ਜਿੰਨੇ ਵੀ ਲੋਕੀ ਸੁਣਦੇ ਹੋ ਤੂਫਾਨ ਜਿੱਡੇ ਵੱਡੇ ਮਰਜ਼ੀ ਹੋਣ ਯਿਸੂ ਮਸੀਹ ਦੀ ਇੱਕ ਝਿੜਕੀ ਯਿਸੂ ਮਸੀਹ ਦੀ ਇੱਕ ਹਲਕੀ ਜਿਹੀ ਆਵਾਜ਼ ਹਰ ਤਰ੍ਹਾਂ ਦੇ ਤੂਫਾਨਾਂ ਨੂੰ ਕੀ ਕਰ ਦਿੰਦੀ ਹੈ ਥਾਮ wind and waves any kind of wind and waves you are encountering in your personal life family life relational life financial life ਬੱਚਿਆਂ ਦੇ ਨਾਲ ਤੁਹਾਡੇ ਤਾਲੁਕਾਤ ਨਹੀਂ ਠੀਕ ਤੁਹਾਡੇ ਆਪਣੇ ਹਸਬੈਂਡ ਬੀਵੀ ਸ਼ੌਹਰ ਦੇ ਨਾਲ ਤਾਲੁਕਾਤ ਨਹੀਂ ਠੀਕ ਰਿਸ਼ਤੇਦਾਰਾਂ ਨਾਲ ਨਹੀਂ ਠੀਕ ਤੁਹਾਡੇ ਸਾਹਮਣੇ ਨੌਕਰੀ ਦਾ ਮਸਲਾ ਵੇ ਇਮੀਗ੍ਰੇਸ਼ਨ ਦਾ ਮਸਲਾ ਵੇ ਘਰ-ਬਾਰ ਦਾ ਮਸਲਾ ਵੇ ਰਿਲੇਸ਼ਨਸ਼ਿਪ ਮਤਲਬ ਐਨੀ ਕਾਈਂਡ ਆਫ ਕਨਫਿਊਜ਼ਨ ਕੇਓਸ ਔਰ ਅਬਤਰੀ ਤੂਫਾਨ ਤੁਹਾਨੂੰ ਲੱਗਣ ਡਿਆ ਵੇ be assured khudawand in the midst of storm God is on throne खुदा किथे बैठा है वे तख्त नशीन है खुदा दा कंट्रोल है so don't worry just wait patiently खुदा दे टाइम दा इंतजार करो God will turn these tables don't worry number 2 ना सिर्फ खुदा तख्त नशीन है बल्कि कि ये हमेशा तक एवी को नहीं कि साल 2 साल 3 4 साल बादशाही उलट पड़ जाएगी स्टेटस कू हो जाएगा या जनाब फौजी हुकूमत आ जाएगी जिवें साडे पाकिस्तान आ जाती है ठीक है ना इंज नहीं हुंदा God is always everlasting to everlasting unchangeable unshakenable kingdom खुदा दी हजूरी खुदा दा तख्त उत्थे मौजूद है
ਅਗੇਨ ਐਵਰੀ ਟਾਈਮ ਤੁਸੀਂ ਵੇਖੋਗੇ ਕਿ ਜ਼ਬੂਰ ਨਵੀਸ ਇੰਡੀਵਿਜੂਅਲਿਜ਼ਮ ਤੋਂ ਸ਼ੁਰੂ ਕਰਦਾ ਵੇ ਐਂਡ ਆਲਵੇਜ਼ ਕਨਕਲੂਡ ਵਿਦ ਦ ਕਮਿਊਨਿਟੀ ਔਰ ਕਮਿਊਨਲ ਆਵਾਜ਼। ਉਹਨੂੰ ਹਮੇਸ਼ਾ ਆਪਣੇ ਲੋਕਾਂ ਦੀ, ਆਪਣੀ ਕਮਿਊਨਿਟੀ ਦੀ ਫਿਕਰ ਪਈ ਰਹਿੰਦੀ ਹੈ, ਠੀਕ ਹੈ। ਔਰ ਆਖਰੀ ਆਇਤ 11ਵੀਂ ਕੀ ਕਹਿ ਰਿਹਾ, खुदावंद अपनी उम्मत को जोर बख्शेगा। यानी क्या, खुदावंद मेरा बिजनेस ਵਧਾ ਦੇ ਤੇ ਮੇਰਾ ਕੰਮ ਇਹ ਕਰ ਦੇ ਤੇ ਮੈਨੂੰ ਫਲਾਣੀ ਗੱਡੀ ਦੇ ਹੜ, ਫਲਾਣੀ ਮੈਨੂੰ ਫਲਾਣੀ ਜਗ੍ਹਾ ਮੇਰਾ ਵਿਆਹ ਕਰਾ ਦੇ ਤੇ ਫਲਾਣੀ ਜਗ੍ਹਾ ਤੇ ਮੈਨੂੰ ਨੌਕਰੀ ਮਿਲ ਜਾਏ ਤੇ ਫਲਾਣੀ ਜਗ੍ਹਾ ਇਹ ਹੋ ਜਾਏ ਤੇ ਉਹ ਹੋ ਜਾਏ। नो नो, ही इज ऑलवेज टॉकिंग अबाउट व्हाट, कम्युनिटी। ਕਿ ਮੇਰਾ ਜੋ ਵੀ ਗਿਫਟ ਹੈ, ਮੇਰਾ ਜੋ ਵੀ ਕੰਮ ਹੈ, ਉਹਦਾ ਮੇਰੀ ਕਮਿਊਨਿਟੀ ਨੂੰ ਕੀ ਫਾਇਦਾ ਹੋਵੇ, ਠੀਕ ਹੈ। ਤੁਹਾਨੂੰ ਪਤਾ ਵੀ ਮੂਸਾ ਨੇ ਜਦੋਂ ਕਿਹਾ ਸੀ ਨਾ ਖੁਦਾ ਨੂੰ ਮੈਨੂੰ ਆਪਣਾ ਜਲਾਲ ਵਹਾ, ਤੁਹਾਨੂੰ ਪਤਾ ਉੱਥੇ ਮੂਸਾ ਨੇ ਰਿਕੁਐਸਟ ਕੀ ਕੀਤੀ ਸੀ। ਐਕਚੁਅਲੀ ਮੋਜ਼ਿਸ ਵਾਜ਼ ਅ ਸਮਾਰਟ ਪਰਸਨ। ਮਤਲਬ ਮੈਂ ਜਦੋਂ ਮੂਸਾ ਦੇ ਕਰੈਕਟਰ ਨੂੰ ਗੌਰ ਕਰਨਾ, ਹੀ ਆਲਵੇਜ਼ ਫੈਸੀਨੇਟ ਮੀ, ਕਿਉਂਕਿ ਬਨੀ ਇਸਰਾਇਲ ਜਿਹੜੇ ਹਨ ਨਾ, ਉਹ ਖੁਦਾ ਦਾ ਗੁਨਾਹ ਕਰਕੇ ਤੇ ਖੁਦਾ ਉਹਨਾਂ ਦੇ ਵਿੱਚੋਂ ਬਾਹਰ ਹੋ ਗਿਆ ਹੈ। ਖੁਦਾ ਨੇ ਕਿਹਾ ਮੈਂ ਇਹਨਾਂ ਦੇ ਨਾਲ ਟੁਰਨਾ ਹੀ ਨਹੀਂ ਹੈ। ਇਹ ਗਰਦਨਕਸ਼ ਕੌਮ ਹੈ, ਇਹਨਾਂ ਨੂੰ ਜੋ ਮਰਜ਼ੀ ਦੇ ਹੜੋ, ਇਹਨਾਂ ਦੀ ਬੁੜਬੜਾਹਟ ਨਹੀਂ ਮੁੱਕਦੀ, ਇਹਨਾਂ ਦੇ ਕੰਮ ਹੀ ਨਹੀਂ ਮੁੱਕਦੇ, ਠੀਕ ਹੈ। ਮੂਸਾ ਨੇ ਕਿਹਾ ਖੁਦਾ ਨੂੰ ਆਪਣਾ ਜਲਾਲ ਵਹਾਨ ਦੇ ਜਿਵੇਂ ਖੁਦਾ ਲੰਘਿਆ ਨਾ, ਮੂਸਾ ਡਿੱਗ ਪਿਆ ਕੇ ਆਂਦਾ ਖੁਦਾਵੰਦ ਮੇਰੀ ਰਿਕੁਐਸਟ ਹੈ ਵੇ। ਰਿਕੁਐਸਟ ਕੀ ਹੈ? ਤੂੰ ਬਨੀ ਇਸਰਾਇਲ ਦਾ ਗੁਨਾਹ ਮਾਫ ਕਰ, ਜੇ ਇਹਨਾਂ ਦਾ ਮਾਫ ਨਹੀਂ ਨਾ ਕਰਨਾ ਤੇ ਮੇਰਾ ਨਾਮ ਹੀ ਕੱਟ ਦੇ। ਓਹੋ ਹੋ, ਇੰਟਰਸਟਿੰਗਲੀ ਉਹ ਕਹਿੰਦਾ ਜੀ ਖੁਦਾਵੰਦ ਮੈਨੂੰ ਪਰਸਨਲ ਪ੍ਰਿਵਿਲੇਜ ਨਹੀਂ ਚਾਹੀਦੀਆਂ, ਮੈਨੂੰ ਪਰਸਨਲ ਕੁਝ ਵੀ ਨਹੀਂ ਚਾਹੀਦਾ, ਤੂੰ ਮੇਰੀ ਕੌਮ, ਮੇਰੀ ਕਲੀਸਿਆ, ਮੇਰੀ ਉਮਤ ਨੂੰ ਲੈ ਕੇ ਚੱਲ, ਇਹਨਾਂ ਦੇ ਅੱਗੇ ਅੱਗੇ ਲੱਗ, ਇਹਨਾਂ ਦਾ ਆਗੂ ਹੋ, ਇਹਨਾਂ ਨੂੰ ਛੱਡ ਨਾ ਦੋ। ਦੈਟ ਇਜ਼ ਦ ਪਾਵਰ ਆਫ ਕਮਿਊਨਿਟੀ, ਦੇ ਨੋ। ਇਹ ਮੈਂ ਪਰਸੋਂ ਮੈਂ ਗੁਰਦੁਆਰੇ ਹਾਂ, ਪਰਸੋਂ ਨਹੀਂ ਬਲਕਿ ਕੱਲ ਸਾਂ, ਪਰਸੋਂ ਹਾਂ, ਸੰਡੇ ਨੂੰ ਗਿਆ ਸਾਂ, ਸੰਡੇ ਨੂੰ, ਹਾਂਜੀ ਕੱਲ। ਉਹ ਮੈਨੂੰ ਗੁਰਦੁਆਰੇ ਨੇ ਬੁਲਾਇਆ ਤੇ ਮੈਂ ਤਵੱਕੋ ਨਹੀਂ ਕਰਨ ਡਿਆ ਕਿ ਮੈਨੂੰ ਉਹ ਕਹਿਣਗੇ ਜੀ ਕਿ ਤੁਸੀਂ ਕੁਝ ਥਾਟ ਵੀ ਸ਼ੇਅਰ ਕਰੋ, ਆ ਕੇ ਬੋਲੋ ਸਾਹਮਣੇ। ਅਸੀਂ ਥਾਟ ਜਾ ਕੇ ਬਵਾਂਗੇ ਆਰਾਮ ਨਾਲ, ਜਿਹੜੇ ਸਾਡੇ ਦੋਸਤ ਨੇ, ਫੈਲੋਸ਼ਿਪ ਕਰਾਂਗੇ ਛੋਟੀ ਮੋਟੀ, ਲੰਗਰ ਸ਼ੰਗਰ ਖਾਵਾਂਗੇ ਤੇ ਆ ਜਾਵਾਂਗੇ, ਠੀਕ ਹੈ ਨਾ। ਕੋਈ ਆਪਣਾ ਜਿਹਦਾ ਜ਼ਹਨ ਸੀ ਤੇ ਲੇਕਿਨ ਜਦੋਂ ਗਏ ਤਾਂ ਉਹਨਾਂ ਮੈਨੂੰ ਫੋਨ ਕੀਤਾ ਕਿ ਜੀ ਤੁਹਾਂ ਕੋਈ ਨਾ 10 ਕੁ ਮਿੰਟ ਤੁਹਾਂ ਬੋਲਣਾ ਹੈ। ਅੱਛਾ, ਮੈਂ ਕਿਹਾ ਜੀ ਹੁਣ ਮੈਂ ਪਹਿਲੀ ਵਾਰੀ ਗੁਰਦੁਆਰੇ ਜਾ ਰਿਹਾ ਵਾਂ, ਉੱਤੋਂ ਮੈਂ ਅੱਗੇ ਵਾਰ ਪਹਿਲਾਂ ਵੀ ਗਿਆ ਲੇਕਿਨ ਬਹਿ ਕੇ ਆ ਗਏ ਹਾਂ, ਬੋਲਣਾ ਉੱਥੇ ਮੈਂ ਕੀ ਹੈ, ਵਾਟ ਆਈ ਐਮ ਗੋਇੰਗ ਟੂ ਟਾਕ ਅਬਾਊਟ। ਇਹ ਇੱਕ ਅਲੱਗ ਸਟੋਰੀ ਹੈ, ਮੈਨੂੰ ਕਿਸੇ ਹੋਰ ਟਾਈਮ ਦੱਸਾਂਗਾ। ਲੇਕਿਨ ਜਿਹੜਾ ਮੈਂ ਸਟੋਰੀ ਬਿਆਨ ਕਰਨ ਦਾ ਮਕਸਦ ਕੀ ਹੈ, ਐਵੇਂ ਕਿ ਮੈਂ ਉਹਨਾਂ ਨੂੰ ਇਹ ਦੱਸਿਆ ਜੀ ਕਿ ਜਿਹੜੀ ਸਾਡੀ ਇੱਥੇ ਕਲਚਰਲ ਇੰਗੇਜਮੈਂਟ ਹੈ ਥਰੂ ਕਮਿਊਨਿਟੀ, ਕਿਉਂਕਿ ਸਿੱਖ ਮਤੀ ਦੇ 3 ਨਾ ਮੇਨ, ਸਿਮਰਨ, ਸੇਵਾ ਤੇ ਸੰਗਤ। ਮੈਂ ਕਿਹਾ ਜਿਹੜੀ ਸੰਗਤ ਹੈ ਨਾ, ਗੈਦਰਿੰਗ, ਦਿਸ ਇਜ਼ ਆਲਸੋ ਕ੍ਰਿਸਚਨ ਕਨਸੈਪਟ, ਕਿ ਤੁਸੀਂ ਜਦੋਂ ਸੰਗਤ ਵਿੱਚ ਆਉਂਦੇ ਹੋ, ਸੰਗਤ ਜਿਹੜੀ ਇਮਾਨਦਾਰਾਂ ਦੀ ਹੁੰਦੀ ਹੈ, ਖੁਦਾ ਦੇ ਲੋਕਾਂ ਦੀ ਜਿਹੜੀ ਸੰਗਤ ਹੁੰਦੀ ਹੈ, that is a communal response and a challenge to individualism in the society, ਜਿੱਥੇ ਹਰ ਬੰਦਾ ਮੈਂ, ਮੇਰੀ, ਮੈਨੂੰ ਕੀ ਮਿਲਣਾ, ਮੇਰੇ ਰਾਈਟਸ, ਪਰਸਨਲ ਰਾਈਟ, ਮਾਈ ਬਾਡੀ, ਮਾਈ ਵਿਸ਼, ਮੇਰੀ ਗੱਡੀ ਤੇ ਮੇਰਾ ਘਰ ਤੇ ਮੇਰਾ ਹਰ ਚੀਜ਼ ਮੈਂ ਹੋਣ ਡਈ ਹੈ। ਉੱਥੇ this is a voice where we say ਹਮਾਰੀ, we, us, not ਮੈਂ ਕੱਲੀ ਜਾਂ ਮੈਂ ਕੱਲੀ, how we are going to be part of that community, better together is better। so खुदावंद अपनी उम्मत को सलामती की बरकत देगा जी। बरकत आखिर की दुआ करना, बेनेडिक्शन कादी बरकत देगा, सलामती दी। खुदा दे लोकां ਨੂੰ ਦਾਵਤ ਦਿੰਦਾ ਵੀ ਆਓ ਖੁਦਾ ਦੀ ਆਵਾਜ਼ ਨੂੰ ਸੁਣੋ, ਜਾਣੋ, ਪਛਾਣੋ, ਐਂਡ ਦੈਨ ਵੀ ਨੋ ਜੀ ਕਿ ਖੁਦਾ ਆਪਣੀ ਉਮਤ ਨੂੰ ਬਰਕਤ ਦੇਗਾ। ਤੁਸੀਂ ਇਹ ਵੇਖੋ ਕਿ ਉਮਤ ਨੂੰ ਬਰਕਤ ਜਿਹੜੀ ਅਸੀਂ ਵੇਖਦੇ ਜੀ, ਖੁਦਾਵੰਦ ਯਿਸੂ ਮਸੀਹ ਦੇ ਵਸੀਲੇ ਖੁਦਾ ਨੇ ਪੂਰੀ ਦੁਨੀਆ ਵਾਸਤੇ ਬਰਕਤ ਦੇ ਦਰਵਾਜ਼ੇ खोल देते ने। इसलिए यीशु मसीह क्या सी, मेरी जो भेड़ें हैं मेरी आवाज़ सुनती हैं। पौलुस रसूल कहता वे ईमान सुनने से पैदा होता है और सुनना कितों, मसीह के कलाम में से, ठीक है जी। ऐसे इमेज ਨੂੰ ਲੈ ਕੇ ਯਹੋਨਾ ਮੁਕਾਸ਼ਫਾ ਦੇ ਵਿੱਚ ਪਹਿਲੇ ਬਾਬ ਦੀ 15ਵੀਂ ਆਇਤ, 19 ਬਾਬ ਦੀ 6ਵੀਂ ਆਇਤ ਤੇ 14 ਬਾਬ ਦੀ 2ਰੀ ਆਇਤ ਦੇ ਵਿੱਚ सेम रोरिंग वाटर्स, जोर के पानियों की आवाज़, सेम वही इमेज यूज़ करता है ਜਿਹੜਾ ਹਿਜ਼ਕੀਲ ਨੇ ਯੂਜ਼ ਕੀਤਾ ਵੇ ਔਰ ਜਿਹੜਾ ਜ਼ਬੂਰ ਨਵੀਸ ਨੇ ਇਸਤੇਮਾਲ ਕੀਤਾ ਵੇ ਕਿ ਖੁਦਾ ਦੀ ਆਵਾਜ਼ ਗਰਜਦਾਰ ਔਰ ਜ਼ੋਰਾਵਰ ਆਵਾਜ਼ ਹੈ। ਸੋ ਮੇਰੇ ਅਜ਼ੀਜ਼ੋ, ਏਲੀਆ ਨਬੀ ਅੰਗਰੋਂ ਬਾਜ਼ ਅਕਰ ਖੁਦਾ ਲਾਜ਼ਮੀ ਨਹੀਂ ਹੈ ਕਿ ਗਰਜਦਾਰ ਜ਼ੋਰ ਆਵਾਜ਼ ਨਾਲ ਹੀ ਬੋਲੇ। ਖੁਦਾ ਸਾਡੇ ਨਾਲ ਕਦੇ ਕਦੇ ਧੀਮੀ ਹਲਕੀ ਆਵਾਜ਼ ਨਾਲ ਹੀ ਬੋਲਦਾ ਵੇ। ਖੁਦਾ ਮੁਖਤਲਿਫ ਮੀਡੀਅਮ ਯੂਜ਼ ਕਰਦਾ ਹੈ। ਐਂਜਲ ਨੇ ਜਿਵੇਂ ਆਪਣੀ ਤਮਸੀਲ ਦਿੱਤੀ ਸੀ, ਕਈ ਵਾਰੀ ਖੁਦਾ ਦੇ ਖਾਦਮਾਂ ਨੂੰ ਕਲਾਮ ਖੁਦਾ ਇੰਦਾ ਦਿੰਦਾ ਵੇ, ਉਹਨਾਂ ਨਹੀਂ ਪਤਾ ਹੁੰਦਾ ਕਿ ਅੱਗੇ ਕਿੰਨਾ ਵਾਸਤੇ ਕਲਾਮ ਕੀ ਹੋਏਗਾ, ਬਟ ਗॉड ਨੋਜ਼ ਈਚ ਐਂਡ ਇੰਡੀਵਿਜੂਅਲ person's need and God used that medium। ਬਾਜ਼ ਔਕਾਤ ਖੁਦਾ ਖਾਬ ਔਰ ਰੋਇਆ ਦੇ ਵਸੀਲੇ ਕਮਿਊਨੀਕੇਟ ਕਰਦਾ ਵੇ, ਬਾਜ਼ ਔਕਾਤ ਖੁਦਾ ਖਾਦਮਾਂ ਦੇ ਵਸੀਲੇ, ਬਾਜ਼ ਔਕਾਤ ਰਿਟਨ ਬੁੱਕਸ ਦੇ ਵਸੀਲੇ, ਬਾਜ਼ ਔਕਾਤ ਆਨਲਾਈਨ ਦੇ ਵਸੀਲੇ। ਸੋ ਈਚ ਐਂਡ ਐਵਰੀ ਚੈਨਲ ਜਿਹੜਾ ਕਮਿਊਨੀਕੇਟ ਕਰਦਾ ਖੁਦਾ ਦੇ ਕਲਾਮ ਨੂੰ, ਵੀ ਸ਼ੁੱਡ ਯੂਜ਼ ਐਂਡ ਵੀ ਸ਼ੁੱਡ ਪ੍ਰਮੋਟ ਦੈਟ ਵਨ। ਇਸੇ ਲਈ ਅਸੀਂ ਜਿਹੜਾ ਮੰਡੇ ਸਾਡੇ ਕਲੀਸਿਆ ਇਤਵਾਰ ਨੂੰ ਵਿਚਾਰੀ ਥੱਕ ਟੁੱਟ ਕੇ ਸਣੇ ਪਾਦਰੀ ਅਸੀਂ ਹੁੰਦੇ ਹਾਂ, ਉਹਦੇ ਬਾਵਜੂਦ ਅਸੀਂ ਮੰਡੇ ਦੀ ਸ਼ਾਮ ਨੂੰ ਵੀ ਆਰ ਹੇਅਰ ਬਿਕਾਜ਼ ਵੀ ਨੋ ਦੈਟ ਵੀ are communicating God's voice। We doesn't know
ਕਿਹੜਾ ਬੰਦਾ ਕਿੱਥੇ ਬੈਠਾ, ਉਹਨੂੰ ਕੀ ਸ਼ਾਇਦ ਚਾਹੀਦੀ ਹੈ, ਲੇਕਿਨ ਖੁਦਾ ਬੋਲਦਾ ਉਹਦੇ ਨਾਲ। ਤਾਂ ਖੁਦਾਵੰਦ ਸਾਨੂੰ ਆਪਣੀ ਖਿਦਮਤ ਕਰਨ ਦਾ ਔਰ ਕਮਿਊਨੀਕੇਸ਼ਨ ਕਰਨ ਦਾ ਫਜ਼ਲ ਅਤਾ ਫਰਮਾਏ। ਆਮੀਨ। 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 ਥੈਂਕ ਯੂ ਪਾਸਟਰ ਜੀ। ਮੈਂ ਇਨਵਾਈਟ ਕਰਦੀ ਹਾਂ ਅੰਕਲ ਜੋਸ਼ਨ ਨੂੰ ਕਿ ਉਹ ਆਪਣੇ ਸਵਾਲ ਤੇ ਆਪਣੀ ਕਮੈਂਟਰੀ ਸਾਡੇ ਸਾਰਿਆਂ ਨਾਲ ਸ਼ੇਅਰ ਕਰਨ। ਅੱਜ ਦਾ ਜ਼ਬੂਰ ਬਹੁਤ ਹੀ ਅੱਛਾ ਜ਼ਬੂਰ ਹੈ ਤੇ ਪਾਸਟਰ ਜੀ ਨੇ ਵੀ ਬੜੇ ਅੱਛੇ ਤਰੀਕੇ ਦੇ ਨਾਲ ਉਸ ਨੂੰ ਸੁਣਾਇਆ ਜਿਸ ਤਰ੍ਹਾਂ ਖੁਦਾ ਨੇ ਉਹਨਾਂ ਨੂੰ ਗਾਈਡ ਕੀਤਾ। ਮੈਂ ਗੱਲ ਕਹਾਂਗਾ ਕਿ ਵੀ ਅਸੀਂ ਕਈ ਵਾਰੀ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਪਰੇਸ਼ਾਨੀਆਂ ਨੇ ਨਾ, ਉਹਨਾਂ ਨੂੰ ਲੈ ਕੇ ਬੜੇ ਪਰੇਸ਼ਾਨ ਹੋ ਜਾਂਦੇ ਆ। ਸੋ ਪਰੇਸ਼ਾਨ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ। ਜਦੋਂ ਅਸੀਂ ਆਪਣੇ ਆਪ ਨੂੰ ਕਹਿੰਦੇ ਹਾਂ ਕਿ ਅਸੀਂ ਖੁਦਾ ਨੂੰ ਦਿੱਤਾ ਹੈ, ਤੇ ਉਹ ਖੁਦਾ ਹੀ ਹੈ ਜਿਹੜਾ ਫਿਰ ਉਹਨਾਂ ਨੂੰ ਹੱਲ ਕਰਦਾ ਹੈ, ਕਿਉਂਕਿ ਖੁਦਾ ਤੋਂ ਵੱਡੀ ਤਾਕਤ ਹੋਰ ਕੋਈ ਤਾਕਤ ਨਹੀਂ ਹੈ। ਮੈਂ ਆਪਣੀ ਜਿਉਂਦਾ ਮੈਂ ਜ਼ਿਆਦਾ ਖੁਦਾ ਦੀ ਨਜ਼ਦੀਕੀ ਦੇ ਵਿੱਚ ਹੋਇਆ। ਮੈਨੂੰ ਕੋਈ ਚੀਜ਼ ਮਿਲਦੀ ਹੈ ਜਾਂ ਨਹੀਂ ਮਿਲਦੀ ਹੈ, ਮਗਰ ਮੈਂ ਇਹੋ ਹੀ ਕਹਿ ਦਿੰਦਾ, ਖੁਦਾ ਤੂੰ ਬਿਹਤਰ ਜਾਣਦਾ, ਮੈਂ ਤੇਰੇ ਹੱਥਾਂ ਦੇ ਵਿੱਚ ਆਪਣੇ ਆਪ ਨੂੰ ਸਪੁਰਦ ਕੀਤਾ, ਤੂੰ ਇਹਨਾਂ ਨੂੰ ਹੱਲ ਕਰ, ਔਰ ਤੂੰ ਕਰੇਗਾ। ਤੇ ਉਹ ਖੁਦਾ ਕਰਦਾ, ਖੁਦਾ ਹਿੰਮਤ ਦਿੰਦਾ, ਤਾਕਤ ਦਿੰਦਾ। And ਮੈਂ ਇਸ ਤਰ੍ਹਾਂ explain ਕੀਤਾ ਕਿ throughout history God has revealed his power through mighty miracles over nature, such as the great flood ਜਿਹੜਾ Genesis ਦੇ ਵਿੱਚ 6:9 ਦੇ ਵਿੱਚ ਦੱਸਿਆ ਗਿਆ। He promises to continue to reveal his power for us to understand how great God's power is. ਇਫਸੀਆਂ ਦੇ ਵਿੱਚ ਹੈ, ਪਹਿਲਾ ਬਾਪ ਉਹਦੀ 18 ਤੋਂ 23 ਆਇਤ ਹੈ। The same power that raised Christ from the dead is available to help us with our daily problems. When you feel weak and limited, don't despair. Remember that God can give you strength, the power that controls creation, and raise that is available to you. That's it. ਥੈਂਕ ਯੂ ਅੰਕਲ ਜੋਸ਼ੂਆ। ਮੈਂ ਹੁਣ ਆਂਟੀ ਜੋਤੀ ਨੂੰ ਇਨਵਾਈਟ ਕਰਦੀ ਹਾਂ ਕਿ ਉਹ ਵੀ ਆਪਣੇ ਸਵਾਲ ਤੇ ਆਪਣੀ ਕਮੈਂਟਰੀ ਸਾਡੇ ਸਾਰਿਆਂ ਨਾਲ ਸ਼ੇਅਰ ਕਰਨ। ਹੋਰ ਫਿਰ ਸਾਰਿਆਂ ਨੂੰ ਜੈ ਮਸੀਹ ਦੀ। ਅੱਜ ਦਾ ਜਿਹੜਾ ਜ਼ਬੂਰ ਹੈ ਬੜਾ ਪਾਵਰਫੁਲ ਜ਼ਬੂਰ ਹੈ ਇਹ, ਔਰ ਇਹਦੇ ਵਿੱਚ ਖਾਸ ਕਰਕੇ ਪ੍ਰਭੂ ਦੀ ਵੌਇਸ ਦਾ, ਪ੍ਰਭੂ ਦੀ ਆਵਾਜ਼ ਸੁਣਨ ਬਾਰੇ, ਔਰ ਪ੍ਰਭੂ ਦੀ ਆਵਾਜ਼ ਕਿਸ ਤਰ੍ਹਾਂ ਦੀ ਹੈ, ਔਰ ਪ੍ਰਭੂ ਦੀ ਆਵਾਜ਼ ਨਾਲ ਕੀ ਕੁਛ ਹੋ ਸਕਦਾ, ਉਹ ਸਾਰਾ ਇਸ ਦੇ ਵਿੱਚ ਲਿਖਿਆ ਹੈ। ਔਰ ਜਿਹੜੀਆਂ ਇਸ ਦੇ ਵਿੱਚ ਗੱਲਾਂ, ਜਿਸ ਤਰ੍ਹਾਂ ਪਾਸਟਰ ਜੀ ਨੇ ਸਾਨੂੰ ਬਹੁਤ ਚੰਗੇ ਤਰੀਕੇ ਦੇ ਨਾਲ, ਸ਼ਾਇਦ ਸਾਨੂੰ ਪੜ੍ਹਨ ਦੇ ਵਿੱਚ ਉਹਨਾਂ ਨਹੀਂ ਪਤਾ ਲੱਗਦਾ, ਲੇਕਿਨ ਜਦੋਂ ਅਸੀਂ ਸੁਣਦੇ ਹਾਂ ਔਰ ਉਸਨੂੰ ਸਮਝਦੇ ਹਾਂ, ਉਦੋਂ ਸਾਨੂੰ ਪਤਾ ਲੱਗਦਾ ਕਿ ਖੁਦਾ ਕਿੰਨਾ ਮਹਾਨ ਹੈ ਔਰ ਕਿਸ ਤਰ੍ਹਾਂ ਦੇ ਉਹ ਪ੍ਰਭੂ ਨੇ ਕੰਮ ਸਾਡੇ ਲਈ ਕੀਤੇ ਆ। ਔਰ ਇਸ ਦੇ ਵਿੱਚ ਸਾਰਾ ਜਿਸ ਤਰ੍ਹਾਂ ਪੁਰਾਣੇ ਨਿਯਮ ਵਿੱਚ ਵੀ ਲਿਖਿਆ ਹੈ, ਮੂਸਾ ਦੇ ਟਾਈਮ ਦਾ ਔਰ ਨੂਹ ਦੇ ਟਾਈਮ ਦਾ, ਜੋ ਵੀ ਪ੍ਰਭੂ ਨੇ ਉਹਨਾਂ ਨੂੰ ਹੁਕਮ ਦਿੱਤੇ ਸੀ, ਉਹ ਸਾਰੇ ਇਸ ਦੇ ਵਿੱਚ ਮੈਂ ਪੜ੍ਹਦੀ ਸੀਗੀ ਪਹਿਲਾਂ ਵੀ। ਇਹ 2-3 ਆਇਤਾਂ ਮੈਨੂੰ ਬਹੁਤ ਵਧੀਆ ਲੱਗੀਆਂ, ਕਿਉਂਕਿ ਖੁਦਾ ਦੀ ਆਵਾਜ਼ ਦੇ ਨਾਲ ਹੀ ਸਭ ਕੁਛ ਬਣਿਆ। ਪ੍ਰਭੂ ਦੀ ਇੱਕ ਸ਼ਬਦ ਬੋਲਣ ਦੇ ਨਾਲ ਪ੍ਰਭੂ ਨੇ ਪੂਰੀ ਦੁਨੀਆ ਨੂੰ ਕ੍ਰੀਏਟ ਕੀਤਾ, ਪਾਣੀਆਂ ਨੂੰ ਵੱਖ ਕੀਤਾ, ਜਿਸ ਤਰ੍ਹਾਂ ਪਾਸਟਰ ਜੀ ਨੇ ਦੱਸਿਆ ਕਿ ਖੁਦਾਵੰਦ ਨੇ ਪਾਣੀਆਂ ਦੇ 2 ਹਿੱਸੇ ਕੀਤੇ ਔਰ ਜ਼ਮੀਨ ਅਸਮਾਨ ਬਣਾਇਆ ਔਰ ਧਰਤੀ ਨੂੰ ਨਿਕਾਲਿਆ, ਔਰ ਖੁਦਾਵੰਦ ਦੇ ਬੋਲਣ ਦੇ ਨਾਲ ਹੀ ਸਭ ਕੁਛ ਕ੍ਰੀਏਸ਼ਨ ਹੋਈ ਹੈ। ਔਰ ਪ੍ਰਭੂ ਦੀ ਆਵਾਜ਼ ਇੰਨੀ ਪਾਵਰਫੁਲ ਹੈ ਕਿ ਖੁਦਾਵੰਦ ਜਦੋਂ ਵੀ ਆਪਣੇ ਲੋਕਾਂ ਨਾਲ, ਆਪਣੇ ਦਾਸਾਂ ਨਾਲ ਗੱਲ ਕਰਦਾ ਸੀ, ਉਹ ਪ੍ਰਭੂ ਨੂੰ ਦੇਖ ਨਹੀਂ ਸੀ ਸਕਦੇ, ਪਰ ਉਸ ਵਕਤ ਕੰਬ ਜਾਂਦੇ ਸੀ ਜਦੋਂ ਖੁਦਾਵੰਦ ਉਹਨਾਂ ਦੇ ਅੱਗੇ ਅੱਗੇ ਚੱਲਦਾ ਸੀ ਔਰ ਉਹਨਾਂ ਦੀ ਅਗਵਾਈ ਕਰਦਾ ਸੀ। ਅਸੀਂ ਵੀ ਇਸੇ ਤਰ੍ਹਾਂ ਕਿ ਪ੍ਰਭੂ ਦੀ ਆਵਾਜ਼ ਅਸੀਂ ਸੁਣਦੇ ਹਾਂ, ਹਰ ਵਕਤ ਸੁਣਦੇ ਹਾਂ, ਜਦੋਂ ਅਸੀਂ ਪ੍ਰਾਰਥਨਾ ਵਿੱਚ ਵੀ ਹੁੰਦੇ ਹਾਂ, ਜਾਂ ਅਸੀਂ ਕੋਈ ਵੀ ਅੱਗੇ ਚੱਲਦੇ ਹਾਂ, ਜਾਂ ਅਸੀਂ ਚੱਲਦੇ ਵੀ ਜਦੋਂ ਸਾਨੂੰ ਦਿਮਾਗ ਵਿੱਚ ਕੋਈ ਗੱਲ ਹੁੰਦੀ ਹੈ, ਪਰ ਖੁਦਾਵੰਦ ਸਾਨੂੰ ਪਹਿਲੋਂ ਕਹਿੰਦਾ ਨਹੀਂ, ਇਸ ਤਰ੍ਹਾਂ ਨਹੀਂ। ਪਰ ਸਾਡੇ ਦਿਮਾਗ ਵਿੱਚ ਇਹ ਗੱਲ ਹੁੰਦੀ ਆ ਕਿ ਨਹੀਂ, ਅਸੀਂ ਇਸ ਤਰ੍ਹਾਂ ਨਹੀਂ ਕਰਨਾ, ਜਾਂ ਸਾਨੂੰ ਇਹ ਪ੍ਰਭੂ ਆਗਿਆ ਨਹੀਂ ਦਿੰਦਾ। ਅਸੀਂ ਵੀ ਜਦੋਂ ਪ੍ਰਾਰਥਨਾ ਕਰੀਏ, ਅਸੀਂ ਖੁਦਾ ਨੂੰ ਇਹੀ ਕਹੀਏ ਕਿ ਖੁਦਾਵੰਦ ਸਾਡੀ ਮਰਜ਼ੀ ਨਹੀਂ ਬਲਕਿ ਤੇਰੀ ਮਰਜ਼ੀ ਪੂਰੀ ਹੋਵੇ, ਕਿਉਂਕਿ ਖੁਦਾ ਦੀ ਮਰਜ਼ੀ ਤੋਂ ਬਿਨਾਂ ਆਪਣੇ ਲਈ ਕੁਛ ਨਹੀਂ ਮੁਮਕਿਨ ਨਹੀਂ ਹੈ। ਲੇਕਿਨ ਪ੍ਰਾਰਥਨਾ ਦੇ ਵਿੱਚ ਇੰਨੀ ਪਾਵਰ ਹੈ ਕਿ ਖੁਦਾਵੰਦ ਦੀ ਆਵਾਜ਼ ਜਦੋਂ ਅਸੀਂ ਸੁਣਦੇ ਹਾਂ ਔਰ ਸਾਡੀਆਂ ਜ਼ਿੰਦਗੀਆਂ ਬਦਲ ਜਾਂਦੀਆਂ। ਮੇਰੇ ਇਸ ਜ਼ਬੂਰ ਦੇ ਵਿੱਚ ਬਹੁਤ ਹੀ ਕੁਝ ਸਿੱਖਣ ਲਈ ਅੱਜ ਮੈਨੂੰ ਮਿਲਿਆ, ਔਰ ਮੈਂ ਕਦੀ ਇਸ ਜ਼ਬੂਰ ਨੂੰ ਪੜ੍ਹਿਆ ਨਹੀਂ, ਲੇਕਿਨ ਜਦੋਂ ਪਾਸਟਰ ਜੀ ਨੇ ਦੱਸਿਆ ਔਰ ਖੁਦਾਵੰਦ ਨੇ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਵੀ ਇਹ ਸਾਰੇ ਕੰਮ ਕੀਤੇ ਔਰ ਅਸੀਂ ਇਸਨੂੰ ਮਹਿਸੂਸ ਕਰ ਸਕਦੇ ਹਾਂ। ਔਰ ਸਾਡਾ ਤਾਂ ਇਹ ਇੱਕ ਕਹਿਣਾ ਕਿ ਤੁਸੀਂ ਵੀ ਹਰ ਇੱਕ ਦਿਨ ਇੱਕ ਜ਼ਬੂਰ ਜ਼ਰੂਰ ਪੜ੍ਹੋ। ਜਿੰਨੇ ਵੀ ਸਾਨੂੰ ਇਸ ਵਕਤ ਆਨਲਾਈਨ ਦੇਖਦੇ ਹਨ, ਕਿ ਖੁਦਾਵੰਦ ਤੁਹਾਨੂੰ ਆਪਣੇ ਆਪ ਨੌਲੇਜ ਦਿੰਦਾ ਹੈ ਕਿ ਉਸ ਜ਼ਬੂਰ ਦੇ ਵਿੱਚ ਤੁਹਾਨੂੰ 1-2 ਆਇਤਾਂ ਐਸੀਆਂ ਮਿਲ ਜਾਂਦੀਆਂ ਜੋ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਕੰਮ ਆਉਣੀਆਂ ਔਰ ਤੁਹਾਡੀ ਜ਼ਿੰਦਗੀ ਨੂੰ ਬਦਲ ਸਕਦੀਆਂ। ਆਮੀਨ।
ਆਮੀਨ। ਆਮੀਨ। ਥੈਂਕ ਯੂ ਆਂਟੀ। ਮੈਂ ਹੁਣ ਇਨਵਾਈਟ ਕਰਦੀ ਹਾਂ ਅੰਕਲ ਕਾਸ਼ਿਫ ਨੂੰ ਕਿ ਉਹ ਵੀ ਆਪਣੇ ਕਮੈਂਟਸ ਸਾਡੇ ਨਾਲ ਸ਼ੇਅਰ ਕਰਨ ਤੇ ਨਾਲ ਇਸ ਜ਼ਬੂਰ ਦੇ ਆਖਰੀ ਆਇਤਾਂ ਸਾਨੂੰ ਗਾ ਕੇ ਸੁਣਾਉਣਗੇ। थैंक यू एंजल। बड़ी अच्छी कमेंट्री सारियां ने शेयर कर दी है। अपना आवाज खुदा दी सुनन दे बारे च मैं ऑलरेडी एक्सप्लेन कर दिता कि किस तरह खुदा ने साडी जिंदगी च मेरी जिंदगी च अपनी आवाज नू जाहिर किया। ते मैं हुन इस ज़बूर दे बाकी जड़े कुछ सारे नहीं गावांगा लेकिन आखिरी कुछ आयतां जड़ियां ने वो गा के सुनावांगा। जोर वालियो जाहिर करो खुदावंदा जलाल, जोर वालियो जाहिर करो खुदावंदा जलाल, खुदावंद दी ही जानो सब कुदरत ते कमाल, खुदावंद दी ही जानो सब कुदरत ते कमाल। चीर सुटदी सारियां लांबा यहोवा दी आवाज, चीर सुटदी सारियां लांबा यहोवा दी आवाज, सब जंगल भी कंब उठदे रब दी आवाज दे नाल। जोर वाले जाहिर करो खुदावंदा जलाल, खुदा दे घर विच सारे ए रल के कहंदे हन, खुदा दे घर विच सारे ए रल के कहंदे हन, तारीफ खुदा दी होवे उसदा जलाल। जोर वाले जाहिर करो खुदावंदा जलाल, जोर बख्शदा है खुदावंद सब अपने लोकां नू, जोर बख्शदा है खुदावंद सब अपने लोकां नू, सलामती बरकत दे के वो करदा है खुशहाल। जोर वाले जाहिर करो खुदावंदा जलाल, खुदावंद दी ही जानो सब कुदरत ते कमाल। आमीन। ਆਮੀਨ। ਆਮੀਨ। ਥੈਂਕ ਯੂ ਅੰਕਲ ਕਾਸ਼ਿਫ ਐਂਡ ਥੈਂਕ ਯੂ ਤੁਹਾਡੇ ਸਾਰਿਆਂ ਦਾ ਇਸ ਰਿਫਲੈਕਸ਼ਨ ਲਈ। ਮੈਂ ਧੰਨਵਾਦ ਕਰਦੀ ਹਾਂ ਜਿਹੜੇ ਸਾਡੇ ਵਿਊਅਰਸ ਸਾਡੇ ਨਾਲ ਅੱਜ ਸ਼ਾਮਿਲ ਹੋਏ ਆ। ਅਸੀਂ ਫਿਰ ਤੁਹਾਡੇ ਨਾਲ ਨੈਕਸਟ ਮੰਡੇ ਇਸੇ ਤਰ੍ਹਾਂ ਦਾ ਉੱਤੇ ਜ਼ਬੂਰਾਂ ਤੇ ਗੌਰ ਕਰਾਂਗੇ। ਥੈਂਕ ਯੂ। ਥੈਂਕ ਯੂ ਜੀ। ਆਮੀਨ। Thank you.